ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556002071। ਸ਼ਮਾਦਾਨ ਰੇਡੀਓ ਪੰਜਾਬ ਟੁਡੇ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ, ਸਰਦਾਰ ਜਸਵੀਰ ਸਿੰਘ ਪੱਟੀ ਵੱਲੋਂ, ਬਖਤੌਰ ਸਿੰਘ ਢਿੱਲੋਂ ਵੱਲੋਂ, ਸਾਡੇ ਤਮਾਮ ਸਟਾਫ ਮੈਂਬਰ ਅਤੇ ਪੱਤਰਕਾਰ ਸਾਹਿਬਾਨ ਵੱਲੋਂ ਆਪ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਖੁਸ਼ ਆਮਦੀਦ। ਅੱਜ ਦਿਨ ਹੈ ਜੀ ਬੁੱਧਵਾਰ, ਤਰੀਕ ਹੈ 24 ਨਵੰਬਰ। ਸਮਾਂ ਬਠਿੰਡੇ ਦੀਆਂ ਘੜੀਆਂ ਦੇ ਮੁਤਾਬਕ 6:30 ਸ਼ਾਮ ਦੇ ਨੇ। ਸੋ ਤੁਸੀਂ ਇਹ ਪ੍ਰੋਗਰਾਮ ਬਠਿੰਡਾ ਸਟੂਡੀਓ ਤੋਂ ਲਾਈਵ ਸੁਣਦੇ ਹੋ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ। ਕਈ ਵੀਰ ਕਹਿੰਦੇ ਨੇ ਕਿ ਜੀ ਸਾਨੂੰ ਸਮੇਂ ਦਾ ਲਾਈਵ ਨਹੀਂ ਪਤਾ ਹੈ। ਸੋ ਕਿਰਪਾ ਕਰਕੇ ਜਿਹੜੇ ਵੀਰ ਹੁਣ ਸੁਣ ਰਹੇ ਨੇ ਉਹ ਪਲੀਜ਼ ਧਿਆਨ ਦੇਣ। ਇਹ ਭਾਰਤੀ ਸਮੇਂ ਅਨੁਸਾਰ ਜਾਂ YouTube ਫੇਸਬੁੱਕ 'ਤੇ ਸੁਣਦੇ ਨੇ ਜਾਂ ਕਈ ਥਰਡ ਪਲੇਟਫਾਰਮ ਵੀ ਆਪਣਾ ਇਸ ਪ੍ਰੋਗਰਾਮ ਨੂੰ ਯੂਜ਼ ਕਰਦੇ ਨੇ। ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਅੱਗੋਂ ਪਲੀਜ਼ ਨਾ ਕੱਟਿਆ ਕਰੋ। ਤੁਸੀਂ ਇਹ ਪ੍ਰੋਗਰਾਮ ਸ਼ਾਮ ਨੂੰ 6:30 ਵਜੇ ਇੰਡੀਅਨ ਸਮੇਂ ਦੇ ਮੁਤਾਬਕ ਭਾਰਤੀ ਸਮੇਂ ਅਨੁਸਾਰ ਸੁਣ ਸਕਦੇ ਹੋ। ਅਤੇ ਸਟੂਡੀਓ ਦਾ ਨੰਬਰ ਨੇ ਜੀ 9264410666 +91 ਅੱਗੇ ਜ਼ਰੂਰ ਲਾ ਲੈਣਾ। ਦੂਜਾ ਨੰਬਰ ਹੈ ਜੀ 9814910666 9814910666। ਪਿਛਲੇ ਨੰਬਰ ਇੱਕੋ ਹੀ ਨੇ, ਅਗਲੇ 5 ਨੰਬਰਾਂ ਦਾ ਫਰਕ ਹੈ। ਇੱਕ ਪਹਿਲਾ ਨੰਬਰ ਹੈ 92164, ਦੂਜਾ ਹੈ 98149। ਪਿਛਲੇ ਉਹੀ 5 ਨੰਬਰ ਨੇ 10666। ਸੋ ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪਿੰਡ ਭੈਣੀ ਵੜਿੰਗਾ, ਜ਼ਿਲ੍ਹਾ ਲੁਧਿਆਣਾ ਅਤੇ ਜਗਜੀਤ ਸਿੰਘ ਲੰਡਨ ਵੱਲੋਂ ਤੁਹਾਡੇ ਤੱਕ ਪਹੁੰਚਾਇਆ ਗਿਆ ਜੀ। ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਸੈਟਲ ਏਰੀਆ ਦੇ ਵਿੱਚ ਓਨਰ, ਆਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੀ ਹੈ। ਪੰਜਾਬੀ ਅਤੇ ਇੰਗਲਿਸ਼ 'ਚ ਡਿਸਪੈਚ ਕਰਦੇ ਨੇ ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 2063544060 'ਤੇ ਕਾਲ ਕਰ ਸਕਦੇ ਹੋ। ਜਗਦੇਵ ਸਿੰਘ ਸੰਧੂ ਹੋਰਾਂ ਨਾਲ 2532666924 'ਤੇ ਕਾਲ ਕਰ ਸਕਦੇ ਹੋ। ਵਰਜੀਨੀਆ ਦੇ ਸ਼ਹਿਰ ਫਰੈਡਰਿਕਸਬਰਗ 'ਚ ਡਰਾਈਵਿੰਗ ਸਕੂਲ ਹੈ ਜੀ 2020 CDL ਡਰਾਈਵਿੰਗ ਸਕੂਲ। ਇਹ ਤੁਹਾਨੂੰ ਰਹਿਣ ਦੇ ਲਈ ਯਾਨੀ ਕਿ ਸਟੇ ਫਰੀ ਵੀ ਦਿੰਦੇ ਨੇ, ਪਿਕ ਐਂਡ ਡਰੋਪ ਦਿੰਦੇ ਨੇ। ਸਕੂਲ ਬੱਸ ਡਰਾਈਵਰ ਦੀ ਜਿਹੜੀ ਹੈ ਐਕਸਟਰਾ ਟਾਈਮ ਲਾ ਕੇ ਤੁਹਾਨੂੰ ਟ੍ਰੇਨਿੰਗ ਦਿੰਦੇ ਨੇ। CDL ਕਲਾਸ A, B and P ਦੀ ਟ੍ਰੇਨਿੰਗ ਦਿੰਦੇ ਹੈ। ਇਹਨਾਂ ਦੇ ਜਿੰਨੇ ਵੀ ਇੰਸਟਰਕਟਰ ਨੇ ਬੜੇ ਪ੍ਰੋਫੈਸ਼ਨਲ ਨੇ। ਇੰਗਲਿਸ਼, ਪੰਜਾਬੀ, ਹਿੰਦੀ, ਅਰੈਬਿਕ, ਉਰਦੂ ਵਰਗੀਆਂ ਭਾਸ਼ਾਵਾਂ ਦੇ ਵਿੱਚ ਤੁਹਾਨੂੰ ਇਹ ਸਿਖਾਉਂਦੇ ਨੇ। ਜੇਕਰ ਕਿਸੇ ਪ੍ਰਕਾਰ ਦੀ ਵੀ ਟਿਊਸ਼ਨ ਫੀ ਦੀ ਤੰਗੀ ਫੰਗੀ ਹੈ ਤਾਂ ਇੱਕ ਵਾਰੀ ਸਨੀ ਨਾਲ ਸੰਪਰਕ ਕਰ ਲਓ 5406560985। ਅਮਰੀਕਾ, ਕੈਨੇਡਾ ਕਿਤੋਂ ਵੀ ਤੁਸੀਂ ਆ ਕੇ ਇੱਥੇ ਡਰਾਈਵਿੰਗ ਸਿੱਖ ਸਕਦੇ ਹੋ। ਬਾਕੀ ਕੋਈ ਵੀ ਤੁਹਾਨੂੰ ਡਾਊਟ ਹੈ, ਕਿਸੇ ਪ੍ਰਕਾਰ ਦੀ ਵੀ ਜਾਣਕਾਰੀ ਲੈਣੀ ਹੈ ਤਾਂ ਸਨੀ ਨਾਲ ਜ਼ਰੂਰ ਸੰਪਰਕ ਕਰ ਲਓ 5406560985 'ਤੇ। ਮੇਰੇ ਨਾਲ ਸਰਦਾਰ ਜਸਵੀਰ ਸਿੰਘ ਪੱਟੀ ਹੋਰੀ ਜੁੜ ਗਏ ਨੇ। ਪੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੱਟੀ ਸਾਹਿਬ, ਅੱਜ ਕੈਬਨਿਟ ਬੈਠ ਗਈ ਹੈ, ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਕਹਿੰਦੇ 29 'ਚ ਲੋਕ ਸਭਾ ਦੇ ਵਿੱਚ ਪੇਸ਼ ਕੀਤੇ ਜਾਣ ਦਾ ਮਤਾ ਜਿਹੜਾ ਹੈ ਉਹ ਪੇਸ਼ ਕੀਤਾ ਜਾਏਗਾ, ਰੱਦ ਕਰਨ ਦਾ ਮਤਾ ਪੇਸ਼ ਕੀਤਾ ਜਾਏਗਾ। ਬਿਲਕੁਲ ਜੀ। ਅੱਜ ਜਿਹੜੀ ਕੈਬਨਿਟ ਦੇ ਵਿੱਚ ਸੀਗਾ ਇਹਨਾਂ 3 ਖੇਤੀ ਕਾਨੂੰਨਾਂ ਨੂੰ ਰਿਪੀਲ ਕਰਨ ਬਾਰੇ, ਰੱਦ ਕਰਨ ਬਾਰੇ ਜਿਹੜਾ ਮਤਾ ਪੇਸ਼ ਕੀਤਾ ਗਿਆ, ਉਹਦੇ ਤੇ ਸਿਫਾਰਿਸ਼ ਕੀਤੀ ਗਈ ਹੈ ਕਿ ਜੇ ਕੈਬਨਿਟ ਆ ਇਹ ਸਿਫਾਰਿਸ਼ ਕਰਦੀ ਕਿ ਇਹ ਕਾਨੂੰਨ ਰੱਦ ਕੀਤੇ ਜਾਣ ਜੀ। ਹੁਣ 29 ਤਰੀਕ ਨੂੰ ਜਿਹੜੀ ਇਹਨਾਂ ਦੀ ਲੋਕ ਸਭਾ ਸ਼ੁਰੂ ਹੋਣੀ, ਪਹਿਲੇ ਸੈਸ਼ਨ ਦੇ ਵਿੱਚ ਇਹ ਮੁੱਦਾ ਆਏਗਾ ਤੇ ਇਹਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਮਿਲਣ ਦੀ ਆਸ ਹੈ ਜੀ। ਆਸ ਇਸ ਕਰਕੇ ਕਹੀ ਹੈ ਕਿ ਕਈ ਭਾਜਪਾ ਦੇ ਜਿਹੜੇ ਆ ਕੁਝ ਮੈਂਬਰ ਜਿਹੜੇ ਤੇ ਇਤਰਾਜ਼ ਵੀ ਜਤਾ ਸਕਦੇ ਕਿਉਂਕਿ ਜਿਹੜੇ ਪਹਿਲਾਂ ਇਤਰਾਜ਼ੀ ਜਦੋਂ ਦੇ ਬਾਅਦ ਚ ਜਿਤਾਉਣਗੇ ਜੀ। ਲੇਕਿਨ ਫਿਰ ਵੀ ਸਰਬਸੰਮਤੀ ਨਾਲ ਪ੍ਰਵਾਨਗੀ ਮਿਲਣ ਦੀ ਪੂਰੀ ਆਸ ਹੈ ਤੇ ਉਸ ਤੋਂ ਬਾਅਦ ਇਹ ਜਾਏਗਾ ਰਾਜ ਸਭਾ ਦੇ ਵਿੱਚ ਜੀ। ਤੇ ਰਾਜ ਸਭਾ ਦੇ ਵਿੱਚ ਪ੍ਰਵਾਨਗੀ ਮਿਲਣ ਤੋਂ ਬਾਅਦ ਫਿਰ ਰਾਸ਼ਟਰਪਤੀ ਦੀ ਮੋਹਰ ਲੱਗੀ ਤੇ ਫਿਰ ਇਹ ਬਕਾਇਦਾ ਤੌਰ ਤੇ ਕਾਨੂੰਨ ਰਿਪੀਲ ਹੋ ਜਾਣਗੇ। ਇਸ ਕਰਕੇ ਜਿਹੜਾ ਵਾ ਅੱਜ ਦੀ ਡੇਟ ਦੇ ਵਿੱਚ ਤੇ ਇੰਨਾ ਕਿੰਨਾ ਦਾ ਹੈਗਾ ਸੀਗਾ ਉਹ ਇਹਨਾਂ ਨੇ ਪਾਸ ਕਰ ਦਿੱਤੇ ਨੇ। ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਕਿ ਬਹੁਤ ਵਧੀਆ ਮੋਦੀ ਸਾਹਿਬ ਨੇ ਕੰਮ ਕੀਤਾ। ਕੈਪਟਨ ਸਾਹਿਬ ਤੇ ਮੋਦੀ ਸਾਹਿਬ ਨੇ ਪਿਛਲੇ 5 ਸਾਲ ਤੋਂ ਨਾਲ ਹੀ ਚੱਲਦੇ ਆ ਰਹੇ ਨੇ ਜੀ।
ਤੇ ਗਾਂ ਵੀ ਉਹ ਕੋਸ਼ਿਸ਼ ਕਰ ਰਹੇ ਨੇ ਨਾਲ ਜਿਹੜੀ ਆ ਉਹ ਅਸੀਂ ਰੱਖ ਚੱਲੀਏ। ਉਹਨਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਤੇ ਨਾਲ ਕਿਸਾਨਾਂ ਨੂੰ ਫਿਰ ਅਪੀਲ ਕੀਤੀ ਹੈ ਜੀ ਭਾਈ ਹੁਣ ਤੇ ਕੈਬਨਿਟ ਦੇ ਵਿੱਚ ਵੀ ਸਿਫਾਰਸ਼ ਹੋ ਚੁੱਕੀ ਰੱਦ ਕਰਨ ਦੀ, ਹੁਣ ਇਹਨੂੰ ਕੋਈ ਰੋਕ ਨਹੀਂ ਸਕਦਾ। ਲੋਕ ਸਭਾ 'ਚ ਇਹਨੂੰ ਮਨਜ਼ੂਰੀ ਮਿਲਣੀ ਹੈ। ਤੁਸੀਂ ਆਪਣੇ ਘਰਾਂ ਨੂੰ ਜਾਓ ਤੇ ਘਰਾਂ ਨੂੰ ਜਾ ਕੇ ਹੁਣ ਆਪਣਾ ਕੰਮ ਕਰ ਜਾ ਕੇ ਖੇਤਾਂ 'ਚ ਕਰੋ, ਇੱਥੇ ਨਾ ਬੈਠੋ। ਲੇਕਿਨ ਕਿਸਾਨ ਇਸ ਗੱਲ ਦੀ ਬਜ਼ਿੱਦ ਆ ਵੀ ਜਿੰਨਾ ਚਿਰ ਉਹਨਾਂ ਨੂੰ ਰਾਸ਼ਟਰਪਤੀ ਦੀ ਮੋਹਰ ਲੱਗ ਕੇ ਇਹ ਰਿਪੀਲ ਦਾ ਸਰਟੀਫਿਕੇਟ ਨਹੀਂ ਮਿਲ ਜਾਂਦਾ ਉਹਨੇ ਤੇ ਉਹ ਨਹੀਂ ਜਾਣਗੇ। ਦੂਜੇ ਪਾਸੇ ਜਿਹੜੀ ਇਹਨਾਂ ਦੀ 26 ਤਰੀਕ ਨੂੰ ਮਤਲਬ ਪਰਸੋਂ ਜਿਹੜੀ ਬਣਾਈ ਜਾਣ ਵਾਲੀ ਆ ਸਾਲਗਿਰਾ 1 ਸਾਲ ਹੋ ਜਾਣਾ, ਉਹਦੇ ਵਾਸਤੇ ਵੱਡੀ ਗਿਣਤੀ ਜਿਹੜੇ ਕਿਸਾਨ ਆ ਉੱਥੇ ਪਹੁੰਚਣ ਦੀ ਆਸ ਜੀ। ਬੜਾ ਵੱਡਾ ਪੰਡਾਲ ਲੱਗ ਰਿਹਾ। ਜੇ ਕਿਤੇ ਰਿਪੀਲ ਦੀ ਗੱਲ ਨਾ ਹੋਈ ਨਹੀਂ ਸ਼ਾਇਦ ਇੰਨਾ ਇਕੱਠ ਨਾ ਹੁੰਦਾ। ਹੁਣ ਉਹ ਇਕੱਠ ਜਿਹੜਾ ਉਹ ਵੱਡਾ ਇਕੱਠ ਹੋਏਗਾ ਜੀ। ਉਹਦੇ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ ਸਾਰੇ ਪ੍ਰੋਗਰਾਮ ਹਾਲ ਦੀ ਕੜੀ ਰੱਦ ਕਰ ਦਿੱਤੀ ਹੈ ਕਿ ਭਾਈ ਇਹ ਪਹਿਲਾਂ ਆਪਣਾ ਤੁਸੀਂ 26 ਵਾਲਾ ਤੇ 29 ਵਾਲਾ ਨਿਪਟਾਓ। 29 ਨੂੰ ਜਿਹੜਾ ਇਹਨਾਂ ਨੇ ਕਿਹਾ ਵੀ ਟਰੈਕਟਰ ਲੈ ਕੇ ਅਸੀਂ ਜਾਵਾਂਗੇ ਪਾਰਲੀਮੈਂਟ ਵਾਲੇ ਪਾਸੇ, ਉਹ ਜਾਂਦੇ ਜਾਂ ਨਹੀਂ, ਲੇਕਿਨ ਉਹਦੇ ਬਾਰੇ 27 ਤਰੀਕ ਨੂੰ ਮੀਟਿੰਗ 'ਚ ਫੈਸਲਾ ਹੋਏਗਾ। ਉਮੀਦ ਆ ਵੀ ਉਹ ਹਾਲ ਦੀ ਕਰੀਬ ਪੋਸਟਪੋਨ ਕਰ ਦਿੱਤਾ ਜਾਏਗਾ। ਲੇਕਿਨ ਕੈਪਟਨ ਸਾਹਿਬ ਨੇ ਜਿਹੜੀ ਖੁਸ਼ੀ ਦਾ ਇਜ਼ਹਾਰ ਕੀਤਾ ਤੇ ਨਾਲ ਅਪੀਲ ਕੀਤੀ ਹੈ। ਹੁਣ ਵੇਖੋ ਤੇ ਕਿਸਾਨ ਗੌਰ ਫਰਮਾਉਂਦੇ ਆ ਜਾਂ ਨਹੀਂ ਫਰਮਾਉਂਦੇ ਜੀ। ਜੀ ਬਿਲਕੁਲ, ਕਿਸਾਨ ਗੌਰ ਫਰਮਾਉਂਦੇ ਆ ਨਹੀਂ ਫਰਮਾਉਂਦੇ ਉਹ ਇੱਕ ਜੁਦਾ ਗੱਲ ਹੈ। ਕਿਸਾਨਾਂ ਦੀਆਂ ਮੰਗਾਂ ਹੋਰ ਵੀ ਨੇ। ਟਕੈਤ ਸਾਹਿਬ ਦੇ ਵੀ ਬਿਆਨਾਤ ਜਿਹੜੇ ਨੇ ਉਹ ਆ ਰਹੇ ਨੇ ਸਾਰੇ ਮਾਮਲੇ ਨੂੰ ਲੈ ਕੇ। ਪਰ ਕਿਸਾਨ ਕਹਿੰਦੇ ਨੇ ਕਿ ਆਮਦਨ ਦੁੱਗਣੀ ਕਰਨ ਦੇ ਜੁਮਲੇ 'ਤੇ ਵੀ ਕਹਿੰਦੇ ਅਸੀਂ ਉਡੀਕ ਕਰਨੀ ਹੈ। ਉਹਦੇ ਬਾਰੇ ਕੀ ਕਰਨੀ ਤੁਸੀਂ? ਉਹਦੇ ਬਾਰੇ ਟਕੈਤ ਸਾਹਿਬ ਦਾ ਬਿਆਨ ਆ ਜੀ। ਟਕੈਤ ਸਾਹਿਬ ਇਹ ਕਹਿੰਦੇ ਆ ਵੀ ਸਾਨੂੰ ਇੰਨੀ ਗੱਲ ਕਹੀ ਗਈ ਸੀ ਕਿ ਜਿਹੜੀ 1 ਜਨਵਰੀ 2022 ਨੂੰ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਿੱਤੀ ਜਾਵੇ। ਇਸ ਕਰਕੇ ਅਸੀਂ ਉਸ 1 ਜਨਵਰੀ ਨੂੰ ਦੇਖਾਂਗੇ ਵੀ ਪ੍ਰਧਾਨ ਮੰਤਰੀ ਸਾਹਿਬ ਆਪਣੇ ਜਿਹੜੇ ਕਹੇ ਹੋਏ ਸ਼ਬਦ ਉਹਨਾਂ ਤੇ ਖਰੇ ਉਤਰਦੇ ਕਿ ਨਹੀਂ ਉਤਰਦੇ। ਅਸੀਂ ਉਸ ਚੀਜ਼ ਨੂੰ ਉਡੀਕ ਕਰਾਂਗੇ। ਚੰਗੀ ਗੱਲ ਆ ਕਿਉਂਕਿ ਉਹਨਾਂ ਵਾਸਤੇ ਬੜੇ ਅਜੇ 1 ਨਹੀਂ 2 ਨਹੀਂ ਕਈ ਉਹਨਾਂ ਵਾਸਤੇ ਜਿਹੜੀਆਂ ਅਜੇ ਤੱਕ ਹਾਲ ਦੀ ਘੜੀ ਜੋ ਉਹਨਾਂ ਦੇ ਆ ਰਹੇ ਨੇ ਬਕਾਇਦਾ ਤੌਰ ਤੇ ਵੀ MSP ਨੂੰ ਲੈ ਕੇ ਜਿਹੜਾ ਉਸਦੀ ਗਰੰਟੀ ਸਕੀਮ ਹੈ ਜਿਹੜੀ ਗਰੰਟੀ ਜੋ ਸਾਨੂੰ MSP ਦੀ, ਲੇਕਿਨ ਜਿਹੜੀ ਆ ਕੇਂਦਰ ਸਰਕਾਰ ਕਹਿੰਦੀ ਇਹਦੇ ਵਾਸਤੇ ਕਮੇਟੀ ਬਣਾ ਦੇਵੇ, ਕਮੇਟੀ ਜੋ ਫੈਸਲਾ ਕਰੇਗੀ ਠੀਕ ਕਰੇਗੀ ਜੀ। ਫਿਰ ਉਹ ਕਹਿੰਦੇ ਕਿਸਾਨਾਂ ਦੇ ਕੇਸ ਜਿਹੜੇ ਦਰਜ ਕੀਤੇ ਤੁਸੀਂ ਉਹ ਵਾਪਸ ਲਓ। ਸ਼ਹੀਦ ਹੋਏ ਜਿਹੜੇ ਕਿਸਾਨ ਉਹਨਾਂ ਨੂੰ ਸਿੰਘੂ ਬਾਰਡਰ ਤੇ ਇੱਕ ਸਾਨੂੰ ਯਾਦਗਾਰ ਬਣਾਉਣ ਵਾਸਤੇ ਜਿਹੜੀ ਸਰਕਾਰੀ ਤੌਰ ਤੇ ਜਗ੍ਹਾ ਦਿੱਤੀ ਜਾਵੇ ਜੀ। ਬਿਜਲੀ ਸੋਧ ਵੇਲੇ ਕਾਫੀ ਡਿਮਾਂਡ ਨੇ 5-6 ਹੈਗੀਆਂ। ਲਖਮੀਪੁਰ ਕੀਰੀਬਾਰੀ ਦਾ ਕੇਂਦਰੀ ਗ੍ਰਹਿ ਮੰਤਰੀ ਅਜੇ ਮਿਸ਼ਰਾ ਉਹਨੂੰ ਕਿਹਾ ਵੀ ਇਹਨੂੰ ਬਰਖਾਸਤ ਕੀਤਾ ਜਾਵੇ ਜੀ। ਉਹਦੇ ਬਾਰੇ ਤੇ ਕੱਲ ਜਿਹੜੀ 22 ਤਰੀਕ ਨੂੰ ਬਕਾਇਦਾ ਤੌਰ ਤੇ ਹੋਈ ਸੀ ਇੱਕ ਲਖਨਊ 'ਚ ਮਹਾਂਪੰਚਾਇਤ ਹੋਈ ਸੀਗੀ ਜੀ। ਉਹਦੇ ਵਿੱਚ ਟਕੈਤ ਸਾਹਿਬ ਨੇ ਇੰਨੀ ਗੱਲ ਕਹੀ ਸੀ ਕਿ ਜਿਹੜੀ ਮਿੱਲ ਦਾ ਲਖੀਮਪੁਰ ਵੀ ਖੀਰੀ ਵਿਖੇ ਉਦਘਾਟਨ ਕਰਨ ਵਾਸਤੇ ਆ ਰਹੇ ਗੰਨੇ ਦੀ ਪੜਾਈ ਦੇ ਸੀਜ਼ਨ ਦਾ ਜੀ, ਜੇ ਉੱਥੇ ਅਜੇ ਮਿਸ਼ਰਾ ਨੇ ਆ ਕੇ ਉਦਘਾਟਨ ਕੀਤਾ ਤੇ ਟੈਣੀ ਦੇ ਆਉਣ ਤੋਂ ਬਾਅਦ ਉੱਥੇ ਇੱਕ ਵੀ ਕਿਸਾਨ ਗੰਨਾ ਲੈ ਕੇ ਨਹੀਂ ਜਾਏਗਾ। ਮੇਲਾ ਵਾਲੇ ਭੱਜ ਗਏ ਤੇ ਮੰਤਰੀ ਸਾਹਿਬ ਭੱਜ ਗਏ। ਅੱਛਾ ਜੀ। ਉਹ ਵੀ ਨਹੀਂ ਆਏ ਤੇ ਮੇਲੇ ਵਾਲੇ ਹੱਥ ਜੋੜ ਕੇ ਮਾਫੀ ਮੰਗ ਲਈ। ਟਕੈਤ ਸਾਹਿਬ ਇਹੋ ਜਿਹਾ ਕੰਮ ਨਾ ਕਰੋ, ਸਾਡਾ ਤੇ ਬੇੜਾ ਗਰਕ ਹੋ ਜਾਊਗਾ। ਉਹਨਾਂ ਅੱਗੇ ਤੁਸੀਂ ਬੰਦੇ ਦੇ ਪੁੱਤ ਬਣੋ ਫਿਰ ਜੇ ਇਹ ਗੱਲ ਤੇ ਜੀ। ਹੁਣ ਅੱਗੇ ਸਵਾਲ ਪੈਦਾ ਹੁੰਦਾ ਵੀ ਸਾਡੇ ਕੋਲ 2 ਪੰਚਾਇਤਾਂ ਦੇ ਬਿਆਨ ਆਏ ਨੇ ਜੀ। ਇੱਕ ਚੌਧਰੀ ਖਾਪ ਪੰਚਾਇਤ ਆ, ਇਹਨਾਂ ਦੇ ਮੁਖੀ ਚੌਧਰੀ ਸੁਭਾਸ਼ ਆ, ਇਹ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਨੇ ਜੀ। ਇੱਕ ਖਾਪ ਪੰਚਾਇਤ ਜਿਹੜੀ ਪਵਾਰ ਖਾਪ ਪੰਚਾਇਤ ਦੇ ਚੌਧਰੀ ਧਰਮਵੀਰ ਸਿੰਘ ਪਵਾਰ ਮੁਖੀ ਨੇ ਜੀ। ਇਹਨਾਂ ਨੇ ਵੀ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਐਲਾਨ ਕਰ ਦਿੱਤਾ ਕਿ ਇਹ 3 ਕਾਨੂੰਨ ਜਿਹੜੇ ਇਹ ਰੱਦ ਕੀਤੇ ਜਾਂਦੇ ਆ ਕਿ ਹੁਣ ਕਿਸਾਨਾਂ ਨੂੰ ਇੱਥੇ ਬੈਠਣ ਦੀ ਲੋੜ ਨਹੀਂ, ਕਿਸਾਨ ਆਪਣੇ ਖੇਤਾਂ ਜਾ ਕੇ ਕੰਮ ਕਰਨ ਜੀ। ਤੇ ਜਦੋਂ ਪਵਾਰ ਚੌਧਰੀ ਧਰਮਵੀਰ ਪਵਾਰ ਨੂੰ ਪੁੱਛਿਆ ਗਿਆ ਵੀ ਜੇ ਫਿਰ ਵੀ ਨਹੀਂ ਵਾਪਸ ਹੁੰਦੇ ਫਿਰ ਕੀ ਕਰੋਗੇ, ਕਹਿੰਦਾ ਫਿਰ ਇਦੋਂ ਵੀ ਵੱਧ ਮਜ਼ਬੂਤੀ ਨਾਲ ਆ ਕੇ ਇੱਥਾ ਗਿਆ ਸੀ ਜੀ ਜੀ ਜੀ। ਉਹ ਕਹਿੰਦੇ ਫਿਰ ਜਾਣ ਦਾ ਫਾਇਦਾ ਕੀ ਜੇ ਦੁਬਾਰਾ ਆਉਣਾ ਤੇ ਵੇਟ ਕਰ ਲਓ। ਲੇਕਿਨ ਇਹਨਾਂ ਦੋਵਾਂ ਖਾਪ ਮੁਖੀਆਂ ਨੇ ਇੰਨੀ ਗੱਲ ਕਹੀ ਹੈ ਵੀ ਭਾਈ ਤੁਸੀਂ ਹੁਣ ਕਿਸਾਨ ਜਿਹੜੇ ਉਹ ਵਾਪਸ ਚਲੇ ਜਾਣ।
ਇਹਨਾਂ ਦੋ ਖਾਪਾਂ ਦੇ ਉਹਨਾਂ ਦਾ ਦਾਅਵਾ ਵਾ ਕਿ ਗਾਜ਼ੀਪੁਰ ਦੇ ਉੱਤੇ ਵੱਡੀ ਗਿਣਤੀ 'ਚ ਖਾਪ ਦੇ ਜਿਹੜੇ ਸੀ ਨੁਮਾਇੰਦੇ, ਇਹਨਾਂ ਦੇ ਵਰਕਰ ਸੀ, ਵੱਡੀ ਗਿਣਤੀ 'ਚ ਪੁੱਜੇ ਸੀ ਤੇ ਅਸੀਂ ਅਪੀਲ ਕਰਦੇ ਕਿ ਉਹ ਪ੍ਰਧਾਨ ਮੰਤਰੀ ਸਾਹਿਬ ਨੇ ਐਲਾਨ ਕਰਤਾ ਉਹ ਵਾਪਸ ਚਲੇ ਜਾਣ ਜੀ। ਇਹਦੇ ਤੇ ਜਿਹੜੇ ਟਕੈਤ ਸਾਹਿਬ ਕਹਿੰਦੇ ਬਿਲਕੁਲ ਨਹੀਂ, ਆਪਾਂ ਭਾਈ ਵੇਟ ਕਰਾਂਗੇ ਅਜੇ ਜਿੰਨਾ ਚਿਰ ਆਪਾਂ ਨੂੰ ਪੂਰੇ ਆਪਣੇ ਹੱਕ ਨਹੀਂ ਮਿਲਣਗੇ, ਆਪਣੀਆਂ ਡਿਮਾਂਡ ਪੂਰੀ ਨਹੀਂ ਤੇ ਜਾਣਾ ਕਦੇ ਵਾਸਤੇ। ਬਿਲਕੁਲ ਜੀ ਬਿਲਕੁਲ। ਜੇ ਸਾਲ ਹੋ ਗਏ ਪਿੱਛੇ ਕੋਈ ਕਾਲੀ ਕਿਹੜੀ ਪੈ ਗਈ ਆਪਣੀ, ਇਸ ਕਰਕੇ ਸ਼ਾਇਦ ਇਹਨਾਂ ਖਾਪ ਪੰਚਾਇਤਾਂ ਦੇ ਮੁਖੀਆਂ ਦਾ ਬਹੁਤਾ ਬਿਆਨ ਦੀ ਕੋਈ ਵੈਲਿਡ ਹੋ ਰਿਹਾ ਜੀ। ਅੱਜ ਕੱਲ੍ਹ ਉੱਥੇ ਪੱਛਮੀ ਜਿਹੜੀ ਯੂਪੀ ਉੱਥੇ ਤੇ ਪੂਰੀ ਤਰ੍ਹਾਂ ਟਕੈਤ ਸਾਹਿਬ ਸ਼ਾਇਦ ਪਏ ਨੇ। ਬਿਲਕੁਲ ਜੀ, ਟਕੈਤੀ ਹੋਈ ਪਈ ਹੈ ਬਿਲਕੁਲ। ਵੈਸੇ ਪੱਟੀ ਸਾਹਿਬ ਮੈਂ ਅੱਗੇ ਗੱਲਬਾਤ ਤਾਂ ਕਰੂੰਗਾ, ਉਹ ਗੱਲਬਾਤ ਉਹ ਹੋਰ ਤਰੀਕੇ ਨਾਲ ਹੋਏਗੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਅੱਜ 52ਵਾਂ ਸਥਾਪਨਾ ਦਿਵਸ ਹੈ ਜੀ 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 ਜੀ। ਇਹਨੂੰ ਸਰਕਾਰ ਨੇ ਵਿਸਾਰਤਾ। ਚੰਨੀ ਸਾਹਿਬ ਪਟਿਆਲੇ ਫਿਰਦੇ ਨੇ, ਇੱਧਰ ਕਿਸੇ ਨੇ ਰੋਕ ਹੀ ਨਹੀਂ ਕੀਤਾ। ਪਹਿਲੀ ਗੱਲ ਤੇ ਜਿਹੜੇ ਸਾਡੇ ਮਾਨਯੋਗ ਪਹਿਲੇ ਵਾਈਸ ਚਾਂਸਲਰ ਉਹਨਾਂ ਦੀ ਕੈਪਟਨ ਅਮਰਿੰਦਰ ਸਿੰਘ ਬੜੀ ਗੂੜੀ ਸਾਂਝ। ਅੱਛਾ ਜੀ, ਜਸਪਾਲ ਸਿੰਘ ਸੰਧੂ ਹੋਰਾਂ ਦੀ। ਬਿਲਕੁਲ ਬਿਲਕੁਲ। ਤੇ ਇਸ ਕਰਕੇ ਉਹਨਾਂ ਨੂੰ ਦੁਬਾਰਾ ਜਿਹੜਾ ਸੀ ਟਾਈਮ ਮਿਲ ਗਿਆ ਸੀਗਾ। ਹੋ ਸਕਦਾ ਵੀ ਚੰਨੀ ਸਾਹਿਬ ਤੱਕ ਪਹੁੰਚ ਨਾ ਕੀਤੀ ਗਈ ਹੋਵੇ ਜੀ। ਜੇ ਇਹਨਾਂ ਪਹੁੰਚ ਨਹੀਂ ਕੀਤੀ ਤੇ ਇਹਨਾਂ ਦੀ ਗਲਤੀ ਹੈ। ਤੇ ਮੈਂ ਇਹ ਮਹਿਸੂਸ ਕਰਦਾ ਜੇ ਪਹੁੰਚ ਕਰਦੇ ਤੇ ਚੰਨੀ ਸਾਹਿਬ ਜਿਹੜੇ ਸੀ ਉਹ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਜ਼ਰੂਰ ਪੁੱਜਦੇ। ਜੇ ਨਹੀਂ ਪੁੱਜੇ ਤੇ ਇਹ ਵੀ ਇੱਕ ਜਾਂਚ ਦਾ ਵਿਸ਼ਾ ਪਤਾ ਕਰਨਾ ਪਊਗਾ, ਉਹਨਾਂ ਕੋਲ ਪੁੱਛਣਾ ਪਊ ਵੀ ਭਾਈ ਚੰਨੀ ਸਾਹਿਬ ਨੂੰ ਤੁਸੀਂ ਅਪਰੋਚ ਕੀਤਾ ਸੀ ਕਿ ਇਸ ਕਰਕੇ ਕੈਪਟਨ ਸਾਹਿਬ ਦੇ ਨੇੜੇ ਹੋਣ ਕਰਕੇ ਸ਼ਾਇਦ ਇਹਦਾ ਅਪਰੋਚ ਨਾ ਕੀਤੀ ਹੋਵੇ ਜੀ। ਕਿਉਂਕਿ ਸਾਡੇ ਇੱਥੇ ਇੱਕ ਯੂਨੀਵਰਸਿਟੀ ਪ੍ਰੋਫੈਸਰ ਹੁੰਦੇ ਸੀ, ਉਹ ਮੁੜ ਕੇ IAS ਬਣ ਗਏ। ਅੱਛਾ ਜੀ। ਉਹ ਕੈਪਟਨ ਸਾਹਿਬ ਦੇ ਜਿਹੜੇ ਸੀ ਪਹਿਲੇ ਸਿਪਾਹ ਸਲਾਰਾਂ ਦੇ ਸਨ, ਜਿਨ੍ਹਾਂ ਦੇ ਕਰਕੇ ਜਸਪਾਲ ਸਿੰਘ ਸੰਧੂ ਨੂੰ ਜਿਹੜੀ ਸੀ ਇੱਥੇ ਵਾਈਸ ਚਾਂਸਲਰ ਮਿਲੀ ਸੀ ਤੇ ਮੁੜ ਕੇ ਦੁਬਾਰਾ ਫਿਰ ਇੱਕ ਵਾਰੀ ਦੂਸਰੀ ਟੈਨਿਓਰ ਮਿਲੀ ਸੀ ਜੀ। ਇਸ ਕਰਕੇ ਪੋਸੀਬਿਲਿਟੀ ਆ ਵੀ ਉਹ ਬੰਦੇ ਨਹੀਂ ਰਹੇ ਤੇ ਇਹਨਾਂ ਨੇ ਨਾ ਅਪਰੋਚ ਕੀਤੀ ਹੋਵੇ ਜੀ। ਚਲੋ ਇਹ ਤਾਂ ਕੱਲ ਨੂੰ ਵੇਖਦੇ ਆ, ਪਤਾ ਲੱਗ ਜੂਗਾ। ਠੀਕ ਹੈ ਜੀ। ਤੇ ਪਤਾ ਕਰਨਾ ਜੀ 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 ਜੀ। ਤੇ ਅੱਜ PRTC ਵਾਲਿਆਂ ਨੇ ਜਿਹੜੀ ਆ ਹੜਤਾਲ ਕਰਤੀ ਜੀ ਸਾਰੇ ਪੰਜਾਬ 'ਚ। ਉਹ ਕਹਿੰਦੇ ਆ ਵੀ ਜਿਹੜਾ ਟਾਈਮ ਟੇਬਲ ਹੈ ਉਹ ਲਾਗੂ ਕਰੋ, ਨਹੀਂ ਤਾਂ ਅਸੀਂ ਕਰ ਦਿਆਂਗੇ ਕੰਮ। ਉਧਰ ਬਾਰਡਰ ਡੱਬ ਵਾਲੀ ਟਰਾਂਸਪੋਰਟ ਹਾਈ ਕੋਰਟ ਪਹੁੰਚ ਗਈ ਹੈ ਟਾਈਮ ਟੇਬਲ ਬਣਾਉਣ ਨੂੰ ਲੈ ਕੇ, ਕਹਿੰਦੇ ਸਾਨੂੰ ਬਾਹਰ ਰੱਖ ਲਿਆ। ਬਿਲਕੁਲ। ਖੈਰ ਵੈਸੇ ਇੰਨੀ ਵੀ ਜ਼ਿਆਦਤੀ ਨਹੀਂ ਚਾਹੀਦੀ। ਜੇ ਉਹ ਤੁਹਾਡੇ ਕੋਲ ਇਸੇ ਡਿਫਾਲਟਰ ਨੇ, ਉਹਨਾਂ ਨੇ ਆਪਣੇ ਤੁਹਾਡੇ ਬਕਾਇਦਾ ਤੌਰ ਤੇ ਜਿਹੜੇ ਆ ਉਹ ਨਹੀਂ ਜਮ੍ਹਾਂ ਕਰਾਏ ਅਜੇ ਤੱਕ, ਆਪਣੇ ਉਹ ਨਕਲਾਂ ਦੇ ਪੈਸੇ ਜਮ੍ਹਾਂ ਨਹੀਂ ਕਰਾਏ ਜੀ ਜੀ, ਜਿਹੜੇ ਟੈਕਸ ਦੇ ਪੈਸੇ ਜਮ੍ਹਾਂ ਨਹੀਂ ਕਰਾਏ। ਇਹ ਥੋੜੀ ਗੱਲ ਤੁਸੀਂ ਬਾਹਰ ਕਰਦੇ ਜੀ। ਤੁਸੀਂ ਉਹਨਾਂ ਦੀਆਂ ਗੱਡੀਆਂ ਫੜ ਕੇ ਬੰਦ ਕਰਤੀਆਂ, ਅੰਦਰ ਕਰਤੀਆਂ। ਟਾਈਮ ਟੇਬਲ ਬਣਾਉਣ ਟਾਈਮ ਦੇ ਦਿਓ ਉਹਨਾਂ ਨੂੰ। ਜੇ ਉਹ ਪੈਸੇ ਦੇਣਗੇ ਗੱਡੀਆਂ ਛਡਾ ਕੇ ਆ ਜਾਣਗੇ, ਨਹੀਂ ਠੀਕ ਆ। ਉਹਨਾਂ ਨੂੰ ਬਿਲਕੁਲ ਅੱਖੋਂ ਪਰੋਖੇ ਕਰ ਦਿੱਤਾ ਗਿਆ, ਜਿਹਦੇ ਕਰਕੇ ਜਿਹੜੇ ਸਾਡੇ ਪੰਜਾਬ ਦੇ ਟਰਾਂਸਪੋਰਟ ਡਿਪਾਰਟਮੈਂਟ ਦੇ ਪ੍ਰਿੰਸੀਪਲ ਸੈਕਟਰੀ ਵੱਲੋਂ ਤੇ RTO ਬਠਿੰਡਾ ਨੂੰ ਨੋਟਿਸ ਜਾਰੀ ਹੋ ਗਿਆ ਹਾਈ ਕੋਰਟ ਜੀ। ਨਾਲੇ ਤੁਹਾਨੂੰ ਪਤਾ ਵਾ ਮਾਸਟਰ ਮੋਹਨ ਲਾਲ ਨੇ ਬੜੀ ਵਧੀਆ ਗੱਲ ਕਹੀ। ਉਹਨੇ ਕਿਹਾ ਰਾਜਾ ਜੀ ਜੇ ਤੁਸੀਂ ਕਹੋ ਤਾਂ ਇਸ ਟਰਾਂਸਪੋਰਟ ਮਾਫੀ ਨਾਲ ਟੱਕਰ ਲੈ ਲਓ ਬੜੀ ਮੁਸ਼ਕਲ ਜੀ। ਆਪਣੇ ਵੇਲੇ ਮੈਂ ਵੀ 10 ਬੱਸਾਂ ਫੜ ਕੇ ਅੰਦਰ ਕੀਤੀਆਂ ਸੀ। ਮੈਨੂੰ ਬਾਦਲ ਸਾਹਿਬ ਦਾ ਫੋਨ ਆ ਗਿਆ, ਪੰਡਤ ਜੀ ਕੀ ਕਰੀ ਜਾਂਦੇ, ਛੱਡ ਦੇ ਬੱਸਾਂ ਨੂੰ। ਉਹ ਆਪਣੇ IAS ਵੀ ਸੀਗੇ, ਉਹ ਜਸਵੀਰ ਕੀ ਨਾਂ ਸੀ, ਉਹਨਾਂ ਨੂੰ ਵੀ ਨੌਕਰੀ ਛੱਡਣੀ ਪੈ ਗਈ ਸੀ। ਇਸੇ ਕਰਕੇ ਇਹਨਾਂ ਦੀ ਜਿਹੜੀ ਸੀ ਉਹਨੇ ਠੀਕ ਕਿਹਾ ਸੀ। ਉਹਨੇ ਕਿਹਾ ਜੀ ਰਾਜੇ ਨੂੰ ਕਿਹਾ ਸੀ, ਰਾਜਾ ਬਣੇ ਤੂੰ ਕੰਮ ਬਹੁਤ ਵਧੀਆ ਕਰ ਰਿਹਾ ਵਾ, ਲੇਕਿਨ ਤੈਨੂੰ ਇਹ ਕੰਮ ਮੈਨੇਜਮੈਂਟ ਨਾਲ ਕਰਨਾ ਪਏਗਾ। ਮੈਨੇਜ ਕੀ ਕਰਨਾ ਪਏਗਾ। ਜੇ ਪ੍ਰਾਈਵੇਟ ਬੱਸ ਦੇ ਬਰਾਬਰ ਤੇਰੀ ਬੱਸ ਖਲੋਤੀ ਹੋਊਗੀ ਤੇ ਫਿਰ ਤੂੰ ਉਹਨਾਂ ਨੂੰ ਮਾਤ ਦੇ ਸਕਦਾ। ਅਦਰਵਾਈਜ਼ ਤੇਰੇ ਕੋਲ ਕੋਈ ਹੱਲ ਨਹੀਂ। ਉਦਾਂ ਟਰਾਂਸਪੋਰਟ ਮਾਫੀਆ ਬਹੁਤ ਸਟਰੋਂਗ ਆ। ਮੈਨੂੰ ਦੱਸਦੇ ਹੁੰਦੇ ਹਰਜੀਤ ਸਿੰਘ ਜਿਹੜੇ ਲਿਬੜਾ ਟਰਾਂਸਪੋਰਟ, ਹਾਂਜੀ ਹਾਂਜੀ, ਉਹ ਕਹਿੰਦੇ ਕੋਈ ਸਮਾਂ ਸੀ ਸਾਡੇ ਕੋਲ ਪੰਜਾਬ ਦੇ ਵਿੱਚ 27,000 ਕਿਲੋਮੀਟਰ ਦਾ ਰੂਟ ਸੀ। ਤੂਤੀ ਬੋਲਦੀ ਸੀ ਜੀ, ਤੂਤੀ ਬੋਲਦੀ ਸੀ। ਬਿਲਕੁਲ। ਬਾਦਲ ਦੇ ਕੋਲੇ ਅਗਲਾ ਕੀ ਫਲਾਨਾ ਤੂੰ ਲਿਬੜਿਆਂ ਦਾ ਜਵਾਕ ਹੈ, ਸਿੱਧੀ ਗੱਲ ਹੈ। ਹਾਂਜੀ। ਕਹਿੰਦੇ ਉਸ ਟਾਈਮ ਤੇ ਬੀਬੀ ਸੁਰਿੰਦਰ ਕੌਰ ਬਾਦਲ ਸਾਡੇ ਤੇ ਬੜੀ ਕੜਾਉਂਦੀ ਹੁੰਦੀ ਸੀ ਵੀ ਇਹਨਾਂ ਕੋਲ 27,000 ਕਿਉਂ ਹੈ ਤੇ ਸਾਡੇ ਕੋਲ 2700 ਕਿਉਂ ਆ। ਉਹ ਕਹਿੰਦੇ ਵੀ ਘੱਟੋ ਘੱਟ ਟਾਈਮ ਟੇਬਲ ਚੇਂਜ ਕਰਨ ਦਾ ਜਿਹੜਾ ਵਾ ਸਾਲ ਬਾਅਦ ਦਾ 6 ਮਹੀਨੇ ਬਾਅਦ ਸਾਰੇ ਬੈਠਦੇ ਤੇ ਫਿਰ ਟਾਈਮ ਟੇਬਲ ਬਕਾਇਦਾ ਚੇਂਜ ਹੁੰਦਾ ਵਾ। ਤੇ ਅਕਾਲੀ ਸਰਕਾਰ ਨੂੰ ਸਮਾਂ ਹੀ ਕੋਈ ਨਹੀਂ ਜਦੋਂ ਮਰਜ਼ੀ ਚੇਂਜ ਕਰਦੀ। ਗਰੌਲਾ ਤਾਂ ਆਹੀ ਸੀ ਨਾ। ਹੁਣ ਉਹ ਅਗਲੇ
ਉਹੀ ਤਾਂ ਗੱਲ ਆ। ਉਹ ਕਹਿੰਦੇ ਵੀ ਸਾਡੀਆਂ ਕਹਿੰਦੇ ਬੱਸਾਂ ਪਤਾ ਹੀ ਲੱਗਦਾ ਜੀ, ਉਹਨਾਂ ਦੀਆਂ ਬੱਸਾਂ 5 ਮਿੰਟ ਕਾਊਂਟਰ ਤੇ, ਸਾਡੀ 1.5 ਮਿੰਟ ਕਾਊਂਟਰ ਤੇ, ਮੁੜ ਕੇ ਉਹ 1.5 ਮਿੰਟ ਵੀ ਖੋਹ ਲੈਂਦੇ ਸੀ ਅੱਗੇ ਪਿੱਛੇ ਬੱਸ ਫਸਾ ਕੇ। ਬੀਬੀ ਸੁਰਿੰਦਰ ਕੌਰ ਬਾਦਲ ਨੇ ਇੰਨੀ ਗੱਲ ਕਹੀ ਸੀ ਕਿ ਜਿਹੜੇ ਵੀ ਡੀਟੀ ਦੇ ਇਲਾਕੇ ਦੇ ਵਿੱਚ 2 ਕਿਲੋਮੀਟਰ ਅੱਗੇ ਤੇ 2 ਕਿਲੋਮੀਟਰ ਪਿੱਛੇ ਮੇਰੀ ਬੱਸ ਤੇ ਬੱਸ ਕੇ ਦੂਜੀ ਦਿੱਸੀ, ਉਹ ਆਪਣੇ ਪੜਿਆ ਵਿਚਾਰ ਲਈ। ਤੇ ਡੀਟੀਓ ਬੱਸ ਸਟੈਂਡ ਤੇ ਜਦੋਂ ਉਹਨਾਂ ਦੀ ਬੱਸ ਦਾ ਟਾਈਮ ਦਾ ਆਪ ਬੱਸ ਭਰਾਉਣ ਜਾਂਦਾ ਹੁੰਦਾ ਸੀ, ਚੱਕ ਕੇ ਵੀ ਸਵਾਰੀਆਂ ਭਰ ਦਿੰਦੇ ਵਿਚਾਰੇ। ਬਾਅਦ ਚ ਪਤਾ ਲੱਗਦਾ ਵੀ ਜਾਣਾ ਤਾਂ ਲੁਧਿਆਣੇ ਸੀ, ਭੇਜਤਾ ਪਟਿਆਲੇ। ਪਟਿਆਲੇ ਇਹੋ ਜਿਹੇ ਕੰਮ ਸੀਗੇ। ਇਸ ਕਰਕੇ ਜਿਹੜਾ ਜੀ ਹੁਣ ਤੇ ਜੇ ਦੇਣੀਆਂ ਪੈ ਗਈਆਂ ਤੇ ਠੀਕ ਆ। ਹੁਣ ਡੱਬ ਵਾਲੀ ਟਰਾਂਸਪੋਰਟ ਤੁਹਾਨੂੰ ਪਤਾ ਕਿਹਦੀ ਹੈਗੀ ਹੈ? ਠੀਕ ਹੈ ਨਾ। ਰਾਜਧਾਨੀ ਟਰਾਂਸਪੋਰਟ ਤੁਹਾਨੂੰ ਪਤਾ ਕਿਹਦੀ ਹੈਗੀ ਆ? ਔਰਬਿਟ ਤੁਹਾਨੂੰ ਪਤਾ ਕਿਹਦੀ ਹੈਗੀ ਹੈ? 2-3 ਟਰਾਂਸਪੋਰਟ 5-6 ਟਰਾਂਸਪੋਰਟਾਂ ਉਹਨਾਂ ਦੀ ਹੈਗੇ, ਇੱਕ ਨਹੀਂ ਛੱਡ ਕੇ ਜੀ। ਇਸ ਕਰਕੇ ਉਹ ਚਲੇ ਗਏ ਨੇ ਹਾਈ ਕੋਰਟ ਤੇ। ਹਾਈ ਕੋਰਟ ਕੀ ਐਕਸ਼ਨ ਲੈਂਦੀ ਹੈ? ਮੈਨੂੰ ਤੇ ਸਿਰਫ ਇੱਕੋ ਹੀ ਗੱਲ ਬਾਰ-ਬਾਰ ਗੂੰਜਦੀ ਵੀ ਜਿਹੜੀ ਉਹਨੇ ਕਿਹਾ ਬਕਾਇਦਾ ਤੌਰ ਤੇ ਮਾਸਟਰ ਮੂੰਹ ਲਾ ਲਏ ਵੀ ਮੈਂ ਵੀ ਟਰਾਂਸਪੋਰਟ ਮਿਨਿਸਟਰ ਰਿਹਾ, ਲੇਕਿਨ ਇਹ ਜਿਹੜਾ ਟਰਾਂਸਪੋਰਟ ਕਾਫੀ ਬੜਾ ਮਜ਼ਬੂਤ ਆ ਜੀ। ਇਹਨਾਂ ਦੀ ਸਰਕਾਰੀ ਦਰਬਾਰੀ, ਇਹਨਾਂ ਦੀ ਆਫਿਸਰ ਦੇ ਵਿੱਚ, ਇਹਨਾਂ ਦੀ ਅਦਾਲਤ ਵਿੱਚ ਸਭ ਜਗ੍ਹਾ ਦੀ ਚੱਲਦੀ ਆ ਜੀ। ਚਲੋ ਵੇਖਦੇ ਆ ਜੀ ਕਿਹਦੀ ਚੱਲਦੀ ਹੈ ਕਿਹਦੀ ਨਹੀਂ। ਪਰ ਕਹਿੰਦੇ ਹੁੰਦੇ ਨਾ ਵੀ ਜਿਸ ਕੀ ਲਾਠੀ ਉਸੀ ਕੀ, ਉਹ ਕਹਿੰਦੇ ਬਹਿਸ ਹੈ। ਤੇ ਜਿਹਨੇ ਖੜ ਗਿਆ ਸੀ ਕੋਈ ਕਹਿੰਦਾ ਮੇਰੀ ਹੈ, ਇਹ ਨਾ ਸਮਝ ਲੈਣ ਵੀ ਮੱਝ ਕੁੱਟਣ ਨੂੰ ਲਾਠੀ, ਮੱਝ ਘਰੇ ਜਾਣ ਨੂੰ ਲਾਠੀ ਹੈ ਜੀ। ਇਹ ਥੋੜਾ ਕਈ ਬੰਦੇ ਕਹਿ ਦਿੰਦੇ ਆ ਨਾ। ਤੇ ਹੁਣ ਬਲਵੰਤ ਸਿੰਘ ਰਾਮੂ ਵਾਲੇ, ਖੜੇ ਦਾ ਖਾਲਸਾ, ਹਾਂ ਖੜੇ ਦਾ ਖਾਲਸਾ, ਉਹ ਰਾਮੂ ਵਾਲੇ ਨੇ ਵੀ ਕਹਿੰਦੇ ਜੀ ਆਪਣੇ ਜਾਲੇ ਜੂਲੇ ਲਾਉਣ ਦਾ ਕੰਮ ਸ਼ੁਰੂ ਕਰਤਾ ਉੱਥੇ। ਕਹਿੰਦੇ ਲੋਕ ਪੜ੍ਹਾਈ ਪਾਰਟੀ ਜੀ ਲੁਧਿਆਣੇ ਦੇ ਰਾਜਗੁਰੂ ਨਗਰ ਦੇ ਵਿੱਚ ਉਹਨਾਂ ਦਾ ਬਕਾਇਦਾ ਤੌਰ ਤੇ ਲੋਕ ਭਲਾਈ ਪਾਰਟੀ ਦਾ ਦਫ਼ਤਰ ਆ, ਉਹਨੂੰ ਮੁੜ ਸੁਰਜੀਤ ਕਰਤਾ ਜੀ ਉਹਨਾਂ ਨੇ। ਉਹਨਾਂ ਨੇ ਕਹਿਤਾ ਮੈਂ ਪੰਜਾਬ ਦੀ ਸੇਵਾ ਕਰਨੀ ਹੈ। ਹਾਲ ਦੀ ਘੜੀ ਉਹਨਾਂ ਨੇ ਇਲੈਕਸ਼ਨ ਲੜਨ ਦੇ ਕੋਈ ਸੰਕੇਤ ਨਹੀਂ ਦਿੱਤੇ ਜੀ। ਲੇਕਿਨ ਜਿਸ ਤਰੀਕੇ ਨਾਲ ਉਹਨਾਂ ਨੇ ਬਕਾਇਦਾ ਤੌਰ ਤੇ ਚੰਨੀ ਸਾਹਿਬ ਦੀ, ਸਿੱਧੂ ਸਾਹਿਬ ਦੀ ਤੇ ਸੁਖਜਿੰਦਰ ਸਿੰਘ ਰੰਧਾਵੇ ਦੀਆਂ ਸਿਫਤਾਂ ਕੀਤੀਆਂ, ਉੱਥੋਂ ਇਹ ਸੰਕੇਤ ਮਿਲਦਾ ਵੀ ਸ਼ਾਇਦ ਇਹ ਬੀ ਟੀਮ ਬਣ ਕੇ ਕੰਮ ਕਰੇਗੀ ਉਹਨਾਂ ਦਾ ਜੀ। ਲੇਕਿਨ ਰਾਮੂਵਾਲੀਆ ਸਾਹਿਬ ਨੇ ਇੰਨੀ ਗੱਲ ਕਹੀ ਹੈ ਬੀ ਟੀਮ ਬਣਨ ਨੂੰ ਇਹਨਾਂ ਕੋਲੇ ਮੈਨੂੰ ਲੱਗਦਾ ਗੋਲਕੀਪਰ ਵੀ ਨਹੀਂ ਹੋਣਾਗਾ। ਉਹ ਇੱਥੋਂ ਤੱਕ ਕਹਿੰਦੇ ਵੀ ਮੇਰੇ 46,000 ਮੈਂਬਰ ਸੀ, ਜਿਹਦੇ ਵਿੱਚੋਂ ਅੱਜ ਵੀ 36,000 ਮੈਂਬਰ ਮੇਰੇ ਕੋਲ ਆ। ਅੱਛਾ। ਉਹਦੇ ਵਿੱਚ ਕੁਝ ਬੰਦੇ ਉਹਨਾਂ ਵਿਖਾਵੇ ਬੈਠੇ ਵੀ ਆਹ ਵੇਖੋ ਬੰਦੇ ਮੇਰੇ ਬੈਠੇ ਨੇ, ਬਾਕੀ ਜਿਹੜੇ 10,000 ਰਹਿ ਗਏ ਉਹ ਵੀ ਵਾਪਸ ਆ ਜਾਣਗੇ। ਅਸੀਂ ਕੰਮ ਕਰਕੇ ਲੋਕਾਂ ਨੂੰ ਕੰਮ ਕਰਨ ਜਾਣਦੇ ਆ ਜੀ। ਉਹ ਕਹਿੰਦੇ ਬਾਦਲਾਂ ਦੇ ਝੱਪੇ ਥੱਲੇ ਆ ਕੇ ਮੈਂ ਜਿਹੜਾ ਸੀ ਉਦੋਂ ਆਪਣੀ ਪਾਰਟੀ ਜਿਹੜੀ ਸੀ ਉਦੋਂ ਵੱਧ ਕਰ ਦਿੱਤੀ ਸੀ, ਲੇਕਿਨ ਮੈਨੂੰ ਕੀ ਪਤਾ ਸੀ ਨਾ ਇਹ ਕਰਨਾ ਜੀ। ਕਹਿੰਦੇ ਜਦੋਂ ਮੈਂ ਯੂਪੀ 'ਚ ਗਿਆ ਇਹਨਾਂ ਨੂੰ ਪਤਾ ਹੀ ਨਹੀਂ ਲੱਗਾ। ਮੋਗੇ ਤੋਂ ਮੈਂ ਬਕਾਇਦਾ ਤੌਰ ਤੇ 7 ਦਿਨ ਪਹਿਲਾਂ ਆਪਣੀ ਵੋਟ ਜਿਹੜੀ ਸੀ ਕੈਂਸਲ ਕਰਾਈ। ਉਹਦੀ ਕਾਪੀ ਲਈ 7 ਦਿਨ ਬਾਅਦ ਮੈਂ ਜਦੋਂ ਘਰੋਂ ਚੱਲਿਆ ਤੇ ਮੇਰੀ ਘਰ ਦੀ ਕਹਿੰਦੀ ਕਿੱਥੇ ਚੱਲਿਆ? ਮੈਂ ਕਿਹਾ ਨਾ ਭਾਈ ਇਸ ਗੱਲ 'ਚ ਤੂੰ ਕਿੱਥੇ ਚੱਲਿਆ? ਮੈਂ ਮੱਥਾ ਟੇਕਣ ਚੱਲਿਆ। ਕਹਿੰਦਾ ਆਪਾਂ ਸਾਈਕਲ ਦੀ ਸਵਾਰੀ ਕੀਤੀ, ਜਿਹੜਾ ਸਮਾਜਵਾਦੀ ਪਾਰਟੀ ਦਾ ਚੋਣ ਨਿਸ਼ਾਨ ਤੇ ਆਪਾਂ ਲਖਨਊ ਜਾ ਬੜੇ। ਜਦੋਂ ਲਖਨਊ ਜਾ ਬੜੇ ਤੇ ਮੇਰੇ ਜਨਾਂ ਨੂੰ ਹੋਰ ਛਾਪਾ ਪਿਆ ਉੱਥੇ ਜੀ। ਮੈਨੂੰ ਕਿਹਾ ਸੀ ਵੀ ਤੁਸੀਂ ਸਹੁੰ ਚੁੱਕਣੀ ਹੈ ਤੇ ਮੈਨੂੰ ਕਹਿੰਦਾ ਜੀ ਵੀ ਰਾਮੂਵਾਲੀਆ ਪਹਿਲਾਂ ਮੈਨੂੰ ਆ ਕੇ ਮਿਲ। ਮੁਲਾਇਮ ਸਿੰਘ ਯਾਦਵ ਕਹਿੰਦਾ ਅੱਛਾ ਜੀ। ਕਹਿੰਦਾ ਮੈਨੂੰ ਅਕਾਲ ਤਖਤ ਤੋਂ ਫੋਨ ਆਇਆ ਵੀ ਰਾਮੂਵਾਲੀਆ ਨੂੰ ਤੁਸੀਂ ਐਂਟਰਟੇਨ ਨਾ ਕਰੋ, ਤੁਹਾਡੇ ਤੋਂ ਅਸੀਂ ਕਾਰਵਾਈ ਕਰਾਂਗੇ। ਕਹਿੰਦਾ ਯਾਰ ਤੂੰ ਤੇ ਮੈਨੂੰ ਸਮਾਜ ਤੋਂ ਛੁਪਵਾ ਦੇਂਗਾ, ਮੈਨੂੰ ਤੇ ਕਢਵਾ ਦੇਂਗਾ ਤੂੰ ਤੇ ਜੀ। ਤੂੰ ਕਿਵੇਂ ਆ ਗਿਆ ਇੱਥੇ ਨਾ? ਫਿਰ ਮੈਂ ਦੱਸਿਆ, ਉਹਨੂੰ ਸਾਰਾ ਸਮਝਾਇਆ ਕਿ ਸਾਡੀ ਮਰਿਆਦਾ ਕੀ ਕਹਿੰਦੀ ਹੈ ਕਿ ਕਿਸੇ ਵੀ ਹਿੰਦੂ ਦੇ ਖਿਲਾਫ ਤੂੰ ਕਾਰਵਾਈ ਨਹੀਂ ਹੋ ਨਹੀਂ ਸਕਦੀ। ਬਿਲਕੁਲ। ਫਿਰ ਉਹਨੂੰ ਸਮਝਾਉਣ ਤੋਂ ਬਾਅਦ ਫਿਰ ਉਹਨੇ ਆਪਣਾ ਜਿਹੜਾ ਨੰਨਾ ਧਰਿਆ ਵੀ ਜੇ ਰਾਜਾ ਕੋਈ ਨਹੀਂ ਤੁਸੀਂ ਸੋਚ ਚੁਕਾ ਦਿੰਦੇ ਆ। ਮਤਲਬ ਮੈਨੂੰ ਰੋਕਣ ਵਾਸਤੇ ਬਾਦਲਾਂ ਨੇ ਇੱਥੋਂ ਤੱਕ ਮੁਲਾਇਮ ਸਿੰਘ ਯਾਦਵ ਨੂੰ ਅਕਾਲ ਤਖਤ ਤੋਂ ਫੋਨ ਕਰਾਇਆ ਜਾਂ ਨਹੀਂ ਕਰਾਇਆ ਤੇ ਉਹੀ ਜਾਣਦੇ ਨੇ, ਲੇਕਿਨ ਜੋ ਉਹਨਾਂ ਕਿਹਾ ਮਤਲਬ ਉਹ ਦੱਸ ਰਿਹਾ। ਇਸ ਕਰਕੇ ਕਹਿੰਦੇ ਜੀ ਮੈਂ ਉੱਥੇ ਮੰਤਰੀ ਬਣਿਆ, ਜਾ ਕੇ ਮੇਰੀ ਵੋਟ ਬਣੀ। 11 ਵਜੇ ਮੈਂ ਜਦੋਂ ਪੁੱਜਾ ਤੇ ਉਹਨੇ ਡੀਸੀ ਨੂੰ ਬੁਲਾਇਆ। ਕਲੇਸ਼ ਨੇ ਕਹਿੰਦਾ ਵੀ ਡੀਸੀ ਨੂੰ, ਕਲੈਕਟਰ ਨੂੰ ਕਹਿੰਦਾ ਵੀ ਭਾਈ ਇਹ ਵੋਟ 3 ਵਜੇ ਤੱਕ ਤੈਨੂੰ ਚਾਹੀਦੀ। ਮੈਨੂੰ ਕਹਿੰਦਾ ਜੀ ਹੁਣੇ ਲਾਓ। ਉਹਨਾਂ ਫਟਾਫਟ ਵੋਟ ਬਣਾ ਕੇ ਦੇ ਦਿੱਤੀ ਜੀ, ਵੋਟ ਤੁਹਾਡੀ ਬਣ ਗਈ ਜੀ। ਤੇ 4 ਵਜੇ ਅਸੀਂ ਸਹੁੰ ਚੁੱਕ ਲਈ, ਮੰਤਰੀ ਦੀ ਮੰਤਰੀ ਬਣ ਕੇ ਰਹਿ ਕੇ। ਲੇਕਿਨ ਹੁਣ ਅਸੀਂ ਫੈਸਲਾ ਕਰ ਲਿਆ ਵੀ ਪੰਜਾਬ ਦੇ ਵਿਰਕੇ ਪੰਜਾਬ ਦੀ ਸੇਵਾ ਕਰਨੀ ਹੈ। ਚੰਡੀਗੜ੍ਹ ਰਾਮੂਵਾਲੀਆ ਤਾਂ ਪੰਜਾਬ ਦੀ ਸੇਵਾ ਕਰਨੀ ਹੈ। ਲੇਕਿਨ ਕਿਸੇ ਵੇਲੇ ਤੁਸੀਂ ਬਕਾਇਦਾ ਤੌਰ ਤੇ ਹਰਕ੍ਰਿਸ਼ਨ ਸੁਰਜੀਤ ਦੇ ਚੇਲੇ ਰਹੇ ਹੋ, ਆਪ ਮੰਨੇ ਆਪਣੀ ਸਪੀਚ ਦੇ ਵਿੱਚ। ਫਿਰ ਤੁਸੀਂ ਕਾਂਗਰਸ ਦੇ ਚੇਲੇ ਰਹੇ ਹੋ, ਕਾਂਗਰਸ ਤੁਸੀਂ ਮੰਤਰੀ ਰਹੇ ਹੋ। ਫਿਰ ਤੁਸੀਂ ਅਕਾਲੀਆਂ 'ਚ ਰਹੇ ਹੋ, ਸਮਾਜਵਾਦੀ ਪਾਰਟੀ 'ਚ ਰਹੇ ਹੋ।
ਤੇ ਹੁਣ ਤੇ ਘਰ ਆਪਣਾ ਇੱਕੋ ਹੀ ਫਿਰ ਲੋਕ ਭਲਾਈ ਪਾਰਟੀ ਵਾਪਸ ਆ ਕੇ ਜੀਆਈਆਂ ਨੂੰ ਨਹੀਂ, ਨਾਲੇ ਤਾਂ ਡਿਜੋਲਵ ਕਰਤੀ ਸੀਗੀ, ਹੁਣ ਮੁੜ ਕੇ ਸੁਰਜੀਤ ਕਰਨੀ ਹੈ ਨਾ। ਫਿਰ ਸੁਰਜੀਤ ਕਰਤੀ ਬਕਾਇਦਾ ਤੌਰ ਤੇ ਉੱਥੇ ਲੁਧਿਆਣੇ ਚ ਪ੍ਰੈਸ ਕਰਕੇ ਜਿਹੜੀ ਸੀ ਸੁਰਜੀਤ ਕੀਤੀ। ਅੱਛਾ ਭੱਟੀ ਸਾਹਿਬ, ਇੱਕ ਬਸ ਜ਼ਰੂਰੀ ਸੂਚਨਾ ਹੈ, ਤੇ ਜੇ ਹੋ ਸਕੇ ਤਾਂ ਸਾਰੇ ਭਰਾ ਅੱਗੇ ਲੋੜਵੰਦਾਂ ਤੱਕ, ਬੱਚਿਆਂ ਤੱਕ ਇਹ ਪਹੁੰਚਾ ਦਿਓ ਜੀ। ਕੇਂਦਰ ਸਰਕਾਰ ਵੱਲੋਂ ਸਕਾਲਰਸ਼ਿਪ ਸਕੀਮਾਂ ਜੀ, ਜਿਨ੍ਹਾਂ ਦੀ ਅੰਤਿਮ ਤਰੀਕ ਹੈ 20 ਨਵੰਬਰ। ਇਹ ਤੁਸੀਂ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੀ ਵੈਬਸਾਈਟ ਦੇ ਉੱਤੇ ਦੇ ਸਕਦੇ ਹੋ। ਇਹਦੇ ਵਿੱਚ ਸਿੰਗਲ ਗਰਲ ਚਾਈਲਡ ਸਕਾਲਰਸ਼ਿਪ ਹੈ ਜੀ, ਯੂਨੀਵਰਸਿਟੀ ਰੈਂਕ ਹੋਲਡਰ ਵਿਦਿਆਰਥੀ ਪੀਜੀ ਸਕਾਲਰਸ਼ਿਪ, ਪੋਸਟ ਗ੍ਰੈਜੂਏਸ਼ਨ ਸਕਾਲਰਸ਼ਿਪ ਹੈ, ਤੇ ਐਸਸੀ ਵਿਦਿਆਰਥੀਆਂ ਵਾਸਤੇ ਪ੍ਰੋਫੈਸ਼ਨਲ ਕੋਰਸ ਸਕਾਲਰਸ਼ਿਪ ਹੈ ਜੀ। ਵੈਰੀ ਗੁੱਡ ਜੀ, ਬਹੁਤ ਵਧੀਆ ਸਕੀਮ ਹੈ, ਬਹੁਤ ਵਧੀਆ ਸਕੀਮ। ਇਹ ਜਿਹੜੀ ਹੈ ਜੀ, ਇਹ ਮੇਰੇ ਕੋਲ ਪੁੱਜੀ ਹੈ। ਤੁਹਾਨੂੰ ਮੈਂ ਦੱਸਦਾ ਕਿ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨੇ ਕਿਹਾ ਕਿ ਇਹਦੀ ਅਖੀਰਲੀ ਤਰੀਕ ਹੈ ਜਿਹੜੀ ਉਹ 30 ਨਵੰਬਰ ਹੈ, ਤੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੀ ਵੈਬਸਾਈਟ ਦੇ ਉੱਤੇ ਤੁਸੀਂ ਸਾਰੀ ਜਾਣਕਾਰੀ ਲੈ ਕੇ ਤੇ ਅਪਲਾਈ ਕਰ ਸਕਦੇ ਹੋ, ਜਾਂ ਆਪਦੇ ਸੰਬੰਧਿਤ ਯੂਨੀਵਰਸਿਟੀ ਦੇ ਨਾਲ ਜਾਂ ਕਾਲਜ ਦੇ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਜੀ। ਤੇ ਹੁਣ ਇਹ ਤਾਂ ਗੱਲ ਹੋ ਗਈ ਜੀ ਆਪਣੀ ਰਾਮੂ ਵਾਲੀਆ ਸਾਹਿਬ ਦੀ, ਤੇ ਹੁਣ ਆ ਜਾਈਏ, ਕਹਿੰਦਾ ਉਹਦੇ ਮਣ ਕੇ ਗਿਰਦੇ ਜਾਂਦੇ ਆ, ਕੀ ਸੀਗੀ ਗਾਣਾ ਬੜਾ ਵਧੀਆ ਸੀ। ਹੁਣ ਸਿਆਸਤਦਾਨ ਪਾਰਟੀਆਂ ਦੇ ਮਣ ਕੇ ਜਿਹੜੇ ਆ ਉਹ ਖਿੱਲਰਦੇ ਜਾਂਦੇ ਆ, ਤੇ ਰਾਹੁਲ ਦਾ ਇੱਕ ਬੜਾ ਤਕੜਾ ਲੈਫਟੈਨੈਂਟ ਸੀ ਅਸ਼ੋਕ ਤੰਵਰ ਜੀ, ਉਹ ਵੀ ਕਹਿੰਦੇ ਕਾਂਗਰਸ ਦੇ ਮਣ ਕੇ ਜੋ ਟੁੱਟ ਕੇ ਤੇ ਮੁੰਦਰੀ ਦਾ ਨਾਗ ਬਣ ਗਿਆ ਜੀ ਤ੍ਰਿਣਮੂਲ ਕਾਂਗਰਸ ਦੀ। ਜਿਹੜੇ ਅਸ਼ੋਕ ਤੰਵਰ ਨੇ ਜੀ, ਉਹ ਕਿਸੇ ਵੇਲੇ ਬਕਾਇਦਾ ਤੌਰ ਤੇ ਰਾਹੁਲ ਗਾਂਧੀ ਦੇ ਸੱਜੇ ਲੈਫਟੈਨੈਂਟ ਮੰਨੇ ਜਾਂਦੇ। ਬਿਲਕੁਲ ਜੀ, ਬਿਲਕੁਲ। ਇਹ ਹਰਿਆਣਾ ਕਾਂਗਰਸ ਦੇ ਪ੍ਰਧਾਨ ਵੀ ਰਹੇ, ਹਰਿਆਣੇ ਚ MLA ਵੀ ਰਹੇ, ਉੱਥੋਂ MP ਵੀ ਰਹੇ, ਇੱਕ ਮੰਤਰੀ ਵੀ ਰਹੇ ਜੀ। ਇਹਨਾਂ ਨੇ ਆਪਣੀ ਸਿਆਸਤ NSG ਤੋਂ ਸ਼ੁਰੂ ਕੀਤੀ ਸੀਗੀ। ਇਹ ਮੁੜ ਕੇ ਜੂਥ ਦੇ ਪ੍ਰਧਾਨ ਵੀ ਰਹੇ। ਇੰਨਾ ਕੁਛ ਦੇਣ ਦੇ ਬਾਵਜੂਦ ਵੀ ਜੇ ਕਿਤੇ ਤੁਸੀਂ ਜਦੋਂ ਅੱਜ ਸੰਕਟ ਦੇ ਵਿੱਚ ਰਾਹੁਲ ਗਾਂਧੀ ਜਾਂ ਪਾਰਟੀ ਸੰਕਟ ਜਾਂ ਤੁਸੀਂ ਛੱਡ ਕੇ ਚੱਲ ਜਾਓ, ਤੇ ਫਿਰ ਕੋਈ ਬੰਦਿਆਂ ਵਾਲੀ ਗੱਲ ਕੋਈ ਨਹੀਂ ਹੈ। ਖੈਰ, ਅਸੀਂ ਛੱਡਣ ਦੀ ਗੱਲ ਨਹੀਂ ਕਰਦੇ, ਤੁਸੀਂ ਚਲੇ ਗਏ ਹੋ, ਤੁਹਾਨੂੰ ਸਵੰਡਣੀ ਹੋਵੇ, ਤੁਸੀਂ ਤ੍ਰਿਣਮੂਲ ਕਾਂਗਰਸ ਚਲੇ ਗਏ ਹੋ। ਇੱਕ ਉਹਨਾਂ ਨੇ ਕੀਰਤੀ ਆਜ਼ਾਦ ਨੇ, ਇਹ ਵੀ ਬੜੇ ਲੀਡਰ ਸੀ ਤਕੜੇ ਕਾਂਗਰਸ ਦੇ। ਇਹ ਦੋਵੇਂ ਤੁਹਾਨੂੰ ਚਲੇ ਗਏ ਤ੍ਰਿਣਮੂਲ ਕਾਂਗਰਸ ਦੇ ਵਿੱਚ ਜੀ। ਬੀਬੀ ਮਮਤਾ ਕੱਲ ਆਈ ਸੀ ਇੱਥੇ ਦਿੱਲੀ ਦੇ ਵਿੱਚ, 2 ਦਿਨ ਰਹਿਣਾ ਸੀ ਉਹਨੇ। ਉਦੋਂ ਬਕਾਇਦਾ ਤੌਰ ਤੇ ਦੇਖੋ ਇਹ ਆਪਣੇ ਸਰੋਪੇ ਤੌਰ ਤੇ ਉਹਦੇ ਚ ਕਾਂਗਰਸ ਸ਼ਾਮਲ ਹੋ। ਹੁਣ ਤ੍ਰਿਣਮੂਲ ਕਾਂਗਰਸ ਦੀ ਜੇ ਗੱਲ ਕਰਦੇ ਤੇ ਇਹਦਾ ਆਧਾਰ ਸਿਰਫ ਉਸ ਤਰੀਕਾ ਚੱਲ ਜਾਓ, ਜਾਂ ਸਾਡੇ ਆਪਣੇ ਬੰਗਾਲ ਚੱਲ ਜਾਓ, ਇੱਧਰ ਪੰਜਾਬ ਚ ਤਾਂ ਅਸੀਂ ਕੋਈ ਆਧਾਰ ਹੀ ਨਹੀਂ ਹੈਗਾ, ਜਾਂ ਦਿੱਲੀ ਚ ਕੋਈ ਆਧਾਰ ਨਹੀਂ ਹੈਗਾ ਜੀ। ਤੁਹਾਨੂੰ ਪਤਾ ਹੋਏਗਾ ਜਗਮੀਤ ਸਿੰਘ ਬਰਾੜ ਨੇ ਇੱਕ ਵਾਰੀ ਤ੍ਰਿਣਮੂਲ ਕਾਂਗਰਸ ਜੁਆਇਨ ਕੀਤੀ ਜੀ, ਉਹਨੇ ਵੀ ਕੀਤੀ ਸੀ। ਕੁਛ ਨਹੀਂ ਸੀ ਮਿਲਿਆ ਉਹਨਾਂ ਨੂੰ। ਅਖੀਰ ਤੇ ਮੁੜਕੇ ਵਿੱਚ ਅਕਾਲੀ ਦਲ ਜਾਣਾ ਪਿਆ ਉਹਨਾਂ ਨੂੰ ਜੀ। ਇਸ ਕਰਕੇ ਅਸ਼ੋਕ ਤੰਵਰ ਨੇ ਜਿਹੜੀ ਆ ਤ੍ਰਿਣਮੂਲ ਕਾਂਗਰਸ ਛੱਡੀ ਤੇ ਤ੍ਰਿਣਮੂਲ ਕਾਂਗਰਸ ਛੱਡੀ। ਗੱਲ ਇਹ ਨਹੀਂ, ਗੱਲ ਇਖਲਾਕ ਦੀ ਹੈ, ਗੱਲ ਬੰਦੇ ਦੀ ਆਪਣੀ ਦਲੀਲ ਦੀ ਹੈ। ਤੇ ਅੱਜ ਜੇ ਤੁਹਾਡਾ ਰਾਹੁਲ ਗਾਂਧੀ ਜਿਹੜਾ ਵਾ ਉਹ ਖਤਰੇ ਕਿਸੇ ਸੰਕਟ ਦੇ ਵਿੱਚ, ਤੁਹਾਨੂੰ ਉਹਦੇ ਨਾਲ ਖੜਨਾ ਚਾਹੀਦਾ। ਬਿਲਕੁਲ ਬਿਲਕੁਲ। ਉਹ ਅਸੂਲ ਆ ਜ਼ਿੰਦਗੀ ਦਾ। ਜਿੱਥੋਂ ਮਲਾਈਆਂ ਖਾਧੀਆਂ ਮਾੜੇ ਸਮੇਂ ਨਾਲ ਤਾਂ ਖੜੋ ਨਾ। ਬਿਲਕੁਲ, ਤੁਸੀਂ ਛੱਡ ਕੇ ਜਾ ਰਹੇ ਹੋ। ਹੁਣ ਇਹ ਵੀ ਜਿਹੜਾ 23G ਸੀ ਉਹਦਾ ਇੱਕ ਪਾਰਟ ਸੀ। ਤੁਹਾਨੂੰ ਪਤਾ ਇਸ ਵੇਲੇ ਜੇ ਤਿਵਾੜੀ ਆ ਜੀ, ਉਹ ਮਨੀਸ਼ ਤਿਵਾੜੀ, ਉਹ ਵੀ ਜੋ ਬਿਆਨ ਦੇ ਰਹੇ ਉਹ ਕਿਸੇ ਵੀ ਭਾਜਪਾ ਦੱਸਦੇ ਕਿ ਬਿਆਨ ਨਹੀਂ ਆ ਗਿਆ, ਕਿਉਂਕਿ ਭਾਜਪਾ ਨੇ ਪਹਿਲਾਂ ਵੀ ਤੁਹਾਨੂੰ ਪਤਾ ਹੀ ਜੇ ਬਾਹਰਲੇ ਸੂਬਿਆਂ ਚੋਂ ਪੱਟੇ ਆ ਬੰਦੇ, ਹੁਣ ਪੰਜਾਬ ਚੋਂ ਵੀ ਤਾਂ ਪੱਟੂਗੀ ਉਹ। ਜਦੋਂ ਵੀ ਇਹ ਬਾਹਰ ਗਏ ਨੇ, ਜਿਹੜੇ ਲੀਡਰ ਬਾਹਰ ਗਏ, ਕੱਖ ਨਹੀਂ ਮਿਲਿਆ। ਜਿਨ੍ਹਾਂ ਨੇ ਵੀ ਕਾਂਗਰਸ ਛੱਡੀ, ਕੋਈ ਇਤਿਹਾਸ ਤੋੜ ਕੇ ਵੇਖ ਲਓ, ਉਹਨਾਂ ਨੂੰ ਕੁਛ ਨਹੀਂ ਮਿਲਿਆ ਕਿਸੇ ਨੂੰ, ਜਿਹੜਾ ਮਰਜ਼ੀ ਚਲੇ ਜਾਏ। ਲੇਕਿਨ ਕਾਂਗਰਸ ਫਿਰ ਡਿੱਗਦੀ ਢਿੱਲੀ ਫਿਰ ਉੱਠ ਪੈਂਦੀ ਰਹੀ ਹੈ, ਫਿਰ ਉੱਠ ਪੈਂਦੀ ਰਹੀ ਹੈ, ਫਿਰ ਉੱਠ ਪੈਂਦੀ ਰਹੀ ਹੈ, ਭਾਵੇਂ ਇੰਦਰਾ ਗਾਂਧੀ ਦਾ ਸਮਾਂ ਸੀ ਜਾਂ ਉਸ ਤੋਂ ਬਾਅਦ ਦਾ ਸਮਾਂ ਸੀ। ਇਸੇ ਕਰਕੇ ਤੰਵਰ ਜਿਹੜਾ ਆ ਉਹਨਾਂ ਨੇ, ਮੈਂ ਜੋ ਸੋਚਦਾ ਵੀ ਰਾਹੁਲ ਗਾਂਧੀ ਦੀ ਪਿੱਠ ਛੁਰਾ ਮਾਰਨ ਵਾਲੀ ਗੱਲ ਕੀਤੀ ਹੈ, ਉਹਨੂੰ ਇਸ ਮੌਕੇ ਤੇ ਨਹੀਂ ਛੱਡਣਾ ਚਾਹੀਦਾ। ਕੱਲ੍ਹ ਉਹਨੂੰ ਕੋਈ ਮਾੜੀ ਮੋਟੀ ਪਾਰਟੀ ਸਟੈਂਡ ਹੁੰਦੀ ਤੇ ਜੋ ਮਰਜ਼ੀ ਤੁਸੀਂ ਕਰ ਲਓਗੇ, ਪਹਿਲਾਂ ਛੱਡ ਦਿੰਦੇ ਇੱਕ ਚੰਗੀ ਗੱਲ ਸੀਗੀ। ਸਿਰਫ ਤੁਹਾਨੂੰ ਇਸ ਕਰਕੇ ਵੀ ਤੁਹਾਨੂੰ ਉੱਥੇ ਹਰਿਆਣੇ ਦੇ ਵਿੱਚ ਜਿਹੜਾ ਮੁੱਖ ਮੰਤਰੀ ਦਾ ਉਮੀਦਵਾਰ ਨਹੀਂ ਬਣਾਇਆ, ਇਸ ਕਰਕੇ ਤੁਸੀਂ ਛੱਡ ਕੇ ਚਲੇ ਗਏ। ਬੜੀਆਂ ਪੋਸਟਾਂ ਹੁੰਦੀਆਂ ਸਰਕਾਰ ਪਾਰਟੀ ਦੇ ਕੋਲ, ਬਹੁਤ ਕੁਛ ਹੁੰਦਾ ਜੀ। ਬਿਲਕੁਲ ਜੀ, ਤੁਹਾਨੂੰ ਦੇਖੋ ਪ੍ਰਧਾਨ ਬਣਾਇਆ, ਸਾਰਾ ਕੁਛ ਕੀਤਾ, MLA ਬਣਾਇਆ, ਤੇ ਐਂ ਥੋੜਾ ਵੀ ਇੱਕ ਦਿਨ ਤੁਸੀਂ, ਬੜਾ ਕੁਛ ਹੁੰਦਾ ਪਾਰਟੀ ਨੇ ਅੱਗੇ ਪਿੱਛੇ ਵੀ ਬਹੁਤ ਕੁਛ ਕਰਨਾ ਹੁੰਦਾ। ਤੇ ਆਪਾਂ ਮੈਂ ਇੱਕ ਬੰਦਾ ਮੈਨੂੰ ਕਹਿੰਦਾ ਯਾਰ ਤੂੰ ਮੇਰੇ ਇੰਨਾ ਕਿਉਂ ਖਿੱਚਦਾ ਮੇਰੇ ਤੇ।
ਉਹ ਮੈਂ ਕਿਹਾ ਯਾਰ ਦੇਖੋ ਜਿਹਦੀ ਘੱਟੋ ਘੱਟ ਯਾਰ ਆਪਦੇ ਵਫਾਦਾਰੀ ਤਾਂ ਦਿਖਾਓ ਨਾ, ਜਿੰਨੀ ਦੇਰ ਹੋ ਉਨੀ ਦੇਰ ਤਾਂ ਵਫਾਦਾਰ ਰਹੋ, ਅੰਦਰ ਰਹਿ ਕੇ ਗਦਾਰੀ ਨਾ ਕਰੋ, ਬਾਹਰ ਦੁਸ਼ਮਣੀ ਕਮਾਓ, ਬਾਹਰ ਖੜੋ, ਲਲਕਾਰੇ ਮਾਰੋ, ਜੋ ਮਰਜ਼ੀ ਕਰੋ, ਤੇਰੇ ਨਾਲ ਖੜੇ ਆ, ਪਰ ਜੋ ਤੁਸੀਂ ਜਿਹਦੇ ਨਾਲ ਖੜੇ ਹੋ ਉਹਦੇ ਨਾਲ ਹੀ ਗਦਾਰੀ ਕਰੋ, ਇਹ ਗੱਲ ਮਾੜੀ ਆ। ਉੱਤੋਂ ਜੱਫੀਆਂ ਪਾਓ ਤੇ ਅੰਦਰ ਤੁਸੀਂ ਕੀ ਕਹਿੰਦੇ ਆ, ਗੱਲਾਂ ਤੁਹਾਡੀਆਂ ਹੋਰ ਹੋਣ। ਵੇਖੋ ਸਿੱਧੂ ਸਾਹਿਬ ਨੇ ਕੀ ਸਟੇਜ ਤੋਂ ਕਿਹਾ ਸੀ, ਹੂੰ ਉਹਨਾਂ ਕਿਹਾ ਵੀ ਸਾਡੇ ਕੋਲੇ 5000 ਪੋਸਟਾਂ ਇਹੋ ਜਿਹੀਆਂ ਸੀ, 5000 ਜਿਹੜੇ ਪੰਜਾਬ ਦੇ ਵਰਕਰ ਜਿਹੜੇ ਐਡਜਸਟ ਕਰ ਸਕਦੇ ਆ ਹੂੰ ਆਪਣੀ ਪਾਰਟੀ ਦੇ ਵਿੱਚ ਜਾਂ ਸਰਕਾਰ ਦੇ ਵਿੱਚ। ਜੀ ਤੇ ਜੇ 5000 ਐਡਜਸਟ ਕਰ ਦਿੰਦੇ ਫਿਰ ਹਰਾਊ ਕੌਣ ਉਹਨਾਂ ਨੂੰ? ਹੂੰ ਇਹ ਤਾਂ ਵਰਕਰ ਜਿਹੜਾ ਭੱਜ ਕੇ ਕੰਮ ਕਰੂਗਾ, ਵੋਟਾਂ ਪਾਊਗੇ ਆਪਣੀ। ਹਾਂਜੀ ਗੱਲ ਇਸ ਵੇਲੇ ਉਹ ਜਿਹੜਾ ਵੋਟਾਂ ਕੱਢ ਗਿਆ ਰਹਿ ਗਿਆ, ਗੱਲ ਤਾਂ ਉਹੀ ਹੁੰਦੀ ਹੈ। ਹਾਂ ਇਸ ਕਰਕੇ ਅਸ਼ੋਕ ਤੰਵਰ ਨੂੰ ਜੇ ਤੈਨੂੰ ਭਾਈ ਮੁੱਖ ਮੰਤਰੀ ਦਾ ਉਮੀਦਵਾਰ ਨਹੀਂ ਬਣਾਇਆ ਤੇ ਤੈਨੂੰ ਕੱਲ ਨੂੰ ਕੇਂਦਰ ਸਰਕਾਰ ਬਣੀ ਤੂੰ ਫਿਰ ਮੰਤਰੀ ਬਣ ਜਾਣਾ ਛੋਟੇ ਬੇਟਾ। ਜੀ ਜੀ ਬਿਲਕੁਲ। ਤੇ ਪਰ ਗੱਲ ਉਹੀ ਆ ਗਈ ਨਾ ਜੀ, ਪਰ ਦੂਜੇ ਪਾਸਿਓਂ ਵੀ ਹੈ। ਤੇ ਹੁਣ ਆਪਾਂ ਗੱਲ ਕਰੀਏ ਤਾਂ ਕਾਂਗਰਸ ਦੀ, ਆਪਾਂ ਇਹਨਾਂ ਦੀ ਗੱਲ, ਕਾਂਗਰਸ ਦੀ ਗੱਲ ਕਰਕੇ ਕਹਿੰਦੇ ਮੋਗੇ ਕਹਿੰਦੇ ਇਹਨਾਂ ਨੇ ਰੈਲੀ ਕਰਨੀ ਹੈ, ਕਹਿੰਦੇ ਇਕੱਠੇ ਹੋਵਾਂਗੇ। ਵਿੱਚ ਉਹਦੀ ਚਰਚਾ ਹੋ ਰਹੀ ਹੈ, ਕਹਿੰਦੇ ਉਹ ਜਿਹੜੇ ਧਰਮ ਪਰਿਵਰਤਨ ਵਾਲੇ ਬੰਦਿਆਂ ਦੇ ਉਹਨਾਂ ਦੇ ਵੀ ਕੋਈ ਇਕੱਠ ਕੁੱਠਾ, ਉਹਦਾ ਵੀ ਕਾਫੀ ਸੋਸ਼ਲ ਮੀਡੀਆ ਤੇ ਤੁਰਿਆ ਫਿਰਦਾ। ਉਹ ਜਿਹੜੇ ਹਿਲੀਅਲ ਆਪਣੇ ਹਾਂਜੀ ਹਾਂ ਦੇਖੋ ਜਿਹੜੀ ਧਰਮ ਪਰਿਵਰਤਨ ਦੀ ਗੱਲ ਆ ਨਾ, ਉਹਨੂੰ ਤੁਸੀਂ ਰੋਕ ਨਹੀਂ ਸਕਦੇ ਜੀ, ਉਹ ਜਿਹਨੇ ਕਰਨਾ ਕਰ ਹੀ ਲੈਣਾ। ਕਿਉਂ ਅੱਜ ਕੱਲ ਅਸੀਂ ਲਾਲਚੀ ਲੋਕ ਆ, ਜਿਸ ਪਾਸੇ ਤੁਹਾਨੂੰ ਕੁਝ ਮਿਲਦਾ ਸੋ ਤੁਰ ਪੈਂਦੇ। ਹੁਣ ਅਸ਼ੋਕ ਤੰਵਰ ਦੀ ਲੈ ਲਓ ਤੁਸੀਂ, ਕਰ ਲਓ, ਇਹ ਵੀ ਧਰਮ ਪਰਿਵਰਤਨ ਵਾਲੀ ਗੱਲ ਇੱਕ। ਇਸੇ ਕਰਕੇ ਉਹਦੀ ਗੱਲ ਇੱਕ ਜਿਹੜੀ ਮੋਗੇ ਦੇ ਵਿੱਚ ਨਾ 3 ਆਗੂ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ, ਚੰਨੀ ਸਾਹਿਬ ਤੇ ਸਿੱਧੂ ਸਾਹਿਬ, ਇਹ ਤਿੰਨੇ ਇਕੱਠੇ ਹੋਏ ਆ ਤੇ ਤਿੰਨਾਂ ਦੀ ਆਪਸ ਵਿੱਚ ਜਿਹੜੀ ਆ ਉਹ ਰਾਛੀ ਨਹੀਂ ਮਿਲਦੀ, ਵੱਖਰੇ ਤੁਰੇ ਫਿਰਦੇ। ਸਟੇਜ ਤੇ ਵੀ ਬੈਠੇ ਇੰਦਰਾ ਵਾਲੇ ਫਰਕ ਪਾਏ ਹੁੰਦੇ ਆ ਜੀ। ਇਸ ਕਰਕੇ ਤਿੰਨੇ ਜੇ ਮੋਗੇ 'ਚ ਇਕੱਠੇ ਹੁੰਦੇ ਤੇ ਕੱਲ ਮੋਗੇ 'ਚ ਕੀ ਗੁੱਲ ਖੁਲਾਉਣਗੇ ਸਿੱਧੂ ਸਾਹਿਬ, ਇਹ ਪਤਾ ਕੋਈ ਨਹੀਂ। ਕਿਉਂ ਮੁੱਖ ਮੰਤਰੀ ਨੇ ਕੋਈ ਨਾ ਕੋਈ ਅਨਾਊਂਸਮੈਂਟ ਕਰਨੀ ਹੈ। ਗੱਲ ਇਹ ਨਹੀਂ ਹੁੰਦੀ, ਗੱਲ ਸਿਰਫ ਇਹ ਹੁੰਦੀ ਵੀ ਅਨਾਊਂਸਮੈਂਟ ਕੀਤੀ ਹੈ ਤੇ ਮੁੱਖ ਮੰਤਰੀ ਉਹਨੂੰ ਇੰਪਲੀਮੈਂਟ ਕਰੇ। ਸਿੱਧੂ ਸਾਹਿਬ ਦੀ ਗੱਲ ਤੇ ਠੀਕ ਆ, ਜਦੋਂ ਕਰਦੇ ਪੈਸੇ ਕਿੱਥੋਂ ਆਉਣਗੇ ਜੀ? ਪੰਜਾਬ ਦੇ ਵਿੱਚ ਇੱਕ ਮੁੱਖ ਮੰਤਰੀ ਸਾਡਾ ਖਜ਼ਾਨਾ ਮੰਤਰੀ ਰਿਹਾ, ਅਕਾਲੀਆਂ ਵਾਲੀ ਖਜ਼ਾਨਾ ਮੰਤਰੀ, ਕਾਂਗਰਸ ਵਾਲੀ ਖਜ਼ਾਨਾ ਮੰਤਰੀ, 15 ਸਾਲਾਂ ਤੋਂ ਖਜ਼ਾਨਾ ਮੰਤਰੀ ਗਿਣ ਲਓ ਆਪਣੇ, ਵਿਚਲੇ 2-4 ਸਾਲ ਛੱਡ ਦਿਓ। ਲੇਕਿਨ ਉਹਦਾ ਇੱਕੋ ਹੀ ਕੰਮ ਹੁੰਦਾ ਸੀ, ਇਹੋ ਹੀ ਲੋਕਾਂ ਨੂੰ ਦੱਸਣਾ ਖਜ਼ਾਨਾ ਖਾਲੀ, ਬਾਕੀ ਕੋਈ ਕੰਮ ਨਹੀਂ ਹੈ। ਹੁਣ ਜਦੋਂ ਚੰਨੀ ਸਾਹਿਬ ਆਏ, ਨਹੀਂ ਵੀ ਖਜ਼ਾਨਾ ਕੋਈ ਖਾਲੀ ਨਹੀਂ, ਖਜ਼ਾਨਾ ਭਰਿਆ ਸਾਡਾ, ਡੱਟਿਆ ਹੋਇਆ, ਨੱਕੋ ਨੱਕ ਹੈ। ਫਿਰ ਉਹਨਾਂ ਨੂੰ ਕੋਈ ਗੱਲ ਨਹੀਂ ਆਈ ਦਵਾਈ ਦਿੱਤੀ ਵੀ ਹੈ, ਜੇ ਮਾਫੀਆਂ ਦਿੱਤੀਆਂ ਤੇ ਆਖਰ ਖਜ਼ਾਨੇ ਚ ਦਿੱਤੀਆਂ ਨਾ, ਪੈਸੇ ਤੇ ਖਜ਼ਾਨੇ ਚ ਹੋਣੇ ਨੇ, ਕਿਤੇ ਹੋਰ ਬਾਹਰ ਹੋਣੇ ਨਹੀਂ ਕਿਤੇ। ਬਿਲਕੁਲ। ਜੇ ਅੱਜ ਵੀ ਤੁਸੀਂ ਸਾਰੀ ਰੇਤ ਮਾਫੀਆ ਦੀ, ਟਰਾਂਸਪੋਰਟ ਮਾਫੀਆ ਦੀ, ਕੇਬਲ ਮਾਫੀਆ ਦੀ ਸਾਰੀ ਲੁੱਟ ਮਾਰ ਬੰਦ ਕਰ ਦਿਓ ਤੇ ਪੰਜਾਬ 'ਚ ਕਿਸੇ ਗੱਲ ਦਾ ਘਾਟਾ ਨਹੀਂ ਹੈ। ਖੰਭਿਆਂ ਦੇ ਜੀ, ਇੱਕ ਖੰਭੇ ਦੀ ਤਾਰ ਦਾ ਪੈਸੇ ਲੈ ਲਓ, ਕਿੰਨੇ ਰੁਪਏ ਬਣ ਜੇ? ਤੇ 10 ਰੁਪਏ ਮਹੀਨੇ ਦੇ ਸਮਝ ਲਓ ਵੀ 10 ਰੁਪਏ ਵੀ ਇੱਕ ਖੰਭੇ ਦੇ ਲਓ ਤੁਸੀਂ, ਹੈ ਜੀ। 4 ਤਾਰਾਂ ਟੰਗੀਆਂ, ਇੱਕ ਖੰਭਾ 40 ਰੁਪਏ ਮਹੀਨਾ ਦੇ ਸਕਦਾ। ਤੇ ਦੇਖ ਲਓ ਸ਼ਹਿਰਾਂ ਦੇ ਵਿੱਚ ਕਿੰਨੇ ਖੰਭੇ ਆ। ਬਿਲਕੁਲ ਜੀ, ਇੰਨਾ ਹੀ ਕਰ ਲਓ, ਬਾਕੀ ਤਾਂ ਦੂਰ ਦੀਆਂ ਗੱਲਾਂ ਹੈ ਜੀ। ਕਿਉਂਕਿ ਖੰਭਿਆਂ ਦੇ ਉੱਤੇ ਤਾਰਾਂ ਲਮਕਾਈ ਜਾਂਦੇ ਆ, ਨਵੀਂ ਪਾਈ ਜਾਂਦੇ ਆ, ਉਹ ਟੁੱਟੀ ਜਾਂਦੇ ਆ, ਪਤਾ ਨਹੀਂ ਉਹ ਖੰਭਿਆਂ ਦੀਆਂ, ਇਹਨਾਂ ਦੀਆਂ ਤਾਰਾਂ ਦਾ ਭਾਰ ਵੱਧਦਾ, ਫਿਰ ਤੋੜ ਭੰਨ ਕਰਦੇ ਆ। ਉਹੀ ਹੈ ਹੁਣ ਦੇਖੋ, ਇਹੀ ਕੇਬਲ ਵਾਲੇ ਜਦੋਂ ਚੈਨਲ ਬੰਦ ਕਰਦੇ ਸੀਗੇ ਅਕਾਲੀ ਸਰਕਾਰ ਵੇਲੇ, ਕਿੰਨੇ ਬੰਦੇ ਬੇਰੁਜ਼ਗਾਰ ਕੀਤੇ ਇਹਨਾਂ ਨੇ। ਪਰਲ ਚੈਨਲ ਸ਼ੁਰੂ ਹੋਇਆ, 350-400 ਜਵਾਕ ਜਿਹੜਾ ਉੱਥੋਂ ਬੇਰੁਜ਼ਗਾਰ ਕੀਤਾ। ABP ਸਾਂਝੇ ਦੇ ਬੱਚੇ ਬੇਰੁਜ਼ਗਾਰ ਕੀਤੇ, ਡੇ ਐਂਡ ਨਾਈਟ ਦੇ ਬੱਚੇ ਜਿਹੜੇ ਪੱਤਰਕਾਰ ਬੇਰੁਜ਼ਗਾਰ ਕੀਤੇ। ਤੇ ਹੁਣ ਚੰਨੀ ਸਾਹਿਬ ਨੇ 100 ਰੁਪਇਆ ਕਹਿਤਾ ਤੇ ਡਾਟ ਨਿਕਲਿਆ ਪਿਆ, ਉੱਥੇ ਪਹੁੰਚੇ ਖੜੇ ਆ ਚੰਡੀਗੜ੍ਹ ਪ੍ਰੈਸ ਕਲੱਬ 'ਚ, ਹੈ। ਹਾਂ, ਉਹ ਕਿਉਂ ਤੁਸੀਂ ਉਦੋਂ ਪਲੱਗ ਤਾਂ ਤੁਸੀਂ ਕੱਢੇ ਸੀ, ਉਹ ਹੋਰ ਤਾਂ ਕਿਸੇ ਨੇ ਨਹੀਂ ਕੱਢੇ। ਤੁਸੀਂ ਕਹਿੰਦੇ ਜੀ ਅਸੀਂ ਚਲਾਵਾਂਗੇ, ਅਸੀਂ ਤਾਂ ਨਾਲ ਖੜੇ ਆ ਜੀ, ਹੈ। ਉਦੋਂ ਤੁਸੀਂ ਕਹਿੰਦੇ ਵੀ ਜਿਵੇਂ ਇਹ ਕਹਿਣਗੇ ਜੀ ਅਸੀਂ ਤਾਂ ਉਹੀ ਚੈਨਲ ਚਲਾਵਾਂਗੇ, ਹੈ। ਤੇ ਨਾਲੇ ਚੈਨਲ ਚਲਾਉਣ ਦੇ ਕਰੋੜਾਂ ਰੁਪਈਏ ਲੈਂਦੇ ਆ ਜੀ, ਇਹ ਨਹੀਂ ਗਾ ਵੀ ਉਹ ਮੁਫਤ ਹੈ। ਇਹ ਤਾਂ ਕਹਿੰਦੇ ਅਸੀਂ ਫੀਸਾਂ ਭਰਦੇ ਹਾਂ ਜੀ ਉਹਨਾਂ ਨੂੰ। ਪਰ ਜਿਹੜਾ ਚੈਨਲ ਤੁਸੀਂ ਅੱਜ ਪਾਉਣਾ ਹੈ, ਕੇਬਲ ਦੇ ਉੱਤੇ ਪਾਉਣਾ ਹੈ, 2 ਕਰੋੜ ਰੁਪਈਆ ਸਾਲ ਦੀ ਫੀਸ ਹੈ। ਬਿਲਕੁਲ ਜੀ, ਬਿਲਕੁਲ। ਹਾਂ, ਉਹਦਾ ਹਿਸਾਬ ਕਿਤਾਬ ਹੀ ਕੋਈ ਨਹੀਂ, ਕੋਈ ਹਿਸਾਬ ਕਿਤਾਬ ਨਹੀਂ। ਆ ਡੱਬੇ ਆ ਜਿਹੜੇ, ਆ ਡੱਬੇ ਕਹਿਣਗੇ ਅਸੀਂ ਕਿਰਾਇਆ ਜੀ ਸਾਡਾ, ਇਹਦਾ ਬਿੱਲ ਨਹੀਂ ਕੱਟਦੇ, ਨਾਲੇ ਤੁਹਾਡੇ ਤੋਂ 700-800 ਰੁਪਈਆ ਲੈ ਜਾਂਦੇ ਆ ਡੱਬਾ ਜਿਹੜਾ ਸੈਟਅਪ ਬਾਕਸ ਲਾਉਂਦੇ ਆ। ਮੁੜ ਕੇ ਨਵਾਂ ਕਨੈਕਸ਼ਨ ਲਾਉਣਾ, ਫਿਰ 700-800 ਲਾਓ।
ਬਿਲਕੁਲ ਬਿਲਕੁਲ ਇਹ ਕਹਿੰਦੇ ਤੇ ਜੀ ਅਸੀਂ ਤਾਂ ਕਿਰਾਇਆ ਹੈ, ਇਹਦਾ ਵੀ ਉਹ ਖਾਈ ਜਾਂਦੇ ਨੇ ਆਪਣਾ ਕੀ ਕਹਿੰਦੇ ਆ ਐਕਸਾਈਜ਼ ਹਾਂਜੀ ਵੀ ਅਸੀਂ ਤਾਂ ਜੀ ਇਹ ਫ੍ਰੀ ਆਫ ਕਾਸਟ ਦਿੰਦੇ ਆ, ਇਹ ਤਾਂ ਕੋਈ ਉਹ ਨਹੀਂ ਕਰਦੇਗੇ, ਅਸੀਂ ਤਾਂ ਆਪਦਾ ਸੈਟਅਪ ਬਾਕਸ ਦਿੰਦੇ ਆ, ਪਰ ਅਸਲ ਦੇ ਵਿੱਚ ਪੈਸੇ ਲੈਂਦੇ ਆ। ਇਹ ਵੀ ਇੱਕ ਬਹੁਤ ਵੱਡਾ ਸਕੈਂਡਲ ਹੈ। ਸਕੈਂਡਲ ਕੋਈ ਸ਼ੱਕ ਵਾਲੀ ਗੱਲ ਚਲੋ ਦੇਖੋ ਜੀ ਕੱਲ ਹੁਣ ਸਿੱਧੇ ਤਿੰਨੇ ਜਿਹੜੇ ਸਾਡੇ ਮਾਰਤੀ ਇਕੱਠੇ ਹੋਣਗੇ ਕੀ ਗੁੱਲ ਖਲਾਉਂਦੇ ਆ ਵੋਟਾਂ ਜੋੜ ਕੇ ਕਿ ਤੋੜ ਕੇ ਹੁੰਦੇ ਇਹ ਕੱਲ ਹੀ ਦੱਸਣਗੇ। ਪਰ ਸਿੱਧੂ ਸਾਹਿਬ ਆਪਣੀ ਆਈ ਤੋਂ ਬਾਜ ਨਹੀਂ ਹੋਣਗੇ, ਕੋਈ ਨਾ ਕੋਈ ਜ਼ਰੂਰ ਇਹੋ ਜਿਹੀ ਗੱਲ ਕਰ ਜਾਣਗੇ ਜਿਹਦੇ ਨਾਲ ਕੋਈ ਨਾ ਕੋਈ ਲੋਕਾਂ ਦੇ ਵਿੱਚ ਨਵੀਂ ਚਰਚਾ ਸੀ। ਜੀ 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 ਤੇ ਪੱਟੀ ਸਾਹਿਬ ਅੱਜ ਆਪਾਂ ਫੇਸਬੁੱਕ ਤੇ ਵੀ ਲਾਈਵ ਕੀਤਾ, ਰੇਡੀਓ ਪੰਜਾਬ ਟੂਡੇ ਦੇ ਪੇਜ ਤੇ ਕਈ ਵੀਰ ਜੁੜੇ ਨੇ। ਕੱਲ ਨੂੰ ਕੋਸ਼ਿਸ਼ ਕਰਿਆ ਕਰਾਂਗੇ ਵੀ ਆਪਾਂ ਹਰ ਰੋਜ਼ ਹੀ ਨੂੰ ਲਾਈਵ ਕਰਦਿਆ ਕਰੀਏ ਫੇਸਬੁੱਕ ਪੇਜ ਦੇ ਉੱਤੇ ਵੀ। ਤੇ ਆਪਾਂ ਹੁਣ ਅਗਲੀ ਖਬਰ ਹੈ ਜਿਹੜੀ ਉਹਦੇ ਉੱਤੇ ਗੱਲ ਕਰੀਏ। ਅੰਮ੍ਰਿਤਸਰ ਦੇ ਵਿੱਚ ਨੌਜਵਾਨਾਂ ਤੋਂ 2 ਹੈਂਡ ਗ੍ਰੇਡ ਮਿਲਦੇ ਨੇ, ਪਿਸਤੌਲ ਮਿਲਦਾ। ਉਧਰ ਗ੍ਰਹਿ ਮੰਤਰੀ ਤੇ ਸਾਡੇ DGP ਇੱਕ ਸ਼ਹਿਰ ਦੇ ਵਿੱਚ ਆਉਂਦੇ ਤੇ ਉੱਥੇ ਗੋਲੀਆਂ ਚਲਾ ਕੇ ਲੋਕ ਭੱਜ ਜਾਂਦੇ ਨੇ। ਦੇਖੋ ਜੀ 2 ਘਟਨਾਵਾਂ ਨੇ। ਲਾਓ ਸਾਡਾ ਦੇਖੋ ਅੱਜ ਬਕਾਇਦਾ ਤੌਰ ਤੇ ਜਿਹੜੀ ਸਾਡੀ ਹੈਗੀ ਆ ਜੀ ਸਪੈਸ਼ਲ ਜਿਹੜੀ ਸਪੈਸ਼ਲ ਪੰਜਾਬ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਜੀ ਜੀ ਉਹਨਾਂ ਨੇ ਤਰਨਤਾਰਨ ਤੋਂ ਇੱਕ ਰਣਜੀਤ ਸਿੰਘ ਨਾਂ ਦਾ ਨੌਜਵਾਨ ਗ੍ਰਿਫਤਾਰ ਕੀਤਾ। ਉਹਨਾਂ ਨੇ ਦਾਅਵਾ ਕੀਤਾ ਵੀ ਉਹਦੇ ਕੋਲੋਂ 2 ਪਿਸਤੌਲ ਬਰਾਮਦ ਕੀਤੇ ਜੀ। ਜਦੋਂ ਪੁੱਛਗਿੱਛ ਕੀਤੀ ਤਾਂ ਉਹਨੇ ਕਿਹਾ ਮੇਰੇ ਕੋਲ 2 ਹੈਂਡ ਗ੍ਰੇਨੇਡ ਨੇ, ਉਹ ਵੀ ਬਰਾਮਦ ਕਰ ਲਏ। ਦੂਜੇ ਪਾਸੇ ਗੱਲ ਕਰਦੇ ਆ ਕਿ ਜਿਹੜੀ ਆਈਡੀ ਆ ਉਹਨਾਂ ਨੇ ਬਕਾਇਦਾ ਤੌਰ ਤੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੇ RS ਦੀਆਂ ਛਾਕਾਂ ਲੱਗਦੀਆਂ ਉਹਨਾਂ ਤੇ ਕਿਸੇ ਵੇਲੇ ਕੋਈ ਹਮਲਾ ਹੋ ਸਕਦਾ। ਇਲੈਕਸ਼ਨ ਨੇੜੇ ਹੈ ਨਾ ਜੀ ਫਿਰ। ਜੀ 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 ਤੀਜੇ ਪਾਸੇ ਕੱਲ ਜਦੋਂ ਇੱਥੇ ਬਕਾਇਦਾ ਤੌਰ ਤੇ DGP ਅੰਮ੍ਰਿਤਸਰ ਦੇ ਵਿੱਚ ਸੀਗਾ, ਜਿਹੜਾ ਸਾਡੀ ਹੋਮ ਮਿਨਿਸਟਰ ਸੀ ਅੰਮ੍ਰਿਤਸਰ ਦੇ ਵਿੱਚ ਸੀ, ਉਦੋਂ ਸ਼ਰੇਆਮ ਗੋਲੀ ਚਲਾ ਕੇ ਬੰਦਾ ਨੌਜਵਾਨ ਭੱਜ ਗਿਆ। ਦੱਸੋ ਕੀ ਸਿਕਿਉਰਿਟੀ ਹੈ? ਕੱਲ ਕੀ ਰਹੇ ਹੋ ਤੁਸੀਂ? ਦੂਜੇ ਪਾਸੇ ਚੁੱਪ ਕਰਕੇ ਪੋਲੇ ਜੇ ਕਹਿ ਜਾਂਦੇ ਨੇ ਸਾਡੇ ਰੰਧਾਵਾ ਸਾਹਿਬ ਦੇਖੋ ਜੀ ਅਸੀਂ ਜਿਹੜੀ ਹੈ ਨਾਈਟ ਜਿਹੜੀ ਹੈ ਫਿਰ ਪੈਟਰੋਲਿੰਗ ਸ਼ੁਰੂ ਕਰ ਰਹੇ ਹਾਂ। ਪਹਿਲਾਂ ਬੰਦ ਕਿਉਂ ਕੀਤੀ? ਚਲੋ ਸ਼ੁਰੂ ਕਰ ਰਹੇ ਹੋ ਤੁਸੀਂ। ਉਹ ਤੇਲ ਹੈ ਨੀ ਜੀ ਨਹੀਂ ਸਭ ਕੁਛ ਹੈਗਾ ਜੀ, ਤੇਲ ਕਿਉਂ ਨਹੀਂ ਹੈਗਾ? ਤੇਲ ਤੇ ਇਹਨਾਂ ਦੇ ਘਰੇ ਚੱਲ ਜਾਂਦਾ। ਪਰ ਗੱਲ ਇਹ ਨਾ ਰੌਲਾ ਤੇ ਆ ਵੀ ਖੜੀਆਂ ਗੱਡੀਆਂ 'ਚ ਤੇਲ ਜ਼ਰੂਰ ਪੈ ਜਾਂਦਾ। ਆ PAP ਦਾ ਤੇ ਹੋਰ ਜਿਹੜੀਆਂ ਬਟਾਲੀਅਨ IRB ਇਹਨਾਂ ਦੇ ਵਿੱਚ ਬਹੁਤ ਵੱਡੇ ਸਕੈਂਡਲ ਹੁੰਦੇ ਆ। ਇਹਨਾਂ ਦੀਆਂ ਗੱਡੀਆਂ ਚੱਲਦੀਆਂ ਨੇ, ਕੰਮ ਤਾਂ ਤੁਸੀਂ ਸਿਆਣੋ। PAP ਦੀਆਂ ਕਿਹੜੀਆਂ ਗੱਡੀਆਂ ਚੱਲਦੀਆਂ ਜਾਂ IRB ਦੀਆਂ ਕਿਹੜੀਆਂ ਗੱਡੀਆਂ ਚੱਲਦੀਆਂ? ਇਹ ਕਿਹੜਾ ਦੂਜੀ ਹਾਂ ਪੌਣੇ 5 ਸਾਲ ਤੱਕ ਤੁਸੀਂ ਜਿਹੜੇ ਬਾਬਾ ਸਾਹਿਬ ਕਹਿੰਦੇ ਰਹੇ ਕਿ ਅਸੀਂ ਜੈਮਰ ਲਾ ਕੇ ਤੇ ਜਿਹੜੀ ਜਿਹਨਾਂ ਦੇ ਵਿੱਚ ਜਿਹੜੀ ਮੋਬਾਈਲ ਸਿਸਟਮ ਬੰਦ ਕਰਾਂਗੇ। ਨਾਲੇ ਮਹਿਕਮਾ ਤੁਹਾਡੇ ਕੋਲੇ ਸੀ ਮਹਿਕਮਾ। ਹੁਣ ਫਿਰ ਤੁਸੀਂ ਕਹਿੰਦੇ ਜੈਮਰ ਸਿਸਟਮ ਲਾਵਾਂਗੇ, ਪੌਣੇ 5 ਸਾਲ ਬਾਅਦ ਫਿਰ ਕਹਿੰਦੇ ਕਦੋਂ ਲੱਗਣਗੇ ਜੀ ਜੈਮਰ ਸਿਸਟਮ? ਹੁਣ ਤਾਂ ਤੁਹਾਡੀ ਜਾਨ ਦੀ ਤਿਆਰੀ, ਹੁਣ ਤਾਂ ਬੰਦਾ ਸੁਣਨਾ ਕਹਿੰਦੇ ਇਸ ਵੇਲੇ। ਹਾਂਜੀ ਇਸੇ ਕਰਕੇ ਬਕਾਇਦਾ ਤੌਰ ਤੇ ਚਾਹੀਦਾ ਸੀ ਚੰਨੀ ਸਾਹਿਬ ਨੂੰ ਚਾਹੀਦਾ ਸੀ ਪੂਰੀ ਦੀ ਪੂਰੀ ਕੈਬਨਿਟ ਬਦਲ ਦਿੰਦੇ ਤੇ ਮਾੜਾ ਮੋਟਾ ਕੁਛ ਸੌਰ ਜਾਂਦਾ ਜੀ। ਅੱਜ ਦੀ ਡੇਟ ਵਿੱਚ 3 ਮੰਤਰੀ ਜਿਹੜੇ ਹੈਗੇ ਆ ਡਾਕਟਰ ਰਾਜਕੁਮਾਰ ਵੇਰਕਾ, ਪ੍ਰਗਟ ਸਿੰਘ ਤੇ ਰਾਜਾ ਬਣੇ। 3 ਬੰਦੇ ਕੰਮ ਕਰਕੇ ਬਾਅਦ ਜਿਹਦੇ ਕੋਈ ਕੰਮ ਕਰਦਾ ਹੋਵੇ। ਬਾਕੀ ਤਾਂ ਉਸਨੇ ਘੂਕ ਸੁੱਤੇ ਨੇ ਜਿੱਦਾਂ ਕੈਪਟਨ ਸਾਹਿਬ ਸਾਨੂੰ ਸੁੱਤੇ ਸੀ। ਇਸੇ ਕਰਕੇ ਜਿਹੜੀ ਪੰਜਾਬ ਦੇ ਵਿੱਚ ਐਸੇ ਹਾਲਾਤ ਤੁਸੀਂ ਪਠਾਨਕੋਟ ਦਾ ਲੈ ਲਓ। ਹਾਂਜੀ ਬਿਲਕੁਲ ਪਠਾਨਕੋਟ ਦਾ ਗ੍ਰਨੇਡ ਹਮਲਾ ਹੋਇਆ ਵਾ। ਜਿਹੜਾ ਪਠਾਨਕੋਟ ਆ ਜੀ ਸਾਡੀ ਏਸ਼ੀਆ ਦਾ ਜਿਹੜਾ ਸਭ ਤੋਂ ਵੱਡੀ ਛਾਉਣੀ ਹੈ। ਬਿਲਕੁਲ ਜੀ ਏਸ਼ੀਆ ਦੀ ਤਾਂ ਬਠਿੰਡਾ ਵੱਡੀ ਹੈ ਜੀ, ਪਰ ਉਹ ਇੰਪੋਰਟੈਂਟ ਬਹੁਤ ਹੈ। ਮੇਰੇ ਕੋਲ ਜੋ ਅਖਬਾਰ ਲਿਖਿਆ ਮੈਂ ਉਹ ਗੱਲ ਕਰ ਰਿਹਾ। ਹਾਂਜੀ ਹਾਂਜੀ ਪਰ ਨਹੀਂ ਬਠਿੰਡਾ ਵੱਡੀ ਹੈ। ਮੈਂ ਕਰੈਕਟ ਸੰਪਾਦਕੀ ਲਿਖੀ ਹੈ। ਚਲੋ ਮੈਂ ਇਹਨੂੰ ਚਲੋ ਉਹਨਾਂ ਨੇ ਗਲਤ ਲਿਖ ਸਕਦੇ, ਆਪਾਂ ਇਹਨੂੰ ਕਰੈਕਟ ਵੀ ਕਰ ਸਕਦੇ। ਜੋ ਵੀ ਹੈ ਜੋ ਵੀ ਉਹਨਾਂ ਲਿਖਿਆ ਵੀ ਇੱਥੇ ਸਭ ਤੋਂ ਵੱਡੀ ਛਾਉਣੀ ਮੋਮਨ ਕੈਂਟ ਜਿਹੜੀ ਇਹ ਹੋ ਚੁੱਕੀ ਹੈ। ਤੇ ਇਹਦੇ ਲਾਗੇ ਜੇ ਕਿਤੇ ਤੁਸੀਂ ਬਕਾਇਦਾ ਤੌਰ ਤੇ ਜਿਹੜੇ 2 ਨੌਜਵਾਨ ਆਉਂਦੇ ਆ ਤੇ ਉਹ ਬੰਬ ਸੁੱਟ ਕੇ ਜਾਂਦੇ ਆ, ਗ੍ਰਨੇਡ ਸੁੱਟ ਕੇ ਜਾਂਦੇ ਆ, ਤੇ ਆਉਣ ਵਾਲੇ ਸਮੇਂ 'ਚ ਕੀ ਹੋਊ ਜੀ? ਇਹਦੇ ਵਿੱਚ ਤੁਹਾਨੂੰ ਪਤਾ ਹੋਏਗਾ 21 ਨਵੰਬਰ ਜਿਹੜੀ ਸੀ ਇਹ ਜਿਹੜੀ 27 ਜੁਲਾਈ 2015 ਨੂੰ ਇੱਥੇ ਜਿਹੜਾ ਸੀ ਉਦੋਂ ਵੀ ਦੀਨਾ ਨਗਰ ਤੇ ਜਿਹੜਾ ਅੱਤਵਾਦੀ ਹਮਲਾ ਹੋਇਆ ਸੀ। ਬਿਲਕੁਲ ਜੀ ਬਿਲਕੁਲ। ਉਦੋਂ ਵੀ ਬਕਾਇਦਾ ਤੌਰ ਤੇ 3 ਉੱਥੇ ਜਿਹੜੇ ਸੀ ਅੱਤਵਾਦੀ ਪਾਕਿਸਤਾਨ ਤੋਂ ਉਹ ਮਾਰੇ ਗਏ। 2 ਜਨਵਰੀ 2016 ਜਿਹੜਾ ਪਠਾਨਕੋਟ ਦਾ 에ਅਰ ਫੋਰਸ ਸਟੇਸ਼ਨ ਉੱਥੇ ਵੀ ਘਟਨਾ ਵਾਪਰੀ। ਬਿਲਕੁਲ ਇਸੇ ਜਦੋਂ ਅੱਤਵਾਦੀ ਹਮਲਾ ਆਇਆ ਤੇ ਉਸ ਤੋਂ ਬਾਅਦ ਸਾਡੀ ਸਰਕਾਰ ਨੇ ਬਕਾਇਦਾ ਤੌਰ ਤੇ ਪਾਕਿਸਤਾਨ ਦੀ ਜਿਹੜੀ ਏਜੰਸੀ ਹੈਗੀ ISI ਉਹਦੇ ਬੰਦੇ ਬੁਲਾ ਕੇ ਵਿਖਾਇਆ ਜੀ ਇੱਥੇ ਲੈ ਦੱਸੋ। ਆਹ ਤਾਂ ਸਾਡੇ ਕੰਮ ਹੈ ਵੀ ਤੁਸੀਂ ਵੇਖ ਲਓ। ਫਿਰ ਅਸੀਂ ਦੋਸ਼ ਦੂਜਿਆਂ ਨੂੰ ਦਿੰਦੇ ਆ। ਬਿਲਕੁਲ 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 ਹਾਂ ਉਹ ਅੱਜ ਤੱਕ ਨਹੀਂ ਸੀ ਹੋਇਆ। ਹਾਂ ਜਿਹੜਾ ਹਮਲਾ ਆਇਆ 7 ਫੌਜੀ ਤੇ ਸ਼ਹੀਦ ਹੋਏ ਸੀਗੇ।
ਤੜਕੇ 3 ਵਜੇ ਹਮਲਾ ਸ਼ੁਰੂ ਹੋਇਆ ਸੀ। 65 ਘੰਟੇ ਲਗਾਤਾਰ ਬਕਾਇਦਾ ਤੌਰ ਤੇ ਹਮਲਾ ਚੱਲਿਆ। 65 ਘੰਟੇ ਬਾਅਦ ਜਾ ਕੇ ਜਿਹੜੇ ਸੀ ਅੱਤਵਾਦੀ ਤੇ ਮਾਰੇ ਗਏ ਸੀ ਤੇ ਫਿਰ ਜਾ ਕੇ ਕਿਤੇ ਕੁਛ ਹੋਇਆ। ਹੁਣ ਜਿਹੜਾ ਇਹ ਨਵਾਂ ਬੰਬ ਸੁੱਟ ਗਿਆ ਇਹ ਫਿਰ ਇੱਕ ਸੰਕੇਤ ਆ ਕਿ ਨਵੀਂ ਘਟਨਾ ਵਾਪਰ ਸਕਦੀ ਹੈ ਜੀ। ਲੇਕਿਨ ਸਾਡੇ ਹੁਣ ਇਸ ਜਿਹੜਾ ਸਟੇਸ਼ਨ ਸਾਡਾ ਹੈਗਾ 에ਅਰ ਫੋਰਸ ਸਟੇਸ਼ਨ ਜਿਹੜਾ ਹੈਗਾ ਵਾ, ਇੱਥੇ ਸਾਡੇ ਅਪਾਚੇ ਵਰਗੇ ਹੈਲੀਕਾਪਟਰ ਨੇ। ਇੱਥੇ ਹਵਾਈ ਫੌਜ ਦੇ ਆਪਣੇ ਜਿਹੜੇ ਨਵੀਨਤਮ ਜਹਾਜ਼ ਉਹ ਇੱਥੇ ਨੇ। ਵੱਡੀ ਗਿਣਤੀ ਚ ਗੋਲਾ ਬਾਰੂਦ ਡਿਪੂ ਆ ਬਿਲਕੁਲ ਬੜਾ। ਹਾਂ, ਇਹਦੀ ਇੰਪੋਰਟੈਂਸ ਬਹੁਤ ਹੈ। ਮੂਨ ਜਿਹੜੀ ਬਹੁਤ ਇੰਪੋਰਟੈਂਸ। ਹਾਂ, ਇਸ ਕਰਕੇ ਜੇ ਅਜੇ ਵੀ ਅਸੀਂ ਚੁੱਪ ਕਰਕੇ ਬੈਠੇ ਰਵਾਂਗੇ ਤੇ ਫਿਰ ਅਸੀਂ ਕਿਸੇ ਨੂੰ ਆਪ ਸੱਦਾ ਦੇਣ ਦੇ। ਇੱਕ ਪਾਸੇ ਤੁਸੀਂ ਕਹਿੰਦੇ ਵੀ ਪੰਜਾਬ ਦੇ ਵਿੱਚ ਇਹ ਖਤਰਾ ਹੈਗਾ, ਦੱਸਦੇ ਕਿ ਨਹੀਂ ਖਤਰਾ ਕਿੱਥੇ, ਜੇ ਪਤਾ ਹੈਗਾ ਬੰਦੇ ਫੜਦੇ ਕਿ ਨਹੀਂ। ਤੇ ਹੁਣ ਫਿਰ ਜਾ ਕੇ ਉੱਥੇ ਜਾ ਕੇ ਮੀਟਿੰਗ ਕਰ ਰਹੇ ਨੇ ਸਾਡੇ ਗ੍ਰਹਿ ਮੰਤਰੀ ਸਾਹਿਬ ਜੀ ਅਸੀਂ ਪੂਰਾ ਐਕਸ਼ਨ ਲਵਾਂਗੇ, ਪੂਰੀ ਕਾਰਵਾਈ ਕਰਾਂਗੇ। ਉਹ ਕੀ ਕਾਰਵਾਈ ਕਰਦੇ ਤੇ ਐਕਸ਼ਨ ਕੀ ਤੇ ਲੈਣਗੇ ਜੀ, ਗੱਲ ਤਾਂ ਇਹੀ ਹੈ। ਬਿਲਕੁਲ 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 ਹਾਂਜੀ, ਇਹ ਇੱਕ ਬਹੁਤ ਵੇਖਣ ਵਾਲੀ ਗੱਲ ਹੈ ਵੀ ਐਕਸ਼ਨ ਕੀਤੇ ਲੋ, ਗੱਲਾਂ ਨਾਲ ਐਕਸ਼ਨ ਨਹੀਂ ਨਾ ਹੁੰਦਾਗਾ। ਬਿਲਕੁਲ ਜੀ ਬਿਲਕੁਲ ਜੀ ਜੀ ਜੀ। ਤੇ ਕੈप्टन साहब दूजे पासे कहते कि जिनके घर शीशों के होते हैं वो दूसरों पे पत्थर नहीं फेंकते। ਕੈਪਟਨ ਸਾਹਿਬ ਤੁਹਾਡਾ ਜਿਹੜਾ ਸੁਸ਼ਮਾ ਫਾਰਮ ਆ ਉਹਨੂੰ ਲੱਗੇ ਸ਼ੀਸ਼ੇ ਸਾਰੇ ਤੇ ਤੁਸੀਂ ਕੋਈ ਪੱਤਰ ਪੂਗੇ ਕਿਤੇ ਦੀ। ਸੁਸ਼ਮਾ ਜਿਹੜਾ ਫਾਰਮ ਬਣਿਆ ਸ਼ੀਸ਼ਿਆਂ ਦਾ ਸਾਰਾ। ਬਿਲਕੁਲ ਜੀ, ਸ਼ੀਸ਼ ਮਹਿਲ ਹੈ। ਅੱਜ ਤੁਸੀਂ ਕਹਿੰਦੇ ਹੋ ਕਿ ਚੰਨੀ ਨੇ ਆਪਣੇ ਭਰਾ ਨੂੰ ਬਚਾਉਣ ਵਾਸਤੇ ਸਿਟੀ ਸਕੈਮ ਦੇ ਵਿੱਚੋਂ ਬਕਾਇਦਾ ਤੌਰ ਤੇ ਰਾਬਤਾ ਕੀਤਾ, ਅਕਾਲੀਆਂ ਨਾਲ ਰਾਬਤਾ ਕੀਤਾ। ਆਪ ਤੁਸੀਂ ਕਹਿੰਦੇ ਹੋ ਵੀ 13 ਮਹੀਨੇ ਮੈਂ ਬਕਾਇਦਾ ਤੌਰ 13 ਸਾਲ ਬਕਾਇਦਾ ਤੌਰ ਤੇ ਮੈਂ ਸਜ਼ਾ ਭੁਗਤੀ, ਮੇਰੇ ਤੇ ਪਰਚਾ ਦਰਜ ਹੋਇਆ ਤੇ ਮੈਂ ਭੁਗਤਿਆ। ਜੀ ਜੀ। ਉਦੋਂ ਤੁਹਾਨੂੰ ਚੇਤਾ ਨਾ ਆਇਆ ਵੀ ਇਹਦੀ ਜਾਰੀ ਨਾ ਜਾਰੀ ਕੰਮ ਸਕੈਮ ਚ ਆਪ ਵੀ ਸੀਗੇ ਨਾ ਫਿਰ। ਬਿਲਕੁਲ ਸਕੈਮ ਚ ਆਪ ਸੀਗੇ। ਹੁਣ ਜੇ 5 ਸਾਲ ਪੌਣੇ 4.5 ਸਾਲ ਤੁਹਾਡੀ ਪੂਰੀ ਜਾਰੀ ਰਹੀ ਹੈ, ਤੁਸੀਂ ਇੱਕ ਵੀ ਕੰਮ ਉਹਦੀ ਕੀਤਾ ਜਿਹੜੇ ਵਾਅਦੇ ਕੀਤੇ ਸੀ ਬਕਾਇਦਾ ਤੌਰ ਤੇ ਵੀ ਅਸੀਂ ਬੇਅਦਬੀ ਦਾ ਇਨਸਾਫ ਦਿਆਂਗੇ ਜੀ। ਡਰੱਗ ਦੇ ਵੱਡੇ ਵੱਡੇ ਫੜ ਕੇ ਅੰਦਰ ਬੰਦਰ ਕਰਾਂਗੇ ਜਿਹੜੇ ਸਮਗਲਰ ਹੈਗੇ। ਤੁਸੀਂ ਆਪ ਤੇ ਕੁਛ ਕੀਤਾ ਨਹੀਂ, ਆਪਣੀ ਜਾਰੀ ਦੱਸੋ ਤੁਹਾਡੇ ਕਿੱਥੇ ਆ। ਤੁਸੀਂ ਸਿਰਫ ਇੰਨੀ ਗੱਲ ਕਹਿੰਦੇ ਕਿ ਚੰਨੀ ਨੂੰ ਕਹਿੰਦੇ ਵੀ ਜਿਨ੍ਹਾਂ ਦੇ ਘਰ ਸ਼ੀਸ਼ੇ ਦੇ ਹੁੰਦੇ ਦੂਜਿਆਂ ਦੇ ਘਰ ਦੇ ਪੱਥਰ ਦੇ ਫਿਰ ਹੁੰਦੇ। ਉਹਨੇ ਤੇ ਆਪਣੇ ਇੱਕ ਭਰਾ ਨੂੰ ਬਚਾਉਣ ਵਾਸਤੇ ਕੀਤਾ, ਉਹ ਤੁਸੀਂ ਕਿਹਨੂੰ ਬਚਾਉਣ ਵਾਸਤੇ ਕੀਤਾ ਦੱਸ ਦਿਓ ਨਾ। ਇਹ ਆਪਣੇ ਆਪ ਨੂੰ ਬਚਾਉਂਦੇ ਫਿਰਦੇ ਹੋਣੇ। ਜਿਹੜੀ ਤੁਸੀਂ ਆਪਣੀ ਜਿਹੜੀ ਆਪਣਾ ਤਾਂ ਕੇਸ ਵਾਪਸ ਲੈ ਕੇ ਜਾਣ ਲੱਗਿਆ ਉਹਨਾਂ ਨੇ ਇਹਨਾਂ ਦਾ। ਉਹ ਤੇ ਬਾਅਦ ਵਿੱਚ ਟੀਚਾ ਪਾਤਾ ਸੀ ਸਾਡੇ ਵਾਪਸ ਸੀ ਆਪਣੇ ਨਿਆਣੇ ਨੇ ਜਿਹੜਾ DGP ਸੈਣੀ ਉਹਨੇ ਪਾਤਾ ਸੀ। ਬਾਕੀ ਤੋਂ ਕੇਸ ਵਾਪਸ ਲੈ ਗਏ ਸੀ, ਆਪਣਾ ਕੇਸ ਵਾਪਸ ਕਰਤਾ ਜੀ ਸੀ। ਲੇਕਿਨ ਬੜੇ ਅਫਸੋਸ ਦੀ ਗੱਲ ਸਾਡੇ ਪੰਜਾਬ ਦੇ ਲੋਕ ਪਤਾ ਨਹੀਂ ਸਮਝਣਗੇ ਕਦੋਂ ਜੀ। ਹਜ਼ਾਰਾਂ ਕਰੋੜ ਦੇ ਸਿਟੀ ਸਕੈਮ ਦੇ ਘਪਲੇ ਹੋਏ ਤੇ ਫਿਰ ਅਸੀਂ ਵੋਟਾਂ ਪਾ ਕੇ ਉਹਨਾਂ ਨੂੰ ਕਾਮਯਾਬ ਕਰਨ ਜੀ, ਇਹ ਬੜੇ ਵਧੀਆ ਜੀ। ਕਦੀ ਨਹੀਂ ਕਿਹਾ ਵੀ ਇਹ ਘਪਲੇ ਬਾਈ ਨੇ ਵੋਟ ਨਹੀਂ ਪਾਉਣੀ, ਵੋਟ ਕਿਸੇ ਚਾਹੀਦੇ ਬੰਦੇ ਨੂੰ ਪਾਉਣੀ ਹੈ। ਚਾਹੀਦਾ ਬੰਦਾ ਲੱਭਦਾ ਨਹੀਂ ਜੀ, ਕਰੀਏ ਕੀ। ਹੁਣ ਮੈਂ ਇੱਕ ਬੜੀ ਪੱਟੀ ਸਾਹਿਬ ਮੇਰੀ ਬੜੇ ਬੰਦਿਆਂ ਨਾਲ ਇਸ ਗੱਲ ਤੇ ਹੁੰਦੀ ਹੈ, ਗੁੱਸਾ ਨਾ ਕਰਿਓ ਸਾਰੇ, ਮੈਂ ਸੱਜਣਾ ਮਿੱਤਰਾਂ ਨੂੰ ਇਹ ਕਹਿਣਾ, ਮੂੰਹੋਂ ਕੋਈ ਨਹੀਂ ਕਹਿੰਦਾ ਫਲਾਨਾ ਬੰਦਾ ਚੰਗਾ, ਕਹਿਣਗੇ ਚੰਗੇ ਬੰਦੇ ਨੂੰ ਵੋਟ ਪਾਓ ਭਰਾਵਾ। ਜੇ ਸਾਡੇ ਕੋਲ ਹੀ ਮੀਟਰ ਚੰਗਿਆਂ ਦਾ ਹੁੰਦਾ ਤੇ ਫਿਰ ਤੁਸੀਂ ਤੁਹਾਡੀ ਸਲਾਹ ਦੀ ਤਾਂ ਸਾਨੂੰ ਲੋੜ ਹੀ ਨਹੀਂ ਸੀ, ਇਹ ਕਹਿਣ ਦੀ ਲੋੜ ਨਹੀਂ। ਕੌਣ ਬੰਦਾ ਮਾੜੀ ਰੋਟੀ ਖਾਂਦਾ, ਇੱਕ ਗੱਲ ਦੱਸ ਦਿਓ। ਜਿੰਨੀ ਪਹੁੰਚ ਹੋਊਗੀ ਚੰਗੀ, ਜੇ ਪੈਸੇ 4 ਜੇਬ ਹੋਣਗੇ ਵਧੀਆ ਤੋਂ ਵਧੀਆ ਰੈਸਟੋਰੈਂਟ 'ਚ ਰੋਟੀ ਖਾਊਗਾ, 4 ਪੈਸੇ ਹੋਣਗੇ ਵਧੀਆ ਵਿਛਾਉਣਾ ਪਾਊ। ਹੁਣ ਭਾਈ ਸਾਹਿਬ ਮੂੰਹੋਂ ਵੀ ਤਾਂ ਕਹੋ ਵੀ ਆਹ 4 ਬੰਦੇ ਚੰਗੇ ਇਹਨਾਂ ਨੂੰ ਵੋਟ ਪਾ ਦਿਓ, ਇਹ ਵੀ ਤਾਂ ਕਹਿਣ ਦੀ ਲੋੜ ਹੈਗੀ ਹੈ ਕਿ ਨਹੀਂ ਜੀ? ਇੱਕ ਗੱਲ ਦੱਸੋ। ਦੇਖੋ 2-3 ਗੱਲਾਂ ਨੇ ਜੀ। ਪਹਿਲੀ ਗੱਲ ਤੇ ਆ ਕਿ ਸਾਡੀ ਇਲੈਕਸ਼ਨ ਇੰਨੀ ਕੁ ਮਹਿੰਗੀ ਕਰ ਦਿੱਤੀ ਗਈ ਆ ਕਿ ਮਾੜਾ ਬੰਦਾ ਇਲੈਕਸ਼ਨ। ਗੱਲ ਤਾਂ ਇੱਥੇ ਹੀ ਆਉਂਦੀ ਆ ਪੱਟੀ ਸਾਹਿਬ, ਗੱਲ ਤਾਂ ਆਉਂਦੀ ਇੱਥੇ ਘੁੰਮ ਘਮਾ ਕੇ। ਦੂਸਰੀ ਚੀਜ਼ ਜਿਹੜੀ ਸਾਡੀ ਜਿਹੜੀ ਆ ਅਨਪੜ੍ਹਤਾ। ਜੇ ਸਾਡੇ ਲੋਕ ਕੇਰਲਾ ਵਾਂਗੂ ਸਾਰੇ ਪੜ੍ਹੇ ਲਿਖੇ ਹੋ ਜਾਣ ਤੇ ਆਪਣਾ ਨਫਾ ਨੁਕਸਾਨ ਸੋਚਣਾ ਵੀ ਵੋਟ ਅਸੀਂ ਕਿਹਨੂੰ ਪਾਉਣੀ, ਉਹ ਲੋਕ ਕਾਮਯਾਬ ਇਸੇ ਕਰਕੇ ਪੜ੍ਹੇ ਲਿਖੇ ਨੇ ਜੀ। ਉਹ ਕਹਿੰਦੇ ਆ ਵੋਟ, ਉਹ ਕਹਿੰਦੇ ਸਾਨੂੰ ਇਸ ਗੱਲ ਦਾ ਸਵਾਲ ਦਾ ਜਵਾਬ ਦੇ ਦੇ ਜੋ ਆਹ ਕੰਮ ਕੀਤਾ ਜਿਹੜੀ ਤੇ ਗੱਲ ਕੀਤੀ। ਪਰ ਉਹਨਾਂ ਨੂੰ ਤਾਂ ਕਹਿੰਦੇ ਕਾਮਰੇਡਾਂ ਦੀ ਸਰਕਾਰ ਬਣਾਈ ਜਾਂਦੇ। ਦੱਸੋ ਗੱਲ ਜਿੱਤੀ ਮਰਜ਼ੀ ਹੋਣੀ, ਗੱਲ ਤੇ ਕਾਮਰੇਡਾਂ ਦੀ, ਗੱਲ ਤੇ ਬੰਦੇ ਦੀ, ਤੇ ਬੰਦਾ ਕਿਹੜਾ ਕੰਮ ਕਰਨ ਵਾਲਾ ਹੈਗਾ। ਸਤਪਾਲ ਡਾਂਗ ਨੂੰ ਜਦੋਂ ਬਣੇ ਸੀ ਆਪਣੇ ਗੁਜਰਾਲ ਸਾਹਿਬ ਪ੍ਰਧਾਨ ਮੰਤਰੀ ਬਣੇ ਸੀ ਨਾ ਜੀ, ਇੱਕ ਆਇਆ ਸੀਗਾ ਉਹਨਾਂ ਦਾ ਬਿਆਨ ਵੀ ਇਹਨਾਂ ਨੂੰ ਅਸੀਂ ਜਿਹੜਾ ਵਾ ਕੇਰਲਾ ਦਾ ਗਵਰਨਰ ਬਣਾਉਣਾ ਚਾਹੁੰਦੇ ਜੀ। ਬਕਾਇਦਾ ਤੌਰ ਤੇ ਸਤਪਾਲ ਡਾਂਗ ਨੇ ਮੈਨੂੰ ਫੋਨ ਕੀਤਾ ਸੀ ਵੀ ਆਪ ਵੀ ਬਿਆਨ ਛਾਪ ਦੇ ਤੇ ਬਾਕੀ ਖਬਰ ਨੂੰ ਦੇ ਦੇ ਵੀ ਇਹ ਜਿਹੜੀ ਸੋਚ ਆ ਮੇਰੀ ਸੋਚ ਤੋਂ ਬਹੁਤ ਦੂਰ ਨੇ।
ਇਸ ਕਰਕੇ ਮੈਨੂੰ ਗਵਰਨਰਸ਼ਿਪ ਨਹੀਂ ਚਾਹੀਦੀ ਜੀ। ਮੈਂ ਜਿੱਥੇ ਲੋਕ ਸੇਵਾ ਕਰਦਾ ਮੈਂ ਉੱਥੇ ਹੀ ਠੀਕ ਹੈ। ਜਿਹੜੇ ਬੰਦੇ ਦੇ ਉੱਤੇ ਇੱਕ ਨਿੱਕੇ ਪੈਸੇ ਦਾ ਤੁਸੀਂ ਇਲਜ਼ਾਮ ਨਹੀਂ ਲਾ ਸਕਦੇ, ਜਿਵੇਂ ਛਾਟਾ ਕਮੇਟੀ ਵੱਖਰੀ ਹੁੰਦੀ ਸੀ, ਡਾਂਗ ਸਾਹਿਬ ਪ੍ਰਧਾਨ ਹੁੰਦੇ ਸੀ, ਸਭ ਤੋਂ ਵੱਧ ਵਿਕਾਸ ਉੱਥੇ ਹੁੰਦਾ ਸੀ ਜੀ। ਹੁਣ ਜਿਹੜਾ ਆਮ ਬੰਦਾ ਹੁੰਦਾ ਤਾਂ ਜੁੱਤੀ ਵੀ ਨਹੀਂ ਪਾਉਣੀ। ਅੱਛਾ ਵਿਰਾਸਤ ਦਾ ਵਿਆਹ ਨੇ ਭੱਜੇ ਜਿਹੜਾ ਜੁੱਤੀ ਪਾ ਜੁੱਤੀ ਬਾਅਦ ਚ ਲਾਇਆ ਕੋਈ ਗੱਲ ਨਹੀਂ ਮੈਂ ਚੱਲਦਾ ਫਟਾਫਟ। ਉਹ ਬੰਦੇ ਦੀ ਫਿਕਰ ਦੇਖੋ ਜਿਹੜਾ ਕਹਿੰਦਾ ਨਾ ਤੁਹਾਡੀ ਸੋਚ ਦਾ ਤੇ ਮੇਰੀ ਸੋਚ ਦਾ ਜ਼ਮੀਨ ਅਸਮਾਨ ਦਾ ਫਰਕ, ਇਸ ਕਰਕੇ ਮੈਂ ਉੱਥੇ ਗਵਰਨਰ ਨਹੀਂ ਲੱਗਣਾ ਚਾਹੁੰਦਾ। ਕਿਸੇ ਹੋਰ ਨੂੰ ਲਾਉਣਾ ਤਾਂ ਲਾ ਲਓ ਤੁਸੀਂ। ਜਦੋਂ ਇਹੋ ਜਿਹੇ ਬੰਦਿਆਂ ਨੂੰ ਅੱਗੇ ਲੈ ਕੇ ਆਵਾਂਗੇ ਨਾ ਅਸੀਂ ਵਾਕਿਆ ਵੀ ਵੇਖੋ ਕਿ ਇਹ ਬੰਦੇ ਥੱਲੇ ਅੱਗੇ ਆਉਣਗੇ, ਇਹ ਸੋਚਣਾ ਪਊਗਾ ਉਦੋਂ ਕਰਾਂਗੇ ਤੁਸੀਂ ਪੜ੍ਹੇ ਲਿਖੇ ਹੋ ਜਾਓ। ਅੱਜ ਤੇ ਅਸੀਂ ਜਿਹੜੇ ਲੋਕ ਉਦੋਂ ਪੰਥ ਖਤਰੇ 'ਚ ਪੈ ਜਾਂਦਾ ਜੀ, ਉਦੋਂ ਪੰਥ ਖਤਰੇ 'ਚ ਪੈ ਜਾਂਦਾ ਹੈ। ਹੁਣ ਪੰਥ ਉਦੋਂ ਫਿਰ ਪੰਥ ਨੂੰ ਖਤਰੇ ਦੀ ਪਰਵਾਹ ਕਰਨੀ ਕਿਸੇ ਨੇ ਪੰਥ ਖਤਰੇ ਆਪੇ ਕਰ ਲਾਂਗੇ ਅਸੀਂ। ਤੇ ਵੋਟ ਜਿਹੜੇ ਕਿ ਚਾਹੀਦੇ ਬੰਦੇ ਨੂੰ ਪਾਓ। ਹੁਣ ਦੇਖੋ ਕਿਹਦੇ ਤੇ ਇਲਜ਼ਾਮ ਨਹੀਂ ਲੱਗੇ ਜੀ, ਕਿਹਦੇ ਤੇ ਜਿਹੜੇ ਬੰਦਿਆਂ ਨੂੰ ਟਿਕਟਾਂ ਦਿੱਤੀਆਂ ਨੇ ਅਕਾਲੀ ਦਲ ਨੇ ਸਾਰਿਆਂ ਦਾ ਬਿਊਰਾ ਕੱਢ ਕੇ ਵੇਖ ਲਓ 90% ਬੰਦਿਆਂ ਤੇ ਇਲਜ਼ਾਮ ਲੱਗੇ ਨੇ। ਕਈਆਂ ਤੇ ਕੇਸ ਵੀ ਦਰਜ ਹੋਏ ਜੀ। ਅਜੇ ਜਿਹੜੀ ਸੁਪਰੀਮ ਕੋਰਟ ਨੇ ਤੇ ਹਾਈ ਕੋਰਟ ਨੇ ਕਹਿਤਾ ਵੀ ਇਮੀਡੀਏਟ ਜਿਹੜੇ ਕੇਸ ਨੇ ਸਭ ਚੱਲਦੇ ਉਹਨਾਂ ਦਾ ਨਿਪਟਾਰਾ ਕੀਤਾ ਜਾਵੇ। ਜਿਹੜੇ ਬੰਦੇ ਬਰੀ ਹੁੰਦੀ ਉਹ ਆ ਜਾਣ, ਪੋਲੀਟਿਕਸ ਜਿਹੜੀ ਸਜ਼ਾ ਹੁੰਦੀ ਘਰੋਂ ਭੇਜ ਦੇਣ। ਉਹ ਫਿਰ ਰੁਕਣੇ ਨੇ ਅਜੇ ਪੋਲੀਟੀਸ਼ੀਅਨਾਂ ਨੇ ਜੀ, ਹੋਰ ਰੁਕ ਜਾਓ ਹੋਰ ਰੁਕ ਜਾਓ ਕੋਈ ਗੱਲ ਨਹੀਂ। ਇਸੇ ਕਰਕੇ ਸਾਡਾ ਸਿਸਟਮ ਜਿਹੜਾ ਉਹ ਸਾਰਾ ਗੜਬੜਾ ਗਿਆ। ਸਿਸਟਮ ਨੂੰ ਠੀਕ ਕਰਨ ਦੀ ਲੋੜ ਹੈ, ਲੇਕਿਨ ਉਹ ਸਿਸਟਮ ਠੀਕ ਕਰਨ ਵਾਸਤੇ ਤਾਂ ਹੀ ਹੋਊਗਾ ਜੇ ਕੋਈ ਚਾਹੀਦਾ ਬੰਦਾ ਕੋਲ ਪੈਸੇ ਆਊਗਾ। ਸੋ ਮਿਹਰਬਾਨੀ ਜੀ ਪੱਟੀ ਸਾਹਿਬ, ਤੁਹਾਡੀ ਸ਼ੁਕਰੀਆ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇਸ ਵਕਤ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਜੀ, ਰੇਡੀਓ ਪੰਜਾਬ ਟੂਡੇ ਦੇ ਐਪ ਦੇ ਉੱਤੇ, ਫੇਸਬੁੱਕ ਪੇਜ ਦੇ ਉੱਤੇ ਤੇ ਵੈਬਸਾਈਟ radiopunjabtoday.com ਦੇ ਉੱਤੇ। ਫਿਲਹਾਲ ਇੱਕ ਬ੍ਰੇਕ ਦਾ ਸਮਾਂ ਤੇ ਫਿਰ ਪ੍ਰੋਫੈਸਰ ਕਾਲੋਂ ਨਾਲ ਸਾਡੀ ਗੱਲਬਾਤ ਹੋਏਗੀ। ਅਸੀਂ ਜਿਹੜਾ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸੋ ਇੱਕ ਬ੍ਰੇਕ ਲੈਣੇ, ਬ੍ਰੇਕ ਤੋਂ ਬਾਅਦ ਫਿਰ 2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਿਖੇ, ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 540 656 0985 ਤੇ। ਜੀ ਹਾਂ, ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹੈ, DOT ਸੇਫਟੀ ਇੰਸਪੈਕਸ਼ਨਸ ਕਰਦੇ ਹੈ। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ, ਟਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੌਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ ਹੈ ਜੀ। ਇਹ MPI ਅਪਰੂਵਡ ਨੇ ਔਰ ਹਾਂ, ਇਹ ਸੀਜ਼ਨਲ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ ਹੈ। 24 ਘੰਟੇ 7 ਦਿਨ ਦੀ ਸਰਵਿਸਿਜ਼ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 204 459 2000 ਜਾਂ ਫਿਰ ਕਾਲ ਕਰੋ 204 777 0460। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360 652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ ਹੈ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 in Napanee. Quick Truck Lube, the one-stop shop. 519-622-0660 ਜਾਂ quicktrucklube.com. QTL, because we care. Quick Truck Lube. ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556002071। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਮੇਰੇ ਨਾਲ ਇਸ ਵਕਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਐਂਡ ਰਜਿਸਟਰਾਰ KS ਕਾਲੋਂ ਜੀ ਸਾਡੇ ਨਾਲ ਨੇ। ਤੁਹਾਨੂੰ ਦੱਸ ਦਈਏ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ 24 ਨਵੰਬਰ 1969 ਨੂੰ ਜਿਹੜਾ ਉਹ ਉਹਨਾਂ ਨੇ ਕੰਮ ਜਿਹੜਾ ਸ਼ੁਰੂ ਹੋ ਗਿਆ ਸੀ, ਸਥਾਪਨਾ ਦਿਵਸ ਹੈ। ਸੋ ਅੱਜ ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਸਥਾਪਨਾ ਦਿਵਸ ਦੇ ਮੌਕੇ ਗੱਲ ਕਰਨ ਦੇ ਲਈ ਸਾਡੇ ਨਾਲ ਉੱਥੋਂ ਦੇ ਰਜਿਸਟਰਾਰ ਪ੍ਰੋਫੈਸਰ KS ਕਾਲੋਂ ਜੁੜੇ ਨੇ। ਕਾਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਕਾਲੋਂ ਸਾਹਿਬ, ਲਗਭਗ ਕਹਿ ਦਈਏ 52 ਸਾਲ ਦਾ ਸਮਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਪਣਾ ਤੈਅ ਕਰ ਲਿਆ। 53ਵੇਂ ਸਾਲ ਦੇ ਵਿੱਚ ਐਂਟਰ ਹੋ ਗਈ ਹੈ। ਸੋ ਕੁੱਲ ਮਿਲਾ ਕੇ ਗੱਲ ਕਰੀਏ, ਬੜੀਆਂ ਅਹਿਮ ਯੂਨੀਵਰਸਿਟੀਆਂ ਦੇ ਵਿੱਚ ਰਹੀ ਆ, ਭਾਵੇਂ ਗੇਮਸ ਹੋਣ, ਸਟੱਡੀਜ਼ ਹੋਣ। ਸੋ ਕੁੱਲ ਇਹਦੀ ਜਦੋਂ ਸਥਾਪਨਾ ਕੀਤੀ ਗਈ ਸੀ, ਇਹ ਕਿਸ ਜਿਹੜਾ ਇਹਦਾ ਸੀਗਾ ਮੋਟਿਵ ਕੀ ਸੀਗਾ ਇਸ ਯੂਨੀਵਰਸਿਟੀ ਨੂੰ ਸਥਾਪਿਤ ਕਰਨ ਦਾ, ਤੇ ਉਹ ਮੋਟਿਵ ਕਿੱਥੋਂ ਤੱਕ ਪੂਰਾ ਹੋਇਆ ਜੀ? ਮੋਟਿਵ ਇਸ ਯੂਨੀਵਰਸਿਟੀ ਦਾ, ਜਦੋਂ ਬਾਬਾ ਗੁਰੂ ਨਾਨਕ ਦੇਵ ਜੀ ਦੀ 500 ਸਾਲਾਂ ਦੀ ਬਰਸੀ ਸੀਗੀ 24 ਨਵੰਬਰ 1969, ਉਸ ਵੇਲੇ ਇਸ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਜੀ। ਮੋਟਿਵ ਸੀਗਾ ਗੁਰੂ ਨਾਨਕ ਸਟੱਡੀਜ਼, ਪੰਜਾਬੀ ਸਟੱਡੀਜ਼ ਤੇ ਇਸੇ ਤਰੀਕੇ ਨਾਲ ਬਾਕੀ ਵੀ ਜਿਹੜੇ ਸਾਡੇ ਸਬਜੈਕਟਸ ਨੇ ਉਹਨਾਂ ਦੇ ਨਾਲ ਮਿਲ ਕੇ ਇੱਕ ਯੂਨੀਵਰਸਿਟੀ ਜਿਹੜੀ ਹੈ ਹੋਲਿਸਟਿਕ ਅਪਰੋਚ ਨਾਲ ਬਣਾਈ ਜਾਏ, ਤਾਂ ਕਿ ਜਿਹੜੀ ਸੁਸਾਇਟੀ ਹੈ, ਸੁਸਾਇਟੀ ਨੂੰ ਇਸ ਦਾ ਇੱਕ ਬਹੁਤ ਵੱਡਾ ਫਾਇਦਾ ਹੋਣਾ ਚਾਹੀਦਾ ਹੈ। ਨਾਲ ਦੇ ਨਾਲ ਅਸੀਂ ਆਪਣਾ ਕਲਚਰ ਵੀ, ਆਪਣਾ ਵਿਰਸਾ ਵੀ ਸਾਂਭ ਕੇ ਰੱਖੀਏ ਤੇ ਬੱਚਿਆਂ ਨੂੰ ਪੜ੍ਹਾਈਏ ਵੀ, ਤਾਂ ਕਿ ਉਹ ਜਿਹੜੀ ਅੱਜ ਦੀ ਦੁਨੀਆ 'ਚ ਜਿੱਦਾਂ ਹੁਣ 53 ਸਾਲ ਉਸ ਗੱਲ ਨੂੰ ਹੋ ਚੁੱਕੇ ਨੇ, ਤੇ ਯੂਨੀਵਰਸਿਟੀ ਨੇ ਪਿਛਲੇ 52 ਸਾਲਾਂ 'ਚ ਇਸੇ ਤਰੀਕੇ ਨਾਲ ਪ੍ਰੋਗਰੈਸ ਕੀਤੀ ਹੈ ਕਿ ਅਸੀਂ ਸ਼ੁਰੂ ਹੋਏ ਆਪਣੀ ਭਾਸ਼ਾ ਤੋਂ, ਆਪਣੇ ਕਲਚਰ ਤੋਂ, ਜਿਵੇਂ ਜਿਵੇਂ ਸਾਇੰਸ ਐਂਡ ਟੈਕਨੋਲੋਜੀ ਵੱਧਦੀ ਗਈ, ਉਸੇ ਤਰੀਕੇ ਨਾਲ ਇਸ ਯੂਨੀਵਰਸਿਟੀ ਨੇ ਆਪਣੇ ਆਪ ਨੂੰ ਢਾਲਦੀ ਰਹੀ ਹੈ। ਤੇ ਅਸੀਂ ਹੁਣ 52ਵੇਂ ਸਾਲ 'ਚ ਆ ਕੇ ਅਸੀਂ ਬਿਲਕੁਲ ਅੱਜ ਦੇ ਡੇਟ ਵਿੱਚ ਅਸੀਂ ਸਾਰੀਆਂ ਚੀਜ਼ਾਂ ਨੂੰ ਨਾਲ ਲੈ ਕੇ ਹੀ ਚੱਲ ਰਹੇ ਹਾਂ। ਜੇ ਤੁਸੀਂ ਪੰਜਾਬੀ ਭਾਸ਼ਾ ਦੀ ਗੱਲ ਕਰੋ ਤੇ ਸਾਡੀ ਯੂਨੀਵਰਸਿਟੀ ਪਹਿਲੀ ਯੂਨੀਵਰਸਿਟੀ ਹੈ ਜਿਹੜੀ ਆਲ ਓਵਰ ਵਰਲਡ ਆਨਲਾਈਨ ਕੋਰਸ ਜਿਹੜਾ ਹੈ ਮੁੱਢਲੀ ਪੰਜਾਬੀ ਦਾ ਆਫਰ ਕਰ ਰਹੀ ਹੈ। ਆਨਲਾਈਨ ਸਾਡੀ ਇਕੱਲੀ ਯੂਨੀਵਰਸਿਟੀ। ਹਾਂਜੀ, ਬਿਲਕੁਲ। ਤਾਂ ਕਿ ਜੇ ਕੋਈ ਬੰਦਾ ਕੈਨੇਡਾ ਬੈਠਾ, ਅਮਰੀਕਾ ਬੈਠਾ, ਕਿਤੇ ਵੀ ਬੈਠਾ ਹੈ ਤੇ ਜੇ ਉਹਨੇ ਕੋਈ ਆਨਲਾਈਨ ਕੋਰਸ ਕਰਨਾ ਹੈ ਮੁੱਢਲੀ ਪੰਜਾਬੀ ਦਾ, ਅਸੀਂ ਉਹ ਕਰ ਸਕੀਏ। ਤੇ ਸੋ ਅਸੀਂ ਉਸ ਮਕਸਦ ਵਿੱਚ ਕਾਮਯਾਬ ਹੋਏ ਹਾਂ ਕਿ ਅਸੀਂ ਆਪਣੇ ਵਿਰਸੇ ਨੂੰ, ਆਪਣੀ ਕਲਚਰ ਨੂੰ ਨਾਲ ਲੈਂਦੇ ਹੋਏ ਇਸ ਯੂਨੀਵਰਸਿਟੀ ਨੂੰ ਸਾਇੰਸ ਐਂਡ ਟੈਕਨੋਲੋਜੀ ਕਹਿ ਲਓ, ਭਾਵੇਂ ਕਿਸੇ ਵੀ ਫੀਲਡ 'ਚ ਕਹਿ ਲਓ, ਅਸੀਂ ਕਿਸੇ ਵੀ ਫੀਲਡ ਵਿੱਚ ਪਿੱਛੇ ਨਹੀਂ ਹੈਗੇ। ਜੇ ਸਾਡਾ ਨਿਰਫ ਰੈਂਕਿੰਗ ਦੇਖੋ ਤੇ ਉਹ ਵੀ ਪਿਛਲੇ 4 ਸਾਲਾਂ 'ਚ ਉੱਪਰ ਗਈ ਹੈ। ਸਾਡੇ ਐਡਮਿਸ਼ਨਸ ਵੀ ਉੱਪਰ ਗਏ ਨੇ, ਸਾਡੀਆਂ ਪਲੇਸਮੈਂਟਸ ਵੀ ਉੱਪਰ ਗਈਆਂ ਨੇ। ਇਸੇ ਤਰੀਕੇ ਨਾਲ ਜਿਹੜੇ 3 ਪੱਖ ਹੁੰਦੇ ਨੇ ਕਿਸੇ ਵੀ ਯੂਨੀਵਰਸਿਟੀ ਦੇ, ਅਕੈਡਮਿਕਸ ਹੈ, ਕਲਚਰਲ ਹੈ, ਸਪੋਰਟਸ ਹੈ, ਅਸੀਂ ਤਿੰਨਾਂ 'ਚ ਹੀ ਬਹੁਤ ਪ੍ਰੋਗਰੈਸ ਕੀਤੀ ਹੈ। ਤਕਰੀਬਨ ਮੌਲਾਨਾ ਜਾਂ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਅਸੀਂ 22-23 ਵਾਰ ਜਿੱਤ ਚੁੱਕੇ ਹਾਂ। ਬਿਲਕੁਲ, ਹਾਂਜੀ, ਠੀਕ ਹੈ ਜੀ। ਇਸੇ ਤਰੀਕੇ ਨਾਲ ਅਸੀਂ ਕਿਸੇ ਵੀ ਚੀਜ਼ ਵਿੱਚ ਸਾਨੂੰ ਕਿਸੇ ਪਾਸੋਂ ਕੋਈ ਵੀ ਜੇ ਚੈਲੰਜ ਆਉਂਦਾ ਜਾਂ ਕੋਈ ਵੀ ਇਵੈਂਟ ਅਸੀਂ ਆਰਗੇਨਾਈਜ਼ ਕਰਨਾ ਜਾਂ ਕਰਨ ਵਾਸਤੇ, ਤੇ ਅਸੀਂ ਹਰ ਵਕਤ ਤਿਆਰ ਰਹਿੰਦੇ ਹਾਂ, ਚਾਹੇ ਉਹ ਟੈਕਨੋਲੋਜੀ ਦਾ ਹੋਵੇ, ਚਾਹੇ ਉਹ ਕਿਸੇ ਭਾਸ਼ਾ ਦਾ ਹੋਵੇ, ਤੇ ਚਾਹੇ ਕਿਸੇ ਕਲਚਰ ਦਾ ਹੋਵੇ। ਅੱਛਾ ਪ੍ਰੋਫੈਸਰ ਕਾਲੋਂ ਸਾਹਿਬ, ਤੁਸੀਂ ਇੱਕ ਚੀਜ਼ ਦੱਸੋ, ਤੁਸੀਂ ਗੱਲ ਕੀਤੀ ਸੀ ਹੋਲਿਸਟਿਕ ਅਪਰੋਚ ਜਿਹੜੀ ਹੈ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਫਲਸਫਾ ਸੀਗਾ। ਗੁਰੂ ਨਾਨਕ ਦੇਵ ਜੀ ਦਾ ਫਲਸਫਾ ਅੱਜ ਵੀ ਮੰਨਿਆ ਜਾਂਦਾ ਵੀ ਬਹੁਤ ਤਕੜਾ, ਭਾਵੇਂ ਉਹ ਕਮਿਊਨਿਸਟ ਕੰਟਰੀਜ਼ ਨੇ ਅਡੋਪਟ ਕੀਤਾ। ਅੱਜ ਜੇਕਰ ਸਾਡੀ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਸਾਡੇ ਸਿੱਖ ਉੱਤੇ ਪਹੁੰਚਦੇ ਨੇ। ਹੁਣ ਕੈਨੇਡਾ ਦੇ ਵਿੱਚ ਹੋਇਆ, ਮੈਂ ਕੱਲ੍ਹ ਟਵੀਟ ਵੀ ਮੈਂ ਬੜੇ ਸ਼ੇਅਰ ਕੀਤੇ ਉੱਥੋਂ ਦੇ ਲੋਕਲ ਵਸਿੰਦਿਆਂ ਦੇ, ਕੀ ਕਹਿੰਦੇ ਕਿ ਇਹ ਕੌਮ ਕੀ ਚੀਜ਼ ਹੈ ਜਿਹੜੀ ਹਰ ਜਗ੍ਹਾ ਪਹੁੰਚ ਜਾਂਦੀ ਹੈ, ਇਹਨਾਂ ਕੋਲ ਹੈ ਕੀ ਕੁਛ।
ਗੁਰੂ ਨਾਨਕ ਦੇਵ ਜੀ ਦਾ ਫਲਸਫਾ ਤੁਸੀਂ ਕਿੱਥੋਂ ਕੁ ਤੱਕ ਦੁਨੀਆ ਤੱਕ ਪਹੁੰਚਾਇਆ, ਕਿਸ ਤਰ੍ਹਾਂ ਦੀ ਜਿਹੜੀ ਅਪਰੋਚ ਰੱਖਦੇ ਹੋ? ਕਿਉਂਕਿ ਕਿਤੇ ਨਾ ਕਿਤੇ ਇੱਕ ਤੁਹਾਡਾ ਕੰਪੀਟੀਟਰ ਜੇ ਆਪਾਂ ਆਖੀਏ ਜਾਂ ਆਪਾਂ ਆਖੀਏ ਕੋਆਰਡੀਨੇਸ਼ਨ SGPC ਨਾਲ ਵੀ ਚੱਲਦੀ ਹੈ, ਪਰ ਉੱਥੇ ਥੋੜ੍ਹੀ ਜਿਹੀ ਅਪਰੋਚ ਡਿਫਰੈਂਟ ਹੈ। ਪਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅਪਰੋਚ ਇੱਕ ਇੰਡੀਪੈਂਡੈਂਟ ਆਟੋਨੋਮਸ ਵੀ ਹੈ। ਦੇਖੋ, ਅਸੀਂ ਇਸ ਤਰ੍ਹਾਂ ਜੀ, ਸਾਡਾ ਜਿਹੜਾ ਬਾਬਾ ਜੀ ਦਾ ਫਲਸਫਾ ਜਿਹੜਾ ਐਜੂਕੇਸ਼ਨ ਦੇ ਪ੍ਰਤੀ ਜੋ ਸੀਗਾ ਉਹ ਅਸੀਂ ਪੂਰੀ ਕਰਨ ਦੀ ਕੋਸ਼ਿਸ਼ ਕੀਤੀ। ਜੇ ਤੁਸੀਂ ਕਹੋ ਜੀ ਕਿਰਤ ਕਰੋ ਵੰਡ ਛਕੋ, ਅਸੀਂ ਉਸ ਚੀਜ਼ ਨੂੰ ਵੀ ਆਪਣੇ ਬੱਚਿਆਂ ਨੂੰ ਇਸ ਤਰੀਕੇ ਨਾਲ ਪੜ੍ਹਾਉਂਦੇ ਹਾਂ, ਇਸ ਤਰੀਕੇ ਨਾਲ ਐਜੂਕੇਸ਼ਨ ਦਿੰਦੇ ਹਾਂ ਕਿ ਮਿਹਨਤ ਕਰਦੇ ਆ ਜੀ। ਔਰ ਮਿਹਨਤ ਤੁਸੀਂ ਦੇਖੋ, ਭਾਵੇਂ ਕੋਈ ਫੀਲਡ ਹੋਏ ਉਹਦੇ ਵਿੱਚ ਮਿਹਨਤ ਕਰਦੇ ਆ। ਔਰ ਫਿਰ ਉਸ ਤੋਂ ਬਾਅਦ ਸਾਡੇ ਸਟੂਡੈਂਟ ਜਿਹੜੇ ਯੂਨੀਵਰਸਿਟੀ ਦੇ ਨੇ ਉਹ ਤਕਰੀਬਨ ਸਾਰੀ ਦੁਨੀਆ 'ਚ ਫੈਲੇ ਹੋਏ ਨੇ ਜੀ। ਤੁਸੀਂ ਕੈਨੇਡਾ ਚਲੇ ਜਾਓ, ਅਮਰੀਕਾ ਚਲੇ ਜਾਓ, ਜਰਮਨੀ ਚਲੇ ਜਾਓ, ਆਸਟ੍ਰੇਲੀਆ ਚਲੇ ਜਾਓ, ਨਿਊਜ਼ੀਲੈਂਡ ਚਲੇ ਜਾਓ, ਕਿਸੇ ਵੀ ਪਾਸੇ ਚਲੇ ਜਾਓ, ਤੁਹਾਨੂੰ ਕਿਤੇ ਨਾ ਕਿਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਸਟੂਡੈਂਟ ਮਿਲ ਹੀ ਜਾਂਦਾ ਹੈ। ਔਰ ਉਹਨਾਂ ਦੀ ਇੱਕ ਅਪਰੋਚ ਹੀ ਡਿਫਰੈਂਟ ਹੁੰਦੀ ਹੈ, ਕਿਉਂਕਿ ਅਸੀਂ ਇਸ ਯੂਨੀਵਰਸਿਟੀ 'ਚ ਇਹੀ ਬੱਚਿਆਂ ਨੂੰ ਸਿਖਾਉਂਦੇ ਹਾਂ ਕਿ ਆਪਣਾ ਵੀ ਕੰਮ ਕਰੋ ਤੇ ਦੂਜਿਆਂ ਦੀ ਵੀ ਮਦਦ ਕਰੋ। ਇਹ ਸਾਡੀ ਅਪਰੋਚ ਜਿਹੜੀ ਚੱਲਦੀ ਰਹਿੰਦੀ ਹੈ, ਹਰ ਵਕਤ ਚੱਲਦੀ ਹੈ। ਅੱਜ ਵੀ ਅਸੀਂ, ਜਿਵੇਂ ਅੱਜ ਸਾਡਾ ਸਥਾਪਨਾ ਦਿਵਸ ਸੀਗਾ ਤੇ ਅਸੀਂ ਹਰ ਸਥਾਪਨਾ ਦਿਵਸ ਤੇ ਲੰਗਰ ਹੁੰਦਾ ਬਾਬਾ ਜੀ ਪਾਠ ਤੋਂ ਬਾਅਦ, ਠੀਕ ਹੈ ਜੀ। ਤੇ ਉੱਥੇ ਬੱਚੇ ਹੀ, ਸਾਡੇ ਸਟੂਡੈਂਟ ਹੀ ਲੰਗਰ ਦਾ ਪ੍ਰਬੰਧ ਕਰਦੇ ਨੇ। ਸਾਡੇ ਸਟੂਡੈਂਟਸ ਹੀ ਸਾਰੇ ਇਹ ਜਿਹੜੇ ਜਿੰਨੇ ਵੀ ਫੰਕਸ਼ਨ ਨੇ ਸਾਡੇ ਸਟੂਡੈਂਟਸ ਹੀ ਆਰਗੇਨਾਈਜ਼ ਕਰਦੇ ਨੇ। ਸੋ ਅਸੀਂ ਉਹਨਾਂ ਨੂੰ ਇਹ ਸਿਖਾਉਂਦੇ ਹਾਂ ਕਿ ਤੁਸੀਂ ਸਿਰਫ ਆਪਣੇ ਵੱਲ ਨਹੀਂ ਵੇਖਣਾ, ਤੁਸੀਂ ਦੁਨੀਆ ਵੱਲ ਵੀ ਵੇਖਣਾ। ਆਪਣਾ ਵੀ ਕੰਮ ਕਰੋ ਤੇ ਦੁਨੀਆ ਦਾ ਵੀ ਭਲਾ ਕਰੋ। ਤਾਂ ਮੈਨੂੰ ਲੱਗਦਾ ਇਹ ਜਿਹੜੀ ਸਾਡੀ ਕੌਮ ਹੈ, ਸਿੱਖ ਕੌਮ ਹੈ, ਇਹ ਇੱਕ ਖੂਨ 'ਚ ਇਸ ਤਰੀਕੇ ਦਾ ਜਜ਼ਬਾ ਹੈ। ਚਾਹੇ ਅਸੀਂ ਹੋਈਏ, ਚਾਹੇ ਸਾਡੇ ਬੱਚੇ ਹੋਣ, ਤੇ ਚਾਹੇ ਸਾਡੇ ਪੁਰਖੇ ਸੀਗੇ, ਉਹਨਾਂ ਸਾਰਿਆਂ 'ਚ ਜਜ਼ਬਾ ਹੈ ਕਿ ਅਸੀਂ ਆਪ ਵੀ ਕਰੀਏ, ਔਰ ਜਿੱਥੇ ਕਿਸੇ ਨੂੰ ਕਿਤੇ ਲੋੜ ਹੈ ਅਸੀਂ ਉੱਥੇ ਭੱਜ ਕੇ ਜਾਈਏ ਜੀ। ਕਾਲੂ ਸਾਹਿਬ, ਇੱਕ ਅੱਜ ਦਾ ਟਰੈਂਡ, ਜਿਵੇਂ ਤੁਸੀਂ ਆਖਿਆ ਕਿ ਤੁਸੀਂ ਸਮੇਂ ਦੇ ਅਨੁਸਾਰ ਚੱਲ ਵੀ ਰਹੇ ਹੋ, ਸਭ ਤੋਂ ਵੱਡੀ ਗੱਲ ਕੀ ਚੀਜ਼ ਹੈ? ਹੁਣ ਇੰਟਰਨੈਟ ਦਾ ਯੁੱਗ ਹੈ, ਤੁਹਾਡੀ ਮੁੱਠੀ ਦੇ ਵਿੱਚ ਦੁਨੀਆ ਹੈ। ਜਦੋਂ ਗੁਰੂ ਨਾਨਕ ਦੇਵ ਜੀ ਦੀ ਗੱਲ ਹੁੰਦੀ ਹੈ ਤਾਂ ਅੱਜ ਵੀ ਅਸੀਂ ਗੱਲ ਕਰੀਏ, ਜੇ ਅਮਰੀਕਾ ਦੇ ਵਿੱਚ ਗੱਲ ਹੋਈ ਹੈ ਤਾਂ ਅਮਰੀਕਾ ਦੇ ਵਿੱਚ ਜਦੋਂ ਰੇਸ਼ੀਅਲ ਅਟੈਕ ਸਿੱਖਸ 'ਤੇ ਹੋਏ ਤਾਂ ਉੱਥੋਂ ਦੀ ਸਰਕਾਰ ਨੇ ਕਰੋੜਾਂ ਰੁਪਈਆ ਲਾ ਕੇ ਜਿਹੜਾ ਉੱਥੇ ਡਾਕੂਮੈਂਟਰੀਜ਼ ਬਣਾਈਆਂ, ਹੂ ਆਰ ਸਿੱਖਸ। ਸੋ ਇਸੇ ਤਰ੍ਹਾਂ ਕੁਛ ਵੈਬਸਾਈਟਸ ਦੇ ਉੱਤੇ ਜਾਂ ਜਿਹੜੇ ਪਲੇਟਫਾਰਮ ਨੇ ਆਪਣੇ, ਕੀ ਕਹਿੰਦੇ, ਸੋਸ਼ਲ ਮੀਡੀਆ ਪਲੇਟਫਾਰਮਸ ਨੇ, ਹੈਂਡਲਰਸ ਨੇ, ਉਹਨਾਂ ਦੇ ਉੱਤੇ ਤੁਸੀਂ ਕਿਸ ਤਰ੍ਹਾਂ ਜਿਹੜਾ ਹੈਗਾ ਗੁਰੂ ਨਾਨਕ ਦੇਵ ਜੀ ਦੀਆਂ ਟੀਚਿੰਗਸ ਨੂੰ ਜਿਹੜਾ ਅੱਗੇ ਲੈ ਕੇ ਜਾਂਦੇ ਹੋ ਜੀ? ਸਾਡੀ ਯੂਨੀਵਰਸਿਟੀ ਦਾ ਤੁਸੀਂ ਜੇ ਵੈਬਸਾਈਟ ਤੇ ਦੇਖੋ ਜੀ, ਤੇ ਅਸੀਂ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਹੈਗੇ ਹਾਂ ਜੀ। ਚਾਹੇ ਉਹ ਫੇਸਬੁੱਕ ਹੈ, ਚਾਹੇ ਉਹ ਇੰਸਟਾਗ੍ਰਾਮ ਹੈ, ਜਾਂ ਕੋਈ ਹੋਰ ਵੀ ਪਲੇਟਫਾਰਮ ਹੈ, ਅਸੀਂ ਹਰ ਵਕਤ ਉਹਦੇ ਤੇ ਰਹਿੰਦੇ ਹਾਂ। ਅੱਜ ਦਾ ਵੀ ਜਿਹੜਾ ਫੰਕਸ਼ਨ ਅਸੀਂ ਆਰਗੇਨਾਈਜ਼ ਕੀਤਾ ਜੀ, ਜਾਂ 2 ਦਿਨ ਪਹਿਲਾਂ ਅਸੀਂ ਕਨਵੋਕੇਸ਼ਨ ਵੀ ਕੀਤੀ ਹੈ, ਉਹ ਸਾਡੇ ਫੇਸਬੁੱਕ ਤੇ ਸਾਰਾ ਕੁਛ ਦਾ ਡਾਟਾ ਅਵੇਲੇਬਲ ਹੈ। ਅਸੀਂ ਨਾਲ ਦੇ ਨਾਲ ਅਸੀਂ ਆਪਣੇ ਆਪ ਨੂੰ ਪ੍ਰੋਪੋਗੇਟ ਕਰਦੇ ਹਾਂ, ਅਸੀਂ ਦੁਨੀਆ ਨੂੰ ਦੱਸਦੇ ਹਾਂ ਕਿ ਅਸੀਂ ਕੀ ਕਰ ਰਹੇ ਹਾਂ ਤੇ ਅਸੀਂ ਕੀ ਹੈਗੇ ਹਾਂ। ਤੇ ਯੂਨੀਵਰਸਿਟੀ 'ਚ ਜੇ ਤੁਸੀਂ ਇਸ ਵੇਲੇ ਸਾਡੇ ਮਾਹੌਲ ਦੇਖੋਗੇ ਤੇ ਅਸੀਂ ਬੜਾ ਹੀ ਬਲੈਂਡ ਹੈ ਜੀ, ਠੀਕ ਹੈ। ਬੱਚੇ ਬਾਹਰ ਦੇ ਸਟੇਟਸ ਤੋਂ ਵੀ ਆਏ ਨੇ, ਬੱਚੇ ਸਾਡੇ ਆਪਣੇ ਜਿਹੜੇ ਗੁਰੂ ਗ੍ਰੰਥ ਸਾਹਿਬ ਸਟੱਡੀਜ਼ ਦੇ ਬੱਚੇ ਨੇ ਉਹ ਵੀ ਨੇ, ਬਾਣੇ ਵੀ ਉਹਨਾਂ ਨੇ ਪਾਏ ਹੋਏ ਨੇ। ਇਸੇ ਤਰੀਕੇ ਨਾਲ ਉਹ ਬੱਚੇ ਵੀ ਨੇ ਜਿਹੜੇ ਸਾਇੰਸ ਐਂਡ ਟੈਕਨੋਲੋਜੀ ਨਾਲ ਪੂਰਾ ਆਪਣਾ ਜਿਹੜਾ ਦੂਸਰੇ ਤਰੀਕੇ ਦੇ ਵੈਸਟਰਨ ਡਰੈਸਿਸ ਜੋ ਕੁਛ ਹੈ ਸਭ ਕੁਛ ਨਾਲ ਚੱਲਦਾ ਹੈ। ਬਟ ਅਸੀਂ ਆਪਣੀ ਪਹਿਚਾਣ ਬਣਾ ਕੇ ਰੱਖੀ ਹੈ, ਉਸ ਪਹਿਚਾਣ ਨੂੰ ਅਸੀਂ ਰੱਖਦੇ ਹਾਂ। ਔਰ ਇਸੇ ਤਰੀਕੇ ਇਹ ਜਿਹੜੇ ਵੈਬਸਾਈਟ, ਸਾਡੀ ਆਪਣੀ ਵੈਬਸਾਈਟ ਹੈ ਜਾਂ ਜਿਹੜੀਆਂ ਸੋਸ਼ਲ ਮੀਡੀਆ ਜਿੰਨੀਆਂ ਵੀ ਪਲੇਟਫਾਰਮਸ ਨੇ, ਅਸੀਂ ਉੱਥੇ ਆਪਣੀ ਸਾਰੀ ਖਬਰਾਂ, ਸਾਰਾ ਜੋ ਕੁਛ ਇਸ ਯੂਨੀਵਰਸਿਟੀ 'ਚ ਹੋ ਰਿਹਾ ਉਹ ਅਸੀਂ ਪਾਉਂਦੇ ਹਾਂ। ਕਲੱਬਸ ਨੇ ਬੱਚਿਆਂ ਦੇ, ਜਿਹਦੇ ਵਿੱਚ ਮਿਊਜ਼ਿਕ ਕਲੱਬ ਹੈ, ਹੈਲਥ ਕਲੱਬ ਹੈ, ਉਹਨਾਂ ਦੀ ਜੋ ਸਾਰੀਆਂ ਐਕਟੀਵਿਟੀਆਂ ਸਾਰੀਆਂ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ ਤੇ ਜਾਂਦੀ ਹੈ ਜੀ। ਸੋ ਜੇ ਆਪਾਂ ਸਿਗਨੀਫੀਕੈਂਟ ਅਚੀਵਮੈਂਟਸ ਦੀ ਗੱਲ ਕਰੀਏ, ਵਾਟ ਆਰ ਦੋਜ਼ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਕਿ ਵੀ ਆਰ ਡਿਫਰੈਂਟ ਫਰੋਮ ਦਾ ਅਦਰ ਯੂਨੀਵਰਸਿਟੀਜ਼? ਸਭ ਤੋਂ ਵੱਡੀ ਗੱਲ ਹੈ ਜੀ ਕਿ ਅਸੀਂ ਆਪਣੇ ਆਪ ਨੂੰ ਸੈਲਫ ਸਫੀਸ਼ੀਐਂਟ ਬਣਾਇਆ ਜੀ। ਅਸੀਂ ਯੂਨੀਵਰਸਿਟੀ ਅੱਜ ਵੀ ਆਪਣੇ ਪੈਰਾਂ ਤੇ ਖੜੀ ਹੈ, ਅਸੀਂ ਫਾਈਨੈਂਸ਼ੀਅਲੀ ਸਟੇਬਲ ਹੈਗੇ ਹਾਂ ਜੀ, ਠੀਕ ਹੈ ਜੀ। ਅਸੀਂ ਅਸੀਂ ਆਪਣੇ ਟੀਚਰਸ ਨੇ, ਆਪਣੇ ਜਿੰਨੇ ਵੀ ਕਰਮਚਾਰੀ ਨੇ, ਜਿੰਨੇ ਵੀ EMPLOYEES ਨੇ, ਅਸੀਂ ਇਹ ਨਹੀਂ ਕਹਿੰਦੇ ਜੀ ਸਾਡੇ ਕੋਲ ਤਨਖਾਹ ਦੇਣ ਨੂੰ ਪੈਸੇ ਨਹੀਂ ਹੈਗੇ ਜਾਂ ਸਾਡੇ ਕੋਲ ਇਹ ਨਹੀਂ ਹੈਗਾ। ਅਸੀਂ ਸੈਲਫ ਸਫੀਸ਼ੀਐਂਟ ਹੈਗੇ ਹਾਂ, ਔਰ ਸੈਲਫ ਸਫੀਸ਼ੀਐਂਟ ਤੋਂ ਹੋਣ ਤੋਂ ਬਾਅਦ ਅਸੀਂ ਪ੍ਰੋਗਰੈਸ ਕੀਤੀ ਹੈ। ਮੈਂ ਤੁਹਾਨੂੰ ਦੱਸਾਂ, ਸਾਡੇ ਕਈ ਡਿਪਾਰਟਮੈਂਟਸ ਇਹੋ ਜਿਹੇ ਨੇ, ਖਾਸ ਕਰ ਸਾਡੇ ਹੁਣ ਪਿਛਲੇ 4 ਸਾਲਾਂ 'ਚ ਜਦੋਂ ਸਾਡੇ ਨਵੇਂ ਵਾਈਸ ਚਾਂਸਲਰ ਆਏ ਨੇ ਡਾਕਟਰ ਜਸਪਾਲ ਸਿੰਘ ਸੰਧੂ, ਉਹਨਾਂ ਦੇ ਆਉਣ ਤੋਂ ਬਾਅਦ ਸਾਡੀ ਯੂਨੀਵਰਸਿਟੀ ਨੂੰ ਬਹੁਤ ਗ੍ਰਾਂਟਸ ਮਿਲੀਆਂ ਨੇ। ਔਰ ਕਿਉਂਕਿ ਉਹਨਾਂ ਦੇ ਕੰਟਰੈਕਟ ਰਹੇ ਨੇ ਦਿੱਲੀ ਵਿੱਚ, ਉੱਥੇ UGC ਦੇ ਸੈਕਟਰੀ ਵੀ ਰਹੇ ਨੇ, ਉਹਦੇ ਕਰਕੇ ਇਸ ਯੂਨੀਵਰਸਿਟੀ ਨੂੰ ਬਹੁਤ ਫਾਇਦਾ ਹੋਇਆ। ਸਾਨੂੰ 100 ਕਰੋੜ ਦੀ ਗ੍ਰਾਂਟ ਰੂਸਾ ਦੀ ਮਿਲੀ ਹੈ, ਇਸੇ ਤਰੀਕੇ ਨਾਲ ਹੋਰ ਵੀ ਗ੍ਰਾਂਟਸ ਮਿਲੀਆਂ। ਉਹਦੇ 'ਚ ਅਸੀਂ ਇਸ ਯੂਨੀਵਰਸਿਟੀ ਨੂੰ ਬੜੀ ਅੱਛੇ ਤਰੀਕੇ ਨਾਲ ਮਾਡਰਨਾਈਜ਼ ਕੀਤਾ। ਸਾਡੇ ਕੋਲ ਡਿਪਾਰਟਮੈਂਟ ਹੈ ਜੀ ਸਪੋਰਟਸ ਸਾਇੰਸ ਦਾ, ਜਿਹਦੇ 'ਚ ਸਾਡੇ ਕੋਲ ਜੇ ਤੁਸੀਂ ਕਿਤੇ ਇਕਵਿਪਮੈਂਟ ਆ ਕੇ ਵੇਖੋ ਤਾਂ ਸ਼ਾਇਦ ਹਿੰਦੁਸਤਾਨ 'ਚ ਕਿਸੇ ਵੀ ਯੂਨੀਵਰਸਿਟੀ 'ਚ ਜਾਂ ਕਿਸੇ ਵੀ ਪਾਸੇ ਇਹੋ ਜਿਹਾ ਇਕਵਿਪਮੈਂਟ ਨਹੀਂ ਹੈ ਜੀ। ਉਸ ਤੋਂ ਇਲਾਵਾ ਜੇ ਤੁਸੀਂ ਸਾਡੇ ਗੁਰੂ ਗ੍ਰੰਥ ਸਾਹਿਬ
ਭਾਵਾਂ ਚਾਹੋਗੇ ਤੇ ਤੁਹਾਨੂੰ ਉੱਥੇ ਜਿਹੜੀ ਟ੍ਰੈਡੀਸ਼ਨ ਹੈ ਉਹ ਵੀ ਦਿਖਾਈ ਦਿੰਦੀ ਹੈ। ਸੋ ਅਸੀਂ ਬਲੈਂਡ ਕੀਤਾ ਸਾਰਿਆਂ ਨੂੰ, ਹਰ ਚੀਜ਼ ਨੂੰ ਜੀ। ਸੋ ਤੇ ਜੇ ਤੁਸੀਂ ਸਿਗਨੀਫਿਕੈਂਟ ਅਚੀਵਮੈਂਟ ਦੇਖੋ, ਸਾਡੇ ਕੋਲ ਇਮਰਜਿੰਗ ਲਾਈਫ ਸਾਇੰਸਿਸ ਦਾ ਇੱਕ ਡਿਪਾਰਟਮੈਂਟ ਹੈ ਜਿਹਦੇ ਵਿੱਚ ਵਰਲਡ ਕਲਾਸ ਇਕਵਿਪਮੈਂਟ ਹੈ ਜੀ। ਸਿਮਿਲਰਲੀ ਜੇ ਅਸੀਂ ਕੰਪਿਊਟਰ ਸਾਇੰਸ ਦੀ ਗੱਲ ਕਰੀਏ, ਕੰਪਿਊਟਰ ਇੰਜੀਨੀਅਰਿੰਗ ਦੀ ਗੱਲ ਕਰੀਏ, ਤਾਂ ਸਾਡੇ ਕੋਲ ਬੱਚੇ ਨੇ ਜਿਹੜੇ ਵਧੀਆ ਤੋਂ ਵਧੀਆ ਸੌਫਟਵੇਅਰ ਤਿਆਰ ਕਰਨ ਨੂੰ ਤਿਆਰ ਨੇ ਔਰ ਵੱਡੀ ਤੋਂ ਵੱਡੀ ਕੰਪਨੀ ਵਿੱਚੋਂ ਕੰਮ ਕਰ ਰਹੇ ਨੇ ਜੀ। ਸੋ ਤਕਰੀਬਨ ਸਾਰੇ ਡਿਪਾਰਟਮੈਂਟ ਜਿਹੜੇ ਨੇ ਉਹ ਆਪਣੇ ਤਰੀਕੇ ਨਾਲ ਕੰਟਰੀਬਿਊਟ ਕਰਕੇ ਅੱਜ ਦੇ ਜ਼ਮਾਨੇ 'ਚ ਜੋ ਇੱਕ ਬੱਚੇ ਨੂੰ ਜ਼ਰੂਰਤ ਹੈ ਕਿਸੇ ਤਰੀਕੇ ਦੀ, ਚਾਹੇ ਸਾਇੰਸ ਟੈਕਨੋਲੋਜੀ ਦੀ ਹੈ, ਕਿਸੇ ਤਰੀਕੇ ਦੀ ਵੀ ਲੋੜ ਹੈ, ਵੀ ਆਰ ਰੈਡੀ ਟੂ ਫੇਸ ਦ ਵਰਲਡ ਜੀ। ਸੋ ਸਰੋਤਿਆਂ ਨੂੰ ਦੱਸ ਦੇ ਕਿ ਸਾਡੀ ਇਸ ਵਕਤ ਗੱਲਬਾਤ ਹੋ ਰਹੀ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਰਜਿਸਟਰਾਰ ਪ੍ਰੋਫੈਸਰ KS ਕਾਲੋਂ ਹੋਰਾਂ ਦੇ ਨਾਲ। ਡਾਕਟਰ ਸਾਹਿਬ, ਇਸ ਤੋਂ ਪਹਿਲਾਂ ਕਿ ਆਪਾਂ ਗੱਲਬਾਤ ਨੂੰ ਕੰਪਾਈਲਿੰਗ ਵੱਲ ਲੈ ਕੇ ਚੱਲੀਏ, ਕੁਛ ਅਜਿਹੀਆਂ ਅਚੀਵਮੈਂਟਸ ਹੁੰਦੀਆਂ ਨੇ ਕੁਛ ਜਿਹੜੀਆਂ ਤੁਸੀਂ ਕਰਨੀਆਂ ਚਾਹੁੰਦੇ ਹੋ, ਹਜੇ ਤੱਕ ਉਹ ਫੁੱਲਫਿਲ ਨਹੀਂ ਹੋਈਆਂ, ਤੁਸੀਂ ਕੀ ਸਮਝਦੇ ਹੋ ਕਿ ਇਨ ਫਿਊਚਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਜਿਹੜਾ ਵਰਲਡ ਪੱਧਰ ਦੀ ਯੂਨੀਵਰਸਿਟੀ ਬਣਾਉਣ ਦੇ ਲਈ ਹੋਰ ਕੀ ਕੁਛ ਹੋਣਾ ਚਾਹੀਦਾ? ਐਂਡ ਸੈਕੰਡਲੀ, ਜੇ ਕੋਈ ਬੰਦਾ ਬਾਹਰੋਂ ਆ ਕੇ ਵਿਜ਼ਿਟ ਕਰਨਾ ਚਾਹੁੰਦਾ ਯੂਨੀਵਰਸਿਟੀ ਨੂੰ, ਡਜ਼ ਯੂਨੀਵਰਸਿਟੀ ਪ੍ਰੋਵਾਈਡ ਐਨੀ ਕਾਈਂਡ ਆਫ ਅਸਿਸਟੈਂਸ ਔਰ ਗਾਈਡੈਂਸ? ਜੇ ਕੋਈ ਆ ਬੱਚੇ ਬਾਹਰੋਂ ਆਉਂਦੇ ਨੇ, ਸਾਡੀਆਂ ਸਿੱਖ ਫੈਮਲੀਜ਼ ਬਾਹਰੋਂ ਆਉਂਦੀਆਂ ਨੇ, ਗੁਰੂ ਨਾਨਕ ਦੇਵ ਜੀ ਦੇ ਜਿਹੜੇ ਨੇ ਨਾਨਕ ਨਾਮ ਲੇਵਾ ਨੇ ਉਹ ਵੀ ਆਉਣਾ ਚਾਹੁੰਦੇ ਨੇ, ਦੇਖਣਾ ਚਾਹੁੰਦੇ ਨੇ ਯੂਨੀਵਰਸਿਟੀ ਨੂੰ, ਕਿਸ ਤਰ੍ਹਾਂ ਦਾ ਅਰੇਂਜਮੈਂਟਸ ਨੇ? ਇਹਦੇ 'ਚ ਦੋ ਤਿੰਨ ਗੱਲਾਂ ਨੇ ਜੀ। ਇੱਕ ਤੇ ਤੁਸੀਂ ਜਿਵੇਂ ਕਿਹਾ ਕਿ ਅਸੀਂ ਅੱਗੇ ਫਿਊਚਰ ਵਿੱਚ ਕੀ ਪਲਾਨ ਕਰ ਰਹੇ ਹਾਂ। ਇੱਕ ਤੇ ਸਾਡਾ ਭਾਰਤ ਸਰਕਾਰ ਨੇ ਸਾਨੂੰ ਇੱਕ ਸੈਂਟਰ ਫॉर ਇੰਟਰਫੇਥ ਸਟੱਡੀ ਦਿੱਤਾ ਹੈ ਜੀ, ਜਿਹੜਾ ਕਿ ਆਪਣੇ ਆਪ 'ਚ ਇੱਕ ਬਹੁਤ ਹੀ ਵੱਡਾ ਪ੍ਰੋਜੈਕਟ ਹੈ ਜਿਹੜਾ ਕਿ ਸ਼ੁਰੂ ਹੋਣ ਜਾ ਰਿਹਾ। ਉਹ ਕੀ ਹੈ? ਇਸੇ ਤਰੀਕੇ ਨਾਲ ਉਹਦੇ ਵਿੱਚ ਇੰਟਰਫੇਥ ਹੈ ਜੀ, ਸੈਂਟਰ ਫॉर ਇੰਟਰਫੇਥ ਸਟੱਡੀ। ਸਾਰੇ ਧਰਮਾਂ ਦੀ ਗੱਲ ਉਹਦੇ ਵਿੱਚ ਹੋਏਗੀ, ਸਾਰੇ ਧਰਮਾਂ ਦੇ ਉਹਦੇ ਵਿੱਚ ਕਹਿ ਲਓ ਜਿਹੜੇ ਉਹਨਾਂ ਦੀ ਫਿਲਾਸਫੀ ਹੈ, ਉਹਨਾਂ ਦਾ ਇੱਕ ਬਲੈਂਡ ਜਿਹੜਾ ਹੈ ਇਸ ਸੈਂਟਰ ਵਿੱਚ ਕ੍ਰੀਏਟ ਕੀਤਾ ਜਾਏਗਾ। ਔਰ ਇਹੋ ਜਿਹਾ ਸੈਂਟਰ ਫॉर ਇੰਟਰਫੇਥ ਹੋਏਗਾ ਕਿ ਇਹ ਅਸੀਂ ਇਹਦੇ ਵਿੱਚ ਸਾਰੀ ਦੁਨੀਆ ਨੂੰ ਅਸੀਂ ਇਨਵਾਈਟ ਕਰਾਂਗੇ, ਤੁਸੀਂ ਇੱਥੇ ਆ ਕੇ ਦੇਖੋ ਕਿਸ ਤਰੀਕੇ ਨਾਲ ਸਾਰੇ ਧਰਮਾਂ ਨੂੰ ਅਸੀਂ ਇੱਕ ਜਗ੍ਹਾ ਤੇ ਲਿਆ ਕੇ ਬਲੈਂਡ ਕਰਕੇ ਤੇ ਸੈਂਟਰ ਫॉर ਇੰਟਰਫੇਥ ਸਟੱਡੀਜ਼ ਅਸੀਂ ਬਣਾਇਆ। ਇਸੇ ਤਰੀਕੇ ਨਾਲ BC ਸਾਹਿਬ ਨੇ ਇਸ ਸਾਲ 2-3 ਡਿਪਾਰਟਮੈਂਟਸ ਨਵੇਂ ਸ਼ੁਰੂ ਕੀਤੇ ਹੈ। ਇੱਕ ਤਾਂ ਫਿਲਮ ਐਂਡ ਸ਼ੂਟਿੰਗ ਦਾ ਡਿਪਾਰਟਮੈਂਟ ਹੈ। ਇਸੇ ਤਰੀਕੇ ਨਾਲ ਅਸੀਂ ਹੋਟਲ ਐਂਡ ਜਿਹੜਾ ਟੂਰਿਜ਼ਮ ਹੈ ਉਹ ਸਾਡਾ ਆਲਰੇਡੀ ਸ਼ੁਰੂ ਹੋ ਚੁੱਕਾ ਹੈ। ਐਗਰੀਕਲਚਰ ਦਾ ਡਿਪਾਰਟਮੈਂਟ ਸਾਡੇ ਕੋਲ ਨਹੀਂ ਸੀ, ਅਸੀਂ ਉਹ ਸ਼ੁਰੂ ਕਰ ਚੁੱਕੇ ਹਾਂ। ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਦੁਨੀਆ ਵਿੱਚ ਜਾਂ ਜੋ ਜਿਸ ਕਿਸਮ ਦੀ ਵੀ ਲੋੜ ਅੱਜ ਹੈਗੀ ਦੁਨੀਆ ਨੂੰ, ਅਸੀਂ ਉਸ ਕਿਸਮ ਦੀ ਇਨਫਰਾਸਟਰਕਚਰ, ਉਸ ਕਿਸਮ ਦਾ ਡਿਪਾਰਟਮੈਂਟ ਜੇ ਕੋਈ ਸ਼ੁਰੂ ਹੋ ਸਕਦਾ ਹੈ ਅਸੀਂ ਉਹ ਕਰੀਏ ਤਾਂ ਕਿ ਅਸੀਂ ਵਰਲਡ ਕਲਾਸ ਯੂਨੀਵਰਸਿਟੀ ਬਣੀਏ। ਕਿਤੇ ਵੀ ਦੁਨੀਆ 'ਚ ਕੋਈ ਵੀ ਜਿਹੜੀ ਕੋਈ ਚੇਂਜ ਹੋ ਰਹੀ ਹੈ ਉਹ ਉਹਨੂੰ ਅਸੀਂ ਨਾਲ ਦੇ ਨਾਲ ਆਪਣੇ ਚਲਾਈਏ। ਜਿੱਥੋਂ ਤੱਕ ਗੱਲ ਤੁਸੀਂ ਕਹਿ ਰਹੇ ਸੀ ਕਿ ਲੋਕ ਜਿਹੜੇ ਬਾਹਰੋਂ ਆਉਣਾ ਚਾਹੁੰਦੇ ਨੇ, ਸਾਡੇ ਦਰਵਾਜ਼ੇ ਖੁੱਲੇ ਨੇ ਜੀ। ਸਾਡਾ ਬਹੁਤ ਹੀ ਸੋਹਣਾ ਗੈਸਟ ਹਾਊਸ ਹੈ, ਠੀਕ ਹੈ। ਖਾਸ ਕਰ ਪਿਛਲੇ 4 ਸਾਲਾਂ 'ਚ ਉਸ ਗੈਸਟ ਹਾਊਸ ਨੂੰ ਅਸੀਂ ਬਹੁਤ ਇੰਪਰੂਵ ਕੀਤਾ ਹੈ। ਵਾਈਸ ਚਾਂਸਲਰ ਸਾਹਿਬ ਖੁਦ ਬੜਾ ਇੰਟਰਸਟ ਲੈਂਦੇ ਨੇ ਔਰ ਯੂਨੀਵਰਸਿਟੀ ਵਿੱਚ ਗ੍ਰੀਨਰੀ ਇੱਕ ਦੇਖਣ ਵਾਲੀ ਚੀਜ਼ ਹੈ ਜੀ। ਗ੍ਰੀਨਰੀ ਤੋਂ ਇਲਾਵਾ ਸਾਡੇ ਕੋਲ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਦੁਨੀਆ ਨੂੰ ਦਿਖਾ ਸਕਦੇ ਹਾਂ। ਸੋ ਇਸ ਕਰਕੇ ਸਾਡਾ ਜਿਹੜਾ ਗੈਸਟ ਹਾਊਸ ਦੀ ਜਿਹੜੀ ਬੁਕਿੰਗ ਵੀ ਉਹ ਵੈਬਸਾਈਟ ਤੇ ਹੈ, ਤੇ ਜੇ ਕੋਈ ਬੰਦਾ ਚਾਹੇ ਤੇ ਬੁੱਕ ਕਰਾ ਸਕਦਾ ਹੈ। ਸਾਡੇ ਦਰਵਾਜ਼ੇ ਖੁੱਲੇ ਨੇ ਜੀ। ਵੀ ਵੈਲਕਮ ਆਲ ਪੀਪਲ ਫਰਮ ਆਲ ਓਵਰ ਦ ਵਰਲਡ। ਥੈਂਕ ਯੂ ਵੈਰੀ ਮਚ ਜੀ। ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਸੋ ਪ੍ਰੋਗਰਾਮ ਸ਼ਮਾਦਾਨ ਨੂੰ ਅੱਗੇ ਲੈ ਕੇ ਚੱਲਦੇ ਹਾਂ। ਇਹ ਸਨ ਪ੍ਰੋਫੈਸਰ KS ਕਾਲੋਂ ਹੋਰੀ ਜਿਹੜੇ ਮੌਜੂਦਾ ਰਜਿਸਟਰਾਰ ਨੇ, ਪਰ ਹੁਣ ਮੇਰੇ ਨਾਲ ਅਸੀਂ ਗੱਲਬਾਤ ਕਰਨ ਦੇ ਲਈ ਪ੍ਰੋਫੈਸਰ ਜਗਰੂਪ ਸਿੰਘ ਜੀ ਜੁੜੇ ਨੇ। ਉਹ ਵੀ ਅੰਮ੍ਰਿਤਸਰ ਤੋਂ, ਉਹ ਸਾਬਕਾ ਪ੍ਰੋਫੈਸਰ ਨੇ, ਕਿਉਂਕਿ ਕਈ ਗੱਲਾਂ ਆਪਾਂ ਇਹ ਵੀ ਜਾਣਨਾ ਚਾਹੁੰਦੇ ਹਾਂ ਕਿ ਅਸੀਂ ਜੋ ਪੂਰੀਆਂ ਨਹੀਂ ਕਰ ਸਕੇ, ਕੀ ਕਮੀਆਂ ਨੇ ਜਾਂ ਕੀ ਹੋਰ ਅਚੀਵਮੈਂਟਸ ਨੇ, ਤਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਪ੍ਰੋਫੈਸਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਫੈਸਰ ਸਾਹਿਬ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ, ਕਿਉਂਕਿ ਹਮੇਸ਼ਾ ਹੀ ਮੈਂ ਪਹਿਲਾਂ ਵੀ ਕਹਿੰਦੇ ਕਿ ਹਰ ਇੱਕ ਮੋਟਿਵ ਹੁੰਦਾ ਹੈ ਆਪਾਂ ਕੋਈ ਯੂਨੀਵਰਸਿਟੀ ਸਥਾਪਿਤ ਕੀਤੀ ਇਹਦੇ ਇਕੱਲਾ ਨਹੀਂ ਵੀ ਚਲੋ ਗੁਰੂ ਨਾਨਕ ਦੇਵ ਜੀ ਦਾ ਉਦੋਂ ਗੁਰਪੁਰਬ ਸੀ ਜੀ, ਚਲੋ ਅਸੀਂ ਸਥਾਪਿਤ ਕਰਤੀ, ਉਹਨਾਂ ਦੇ ਨਾਂ 'ਤੇ ਸਥਾਪਿਤ ਕਰਤੀ, ਪਰ ਕੁਛ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਉਹ ਚੀਜ਼ਾਂ ਅਚੀਵ ਕਰਨੀਆਂ ਚਾਹੁੰਦੇ ਅਸੀਂ, ਜਾਂ ਜਿਵੇਂ ਚੇਅਰ ਸਥਾਪਿਤ ਕਰਦੇ ਹਾਂ ਕੋਈ ਵੀ ਕਿਸੇ ਵੀ ਵਿਅਕਤੀ ਦੇ ਨਾਂ ਦੇ ਉੱਤੇ, ਉਹਦੇ ਉੱਤੇ ਰਿਸਰਚ ਕਰਦੇ ਹਾਂ। ਸੋ ਜਿਹੜੀ ਇਹ ਯੂਨੀਵਰਸਿਟੀ ਦੀ ਸਥਾਪਨਾ ਹੋਈ ਸੀਗੀ, ਇਹ ਕਈ ਮੋਟਿਵ ਲੈ ਕੇ ਹੋਈ ਸੀ, ਐਡਾ ਲੰਮਾ ਪੈਂਡਾ ਸਫ਼ਰ ਕਰ ਗਈ। ਇਸ ਪੈਂਡੇ ਦੇ ਵਿੱਚ ਬਹੁਤ ਅੱਛੇ ਸ਼ਖਸੀਅਤਾਂ ਵੀ ਦਿੱਤੀਆਂ ਨੇ, ਪਰ ਕੀ ਲੱਗਦਾ ਤੁਹਾਨੂੰ ਕਿ ਸਾਰੀਆਂ ਅਚੀਵਮੈਂਟਸ ਜਿਹੜੀਆਂ ਸੋਚਿਆ ਸੀ ਉਹ ਪੂਰੀਆਂ ਹੋ ਗਈਆਂ? ਸਰਕਾਰਾਂ ਦੇ ਕਿਸ ਤਰ੍ਹਾਂ ਦੇ ਦਬਾਅ ਰਹੇ ਹੋਣੇ ਆ, ਕੁਛ ਐਂਟੀ ਜਿਹੜੀਆਂ ਨੇ ਪ੍ਰੈਸ਼ਰ ਗਰੁੱਪਸ ਵੀ ਹੁੰਦੇ ਨੇ ਜਿਹੜੇ ਚਾਹੁੰਦੇ ਨਹੀਂ ਕਿ ਇਹ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਅੱਗੇ ਜਾਵੇ ਜੀ? ਨਹੀਂ ਜੀ ਧੰਨਵਾਦ ਸਾਹਿਬ, ਅਸਲ ਦੇ ਵਿੱਚ ਇਹ ਤੁਹਾਡੀ ਗੱਲ ਠੀਕ ਹੈ ਕਿ 1969 ਦੇ ਵਿੱਚ ਜਦੋਂ 500 ਸਾਲਾ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਸੀਗਾ ਜੀ, ਤੇ ਮੇਰੇ ਖਿਆਲ ਇਹ ਉਸ ਸਮੇਂ ਦੇ ਵਿੱਚ ਹੀ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ
ਵਿਦਿਆ ਦਾ ਜਿਹੜਾ ਸੀ ਪ੍ਰਸਾਰ ਹੋਇਆ ਜੀ। ਉਹਦਾ ਇੱਕ ਤਾਂ ਕਾਰਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਉਸ ਸਮੇਂ ਗ੍ਰੀਨ ਰੈਵੋਲੂਸ਼ਨ ਸ਼ੁਰੂ ਹੋ ਗਿਆ ਸੀਗਾ, ਤੇ ਗ੍ਰੀਨ ਰੈਵੋਲੂਸ਼ਨ ਤੋਂ ਬਾਅਦ ਜਿਹੜੀ ਗਰੋਥ ਦਾ ਪ੍ਰੋਸੈਸ ਸੀਗਾ, ਜਿਹਨੂੰ ਆਪਾਂ ਡਿਵੈਲਪਮੈਂਟ ਹੀ ਕਹਿ ਲੈਂਦੇ, ਉਹ ਸ਼ੁਰੂ ਹੋਇਆ ਸੀਗਾ ਜੀ। ਤੇ ਉਸ ਗਰੋਥ ਦੇ ਵਿੱਚ ਤੁਸੀਂ ਦੇਖੋ ਜਿੰਨੀਆਂ ਗੁਰੂ ਨਾਨਕ ਦੇਵ ਸਾਹਿਬ ਦੇ ਨਾਂ ਦੇ ਉੱਤੇ ਕਾਲਜ ਹੈ, ਸਕੂਲ ਹੈ, ਬਹੁਤ ਸਾਰੀਆਂ ਐਜੂਕੇਸ਼ਨ ਇੰਸਟੀਟਿਊਸ਼ਨ ਜਿਹੜੀਆਂ ਸੀ ਉਸ ਸਮੇਂ ਖੁੱਲੀਆਂ ਸੀ, ਜਿਹਨਾਂ ਦੀ ਇੱਕ ਯੂਨੀਵਰਸਿਟੀ ਵੀ ਸੀਗੀ। ਤੇ ਕਿਉਂਕਿ ਇਹ ਵੱਲ ਬਹੁਤ ਕਲੀਅਰ ਸੀ ਕਿ ਵਿਦਿਆ ਤੋਂ ਬਿਨਾਂ ਜਿਹੜਾ ਹੈਗਾ ਵਾ ਤੁਸੀਂ ਅੱਗੇ ਨਹੀਂ ਵੱਧ ਸਕਦੇ, ਕਿਉਂਕਿ ਨੌਲੇਜ ਬਹੁਤ ਇੰਪੋਰਟੈਂਟ ਸੀਗਾ। ਜੀ ਜੀ। ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਜਿਹੜਾ ਕੈਲੰਡਰ ਹੈਗਾ ਵਾ, ਉਹਦੇ ਵਿੱਚ ਉਹਦਾ ਮੰਤਵ ਜਿਹੜਾ ਉਹ ਦੱਸਿਆ ਗਿਆ ਸੀਗਾ ਕਿ ਇਹਦੇ ਵਿੱਚ ਇੱਕ ਤਾਂ ਇਹ ਸੀਗਾ ਵੀ ਜੋ ਗੁਰੂ ਨਾਨਕ ਦੇਵ ਜੀ ਦੀਆਂ ਜਿਹੜੀਆਂ ਹੈਗੀਆਂ ਸਿੱਖਿਆਵਾਂ ਹੈ, ਜਿੱਦਾਂ ਯੂਨੀਵਰਸਿਟੀ ਦਾ ਲੋਗੋ ਹੈ, ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਵਿਦਿਆ ਵਿਚਾਰ ਵਾਲੀ, ਉਹਦੇ ਨਾਲ ਤੁਸੀਂ ਲੋਕਾਂ ਦਾ ਭਲਾ ਕਰ ਸਕਦੇ ਜੋ, ਤੁਸੀਂ ਲੋਕਾਂ ਦੀ ਜਿਹੜੀ ਹੈਗੀ ਸੇਵਾ ਕਰ ਸਕਦੇ ਜੋ। ਤੋਂ 69 ਤੋਂ ਲੈ ਕੇ ਜੇ ਅੱਜ ਦੇਖਿਆ ਜਾਵੇ ਕਿ ਅੱਜ 2021 ਹੈ, ਸ਼ਾਇਦ 52 ਸਾਲ ਯੂਨੀਵਰਸਿਟੀ ਨੇ ਪੂਰੇ ਕੀਤੇ ਆ ਜੀ। ਤੇ ਇਸ ਸਮੇਂ ਦੇ ਵਿੱਚ ਸਾਡੀ ਗੁੱਡ ਲੱਕ ਇਹ ਰਹੀ ਹੈਗੀ ਆ ਕਿ ਇਹਨੂੰ ਹੈਡ ਕਰਨ ਵਾਲੇ ਜਾਂ ਇਹਨੂੰ ਚਲਾਉਣ ਵਾਲੇ ਜਾਂ ਜਿਹੜੇ ਫਾਊਂਡਿੰਗ ਜਿਹੜੇ ਇਹਨਾਂ ਦੇ ਫਾਦਰ ਸੀਗੇ, ਬਿਸ਼ਨ ਸਿੰਘ ਸਮੁੰਦਰੀ ਸੀਗੇ ਜੀ, ਜਿਹੜੇ ਕਿ ਉਸ ਸਮੇਂ ਦੀ ਬਹੁਤ ਮਹਾਨ ਸ਼ਖਸੀਅਤ ਸੀਗੀ, ਜਿਨ੍ਹਾਂ ਦੀ ਇੱਕ ਆਪਣਾ ਇਤਿਹਾਸ ਵੀ ਸੀਗਾ। ਤੇਜਾ ਸਿੰਘ ਸਮੁੰਦਰੀ ਸਾਹਿਬ ਦੇ ਸਾਹਿਬਜ਼ਾਦੇ ਸੀਗੇ ਜੀ। ਤੇ ਉਹਨਾਂ ਨੇ ਯੂਨੀਵਰਸਿਟੀ ਦੇ ਵਿੱਚ 9 ਸਾਲ ਉਹਨਾਂ ਨੂੰ 3 ਐਕਸਟੈਂਸ਼ਨ ਮਿਲੀਆਂ। ਉਹਨਾਂ ਨੇ ਇਸ ਯੂਨੀਵਰਸਿਟੀ ਨੂੰ ਅਕਾਦਮਿਕ ਤੌਰ ਦੇ ਉੱਤੇ ਇਹਦਾ ਜਿਹੜਾ ਸੀਗਾ ਬਹੁਤ ਸਟਰੋਂਗ ਜਿਹੜੀ ਆ ਫਾਊਂਡੇਸ਼ਨ ਸ਼ੁਰੂ ਕੀਤੀ ਸੀ ਜੀ। ਬਾਹਰਲੀਆਂ ਯੂਨੀਵਰਸਿਟੀਆਂ, ਬਾਹਰਲੇ ਦੇਸ਼ਾਂ ਤੋਂ ਪੜ੍ਹੇ ਹੋਏ ਟੀਚਰ ਉਸ ਸਮੇਂ ਤੇ ਜਿੰਨੇ ਵੀ ਡਿਪਾਰਟਮੈਂਟ ਖੁੱਲੇ ਸੀ, ਜਿੰਨੇ ਵੀ ਲੋਕ ਆਏ ਸੀਗੇ, ਉਹ ਜਿਹੜੇ ਸਾਰੇ ਸੀਗੇ ਕਿ ਉਹ ਉਹਨਾਂ ਨੂੰ ਲਿਆਂਦਾ ਗਿਆ ਇੱਥੇ। ਬਹੁਤ ਸਾਰੇ ਟੀਚਰ ਏਦਾਂ ਦੇ ਵੀ ਸੀਗੇ ਕਿ ਜਿਨ੍ਹਾਂ ਨੂੰ ਉਹਨਾਂ ਨੇ ਹਰ ਤਰੀਕਾ ਵਰਤ ਕੇ ਵਾਈਸ ਚਾਂਸਲਰ ਸਾਹਿਬ ਨਾਲ ਜਿਹੜੇ ਦੂਸਰੀ ਯੂਨੀਵਰਸਿਟੀਆਂ ਨਾਲ ਉਹਨਾਂ ਨੂੰ ਕਹਿ ਕੇ ਇੱਥੇ ਲਿਆਂਦੇ ਗਏ। ਉਹ ਚਾਹੇ ਕੈਮਿਸਟਰੀ ਦੇ ਵਿੱਚ ਸੀਗੇ, ਚਾਹੇ ਹਿਸਟਰੀ ਦੇ ਵਿੱਚ ਸੀ। ਵੈਸੇ ਜਗਤਾਰ ਸਿੰਘ ਗਰੇਵਾਲ ਜਿਹੜੇ ਸੀ ਉਹ ਇਸ ਸਮੇਂ ਉਦੋਂ ਚੰਡੀਗੜ੍ਹ ਦੇ ਸੀ, ਉਹਨਾਂ ਨੂੰ ਹਿਸਟਰੀ ਦੇ ਵਿੱਚ ਲਿਆਂਦਾ ਗਿਆ। ਸਾਡੇ ਇੱਕ ਉੱਥੋਂ ਬੈਂਸ ਸਾਹਿਬ ਆਉਂਦੇ ਸੀ ਦਿੱਲੀ ਯੂਨੀਵਰਸਿਟੀ ਦੇ, ਉਹਨਾਂ ਲਿਆਂਦਾ ਗਿਆ। RS ਸੰਧੂ, SS ਸੰਧੂ, ਬਹੁਤ ਵੱਡੇ ਲੋਕ ਜਿਹੜੇ ਸੀ ਉਸ ਸਮੇਂ ਦੇ ਵਿੱਚ, ਜਿਹੜੇ ਬਹੁਤ ਸੁੱਖ ਸਹੂਲਤਾਂ ਛੱਡ ਕੇ ਯੂਨੀਵਰਸਿਟੀ ਐਸਟੈਬਲਿਸ਼ ਹੋਏ ਸੀ, ਉੱਥੇ ਯੂਨੀਵਰਸਿਟੀ ਘਰਾਂ ਚ ਰਹਿੰਦੇ ਸੀ, ਉਹ ਇੱਥੇ ਆਏ। ਤਾਂ ਇਸ ਕਰਕੇ ਇਸ ਯੂਨੀਵਰਸਿਟੀ ਜਿਹੜੀ ਬੁਨਿਆਦ ਹੈ ਉਹ ਬਹੁਤ ਹੀ ਜਿਹੜੀ ਹੈ ਉਹਨੂੰ ਕਹਿ ਸਕਦੇ ਆ ਵੀ ਬਹੁਤ ਹੀ ਮਜ਼ਬੂਤ ਔਰ ਬਹੁਤ ਹੀ ਜਿਹੜੀ ਹੈਗੀ ਆ ਮਤਲਬ ਤਗੜੇ ਤੌਰ ਦੇ ਉੱਤੇ ਰੱਖੀ ਗਈ ਸੀਗੀ ਜੀ। ਇਸ ਤੋਂ ਬਾਅਦ ਜਿੰਨੇ ਵੀ ਵਾਈਸ ਚਾਂਸਲਰ ਸਾਹਿਬ ਆਏ, ਉਹਨਾਂ ਤੋਂ ਕਰਮ ਸਿੰਘ ਗਰੇਵਾਲ ਵਾਈਸ ਚਾਂਸਲਰ ਸਾਹਿਬ ਆਏ ਆ, ਜਿਹੜੇ ਇੱਕ ਟੌਪ ਲੈਵਲ ਦੇ ਇਕੋਨੋਮਿਸਟ ਹੁੰਦੇ ਸੀਗੇ, ਜਿਹੜੇ 3 ਸਾਲ ਇੱਥੇ ਰਹੇ ਆ। ਗਰੇਵਾਲ ਸਾਹਿਬ ਵੀ ਰਹੇ ਆ। ਉਸ ਤੋਂ ਬਾਅਦ ਬਲ ਸਾਹਿਬ ਇੱਕ ਹਿਸਟਰੀ ਦੇ ਹੁੰਦੇ ਸੀ, ਪ੍ਰੋਫੈਸਰ ਪ੍ਰੋਮੀਨੈਂਟ, ਉਹ ਆਏ ਸੀਗੇ। ਰੰਧਾਵਾ ਸਾਹਿਬ ਆਏ ਸੀਗੇ। ਇਸ ਤਰੀਕੇ ਨਾਲ ਜਿਹੜੇ ਵਾਈਸ ਚਾਂਸਲਰ ਹੁਣ ਤੱਕ ਆਏ ਆ, ਇਸ ਵੇਲੇ ਪਾਸੇ ਜਸਪਾਲ ਸਿੰਘ ਸੰਧੂ ਹੈ, ਜਿਹੜੇ ਮੌਜੂਦਾ ਵਾਈਸ ਚਾਂਸਲਰ ਹੈ, ਜਿਹੜੇ ਥੋੜੇ 5 ਸਾਲ ਉੱਥੇ UGC ਕੰਮ ਕੀਤਾ, ਉਹ ਆਏ ਜੀ। ਤਾਂ ਸਾਡੀ ਗੁੱਡ ਲੱਕ ਯੂਨੀਵਰਸਿਟੀ ਇਹ ਰਹੀ ਆ ਕਿ ਖਾਸ ਕਰਕੇ ਹੋਰ ਯੂਨੀਵਰਸਿਟੀਆਂ ਦੇ ਮੁਕਾਬਲੇ ਦੇ ਵਿੱਚ ਕਿ ਸਾਨੂੰ ਜਿਹੜੇ ਦੇ ਲੀਡਰ ਮਿਲੇ ਹੈਗੇ ਆ, ਉਹ ਮਿਲੇ ਆ ਜਿਨ੍ਹਾਂ ਦੀ ਇਹਨਾਂ ਨਾਲ ਕਮਿਟਮੈਂਟ ਸੀਗੀ, ਜਾਂ ਜਿਹੜੇ ਲੀਡਰ ਜਿਹੜੇ ਹੈਗੇ ਸੀ ਉਹਨਾਂ ਨੂੰ ਸੈਂਸ ਆਫ ਬਿਲੋਂਗਿੰਗ ਸੀ। ਇਹ ਮੇਰੀ ਸੰਸਥਾ ਹੈ, ਇਸ ਕਰਕੇ ਵੀ ਹੋ ਸਕਦਾ ਕਿ ਕਿਉਂਕਿ ਬਾਬੇ ਨਾਨਕ ਦੇ ਨਾਂ ਦੇ ਉੱਤੇ ਸੀ, ਇਸ ਕਰਕੇ ਵੀ ਹੋ ਸਕਦਾ ਕਿ ਜਿਹੜੀ ਇੱਥੋਂ ਦੀ ਫਾਊਂਡੇਸ਼ਨ ਬਹੁਤ ਤਗੜੀ ਸੀਗੀ ਤੇ ਹਮੇਸ਼ਾ ਇਹ ਅੱਗੇ ਨੂੰ ਵੱਧਦੀ ਗਈ ਆ ਜੀ। ਤਾਂ ਇਹ ਠੀਕ ਹੈ ਕਿ ਚੈਲੰਜਸ ਤਾਂ ਆਉਂਦੇ ਆ, ਕਿਉਂਕਿ ਰੀਜਨਲ ਯੂਨੀਵਰਸਿਟੀ ਸੀਗੀ, ਔਰ ਰੀਜਨਲ ਯੂਨੀਵਰਸਿਟੀ ਬਾਰਡਰ ਯੂਨੀਵਰਸਿਟੀ ਸੀ, ਰੀਜਨਲ ਯੂਨੀਵਰਸਿਟੀ ਸੀਗੀ, ਪਰ ਸਮੇਂ ਦੇ ਨਾਲ ਇਹਦਾ ਜਿਹੜਾ ਸੀ ਕਰੈਕਟਰ ਚੇਂਜ ਹੁੰਦਾ ਗਿਆ ਜੀ। ਔਰ ਉਸ ਚੇਂਜ ਕਰੈਕਟਰ ਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਹੁਣ ਸਾਨੂੰ ਲੱਗਦਾ ਹੁੰਦਾ ਕਿ ਕਿਉਂਕਿ ਇਸੇ ਯੂਨੀਵਰਸਿਟੀ ਦੇ ਵਿੱਚ ਹੈਗਾ ਕਿ ਜਿਹੜੇ ਬਾਰਡਰ ਦੇ ਸਟੂਡੈਂਟ ਦੇ ਵਾਸਤੇ ਵੀ ਰਿਜ਼ਰਵੇਸ਼ਨ ਹੈਗੀ ਆ ਜੀ, ਤੇ ਪਿੰਡ ਦੇ ਲੋਕਾਂ ਵਾਸਤੇ ਵੀ ਜਿਹੜਾ ਹੈਗਾ ਸੀ, ਰੂਰਲ ਏਰੀਆ ਦੇ ਵਿੱਚ ਵੀ ਸਾਡੇ ਰਿਜ਼ਰਵੇਸ਼ਨ ਹੈਗੀ ਆ ਬਿਲਕੁਲ। ਪਰ ਹੌਲੀ ਹੌਲੀ ਜਦੋਂ ਦੇਖਿਆ ਕਿ ਕਿਉਂਕਿ ਬਾਅਦ ਦੇ ਵਿੱਚ ਜਿਹੜਾ ਐਡਮਿਸ਼ਨ ਸੀਗਾ ਉਹ ਸਾਰਾ ਕੰਪੀਟੀਸ਼ਨ ਬੇਸਡ ਹੋ ਗਿਆ, ਤੇ ਉਹ ਹੌਲੀ ਹੌਲੀ ਉਹਦੇ ਵਿੱਚੋਂ ਸਾਰੇ ਬਾਹਰਲੇ ਪਾਸੇ ਨੂੰ ਜਾਣਾ ਸ਼ੁਰੂ ਹੋ ਗਏ। ਇਹ ਵੈਸੇ ਬਿਲਕੁਲ ਪ੍ਰੋਫੈਸਰ ਸਾਹਿਬ, ਮੈਂ ਇਹਦੇ ਉੱਤੇ ਵੀ ਤੁਹਾਡੇ ਦੇਖੋ ਸਾਡੀ ਬਦਕਿਸਮਤੀ ਕਹਿ ਲਓ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ ਪਿੰਡਾਂ ਵਾਲਿਆਂ ਦੀ ਰਿਜ਼ਰਵੇਸ਼ਨ ਸੀ, ਇੱਥੇ ਰਿਜ਼ਰਵੇਸ਼ਨ ਸੀ ਬਾਰਡਰ ਏਰੀਆ ਲਈ, ਕੰਢੀ ਏਰੀਆ ਲਈ, ਪੇਂਡੂ ਬੱਚਿਆਂ ਦੇ ਲਈ, ਪਰ ਉਹ ਖੋਹ ਲਏਗੀ ਹੌਲੀ ਹੌਲੀ। ਉਹ ਬੱਚੇ ਹੁਣ ਸਰਕਾਰੀ ਸਕੂਲਾਂ ਤਾਂਹੀਏ ਜੇ ਪਿੰਡਾਂ ਵਾਲੇ ਲੋਕਾਂ ਦੀ ਵੀ ਇੱਕ ਤਰ੍ਹਾਂ ਕਹੀਏ, ਜਦੋਂ ਉੱਥੋਂ ਦੀ ਪਾਪੂਲੇਸ਼ਨ ਹੀ ਜਦੋਂ ਫਿਰ ਸ਼ਹਿਰਾਂ ਨੂੰ ਤੁਰ ਪਈ ਵੀ ਭਾਈ ਮਿਲਣਾ ਤਾਂ ਕੁਛ ਹੈ ਨਹੀਂ ਜੀ। ਅਸੀਂ ਮਤਲਬ ਜਦੋਂ ਅਸੀਂ ਆਪਣੇ ਜਿਹੜਾ 70s ਦਾ 80s ਦਾ ਸਮਾਂ ਸੀਗਾ, ਉਹ ਉਦੋਂ ਪਿੰਡਾਂ ਵਾਲੇ ਬਹੁਤ ਜ਼ਿਆਦਾ ਲੋਕ ਇੱਥੇ ਆਉਂਦੇ ਹੁੰਦੇ ਸੀਗੇ। ਹੌਲੀ ਹੌਲੀ ਪੰਜਾਬ ਦੇ ਹਾਲਾਤ ਵੀ ਆਪਾਂ ਨੂੰ ਪਤਾ ਵੀ ਉਹ ਹਾਲਾਤ ਵੀ ਬਹੁਤ ਚੰਗੇ ਨਾ ਰਹੇ, ਜੋ ਜਿਹੜੇ 15-16 ਸਾਲ ਹਾਲਾਤ ਰਹੇ ਆ ਉਹਦੇ ਵਿੱਚ ਸਭ ਤੋਂ ਵੱਡੀ ਮਾਰ ਪਿੰਡ ਦੇ ਜਿਹੜਾ ਸਮਾਜਿਕ ਤਾਣਾ ਬਾਣਾ ਸੀ, ਵਿਦਿਆ ਨੂੰ
ਤੇ ਹੋਰ ਚੀਜ਼ਾਂ ਨੂੰ ਮਾਰ ਵੱਜੀ ਆ। ਖਾਸ ਕਰਕੇ ਆਪਾਂ ਕਹਿੰਦੇ 78 ਤੋਂ ਲੈ ਕੇ 91-2 ਤੱਕ ਜਿਹੜਾ ਸਮਾਂ ਰਿਹਾ ਸੀਗਾ, ਉਹਦੇ ਨਾਲ ਜਿਹੜਾ ਸਾਡਾ ਪੇਂਡੂ ਤਾਣਾ ਬਾਣਾ ਸੀ, ਜਿਹੜਾ ਪੇਂਡੂ ਭਾਈਚਾਰਾ ਸੀ, ਪੇਂਡੂ ਵਿਦਿਆਰਥੀ ਸੀਗੇ, ਉਹ ਸਾਰਾ ਸਿਸਟਮ ਜਿਹੜਾ ਉਹ ਕੋਲੈਪਸ ਹੋ ਗਿਆ ਜੀ। ਫਿਰ ਇਸ ਤੋਂ ਬਾਅਦ ਇਹ ਹੋਇਆ ਕਿ ਕਿਉਂਕਿ 91 ਤੋਂ ਬਾਅਦ ਇੱਕ ਜਿਹੜੀ ਨੈਸ਼ਨਲ ਜਿਹੜੀ ਆਪਾਂ ਕਹਿੰਦੇ ਆ ਵੀ ਨਵੀਂ ਪਾਲਿਸੀ ਸ਼ੁਰੂ ਹੋ ਗਈ, ਜਿਹਨੂੰ ਲਿਬਰਲਾਈਜੇਸ਼ਨ ਦੀ ਗੱਲ ਕਰਦੇ ਆ। ਮੇਰਾ ਕਹਿਣ ਤੋਂ ਭਾਵ ਹੈਗਾ ਕਿ ਪੰਜਾਬ ਐਗਰੀਕਲਚਰ ਇੱਕ ਸਟੇਟ ਹੈਗੀ ਆ, ਐਗਰੀਕਲਚਰ ਦੀ ਜਿਹੜੀ ਹੈਗੀ ਸੀ ਕਲਾਈਮੈਕਸ ਸੀ, ਉਹ 90 ਤੋਂ ਆਣ ਕੇ ਐਗਰੀਕਲਚਰ ਦੀ ਇਨਕਮ ਜਿਹੜੀ ਉਹ ਸਾਨੂੰ ਡਿੱਗਣੀ ਸ਼ੁਰੂ ਹੋ ਗਈ। 80 ਤੱਕ ਠੀਕ ਸੀ, 90 ਤੋਂ ਬਾਅਦ ਹੌਲੀ ਦੂਸਰੇ ਪਾਸੇ ਡਿੱਗਣੀ ਸ਼ੁਰੂ ਹੋ ਗਏ ਜੀ। ਤੇ ਇਸ ਕਰਕੇ ਦੂਸਰੇ ਪਾਸੇ ਜਿਹੜੀ ਸਾਡੀ ਵਿਦਿਆ ਸੀ ਹੌਲੀ ਮਹਿੰਗੀ ਹੋਣੀ ਸ਼ੁਰੂ ਹੋ ਗਈ। ਤੇ ਮੇਰੇ ਖਿਆਲ ਆ ਵੀ ਇਹ ਯੂਨੀਵਰਸਿਟੀ ਇਸ ਵੇਲੇ ਜਿਹੜੀਆਂ ਪੰਜਾਬ ਦੀਆਂ ਜਿੰਨੀਆਂ ਵੀ ਯੂਨੀਵਰਸਿਟੀਆਂ ਹੈਗੀਆਂ ਪਬਲਿਕ, ਉਹਨਾਂ ਦੇ ਨਾਲੋਂ ਇਹ ਮਹਿੰਗੀ ਯੂਨੀਵਰਸਿਟੀ ਆ ਜੀ। ਇਹ ਪਿਛਲੇ ਲੰਮੇ ਸਮੇਂ ਤੋਂ ਇਹਦੇ ਵਿੱਚ ਖਾਸ ਕਰਕੇ ਇਹ ਵੀ ਹੁਣ ਹੋਇਆ, ਪਿਛਲੇ 20 ਸਾਲ ਤੋਂ 18-20 ਸਾਲ ਤੋਂ ਲਗਾਤਾਰ ਇੱਥੇ ਫੀਸ ਕਾਫੀ ਵੱਧ ਗਈ ਹੈ। ਤੇ ਫੀਸ ਸਟਰਕਚਰ ਵੇਖੋ ਤੇ ਦੂਸਰਿਆਂ ਨਾਲ ਕੰਪੇਅਰ ਕਰੋ ਤੇ ਉਹ ਕਾਫੀ ਹਾਈ ਹੈਗਾ ਉਸ ਤਰੀਕੇ ਦੇ ਨਾਲ। ਇਹ ਵੀ ਇੱਕ ਵੱਡਾ ਕਾਰਨ ਬਣਿਆ ਕਿ ਜਿਹੜਾ ਖਾਸ ਕਰਕੇ ਡਿਸਐਡਵਾਂਟੇਜ ਸੈਕਸ਼ਨ ਹੈਗਾ ਸੀ, ਜਿਹੜਾ ਜਨਰਲ ਕੈਟੇਗਰੀ ਦਾ ਸੀਗਾ, ਰਿਜ਼ਰਵ ਕੈਟੇਗਰੀ ਨੂੰ ਜਿੱਥੇ ਦਿੰਦੇ ਆ, ਜਿਹਦੇ ਵਿੱਚ ਖਾਸ ਕਰਕੇ ਪੇਂਡੂ ਸਟੂਡੈਂਟ ਆਉਂਦਾ ਹੈ, ਪੇਂਡੂ ਭਾਈਚਾਰੇ ਦੇ ਲੋਕ ਆਉਂਦੇ ਆ, ਬਾਰਡਰ ਦੇ ਆਉਂਦੇ ਆ। ਉਹਦੇ ਕਾਰਨ ਇਹ ਸੀਗਾ ਕਿ 1991-92 ਦੇ ਵਿੱਚ ਇਹਦੀ ਸਟੇਟ ਦੀ ਜਿਹੜੀ ਗ੍ਰਾਂਟ ਹੁੰਦੀ ਸੀਗੀ ਉਹ 80-90% ਹੁੰਦੀ ਸੀ, ਬਾਕੀ 8-10% ਜਿਹੜੀ ਉਹ ਆਪ ਕਰਨਾ ਪੈਂਦਾ ਸੀਗਾ। ਤੇ ਹੌਲੀ ਆਣ ਕੇ ਇਹ ਹੋਇਆ ਕਿ ਸਟੇਟ ਦੀ ਜਿਹੜੀ ਗ੍ਰਾਂਟ ਜਿਹੜੀ ਸਾਨੂੰ ਮਿਲਦੀ ਆ ਖਰਚੇ ਵਾਸਤੇ, ਉਹ 15 ਤੋਂ 20% ਦੇ ਵਿੱਚ ਆ ਗਈ। ਤੇ ਬਾਕੀ ਜਿਹੜਾ ਹੈਗਾ ਸੀ ਯੂਨੀਵਰਸਿਟੀ ਨੇ ਪੂਰਾ ਕਰਨ ਵਾਸਤੇ ਨੈਚੁਰਲੀ ਫੀਸਾਂ ਕਰਨੀਆਂ ਸੀ, ਹੋਰ ਤਾਂ ਕੋਈ ਸਾਧਨ ਹੋ ਨਹੀਂ ਸਕਦਾ, ਉਹ ਸਾਰੀਆਂ ਫੀਸਾਂ ਵੱਧ ਗਈਆਂ। ਤੋ ਇੱਕ ਤਾਂ ਇਹ ਜਿਹੜਾ ਖਾਸ ਜਿੱਦਾਂ ਹੁਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਜਿੰਨਾ ਲਿਬਰਲੀ ਉਹਨਾਂ ਨੇ ਅੱਜ ਗ੍ਰਾਂਟ ਦਿੱਤੀ ਹੈ ਚੰਨੀ ਸਾਹਿਬ ਨੇ, ਸਾਡੀ ਵੀ ਇਸ ਯੂਨੀਵਰਸਿਟੀ ਨੂੰ ਜੇ ਇਸ ਕਿਸਮ ਦੀ ਗ੍ਰਾਂਟ ਜਿਹੜੀ ਮੇਰੇ ਖਿਆਲ ਹੈ ਵੀ ਇਹ ਸਾਡਾ ਵੱਡਾ ਚੈਲੰਜ ਹੈਗਾ ਕਿ ਸਾਨੂੰ ਜਿਹੜਾ ਹੈਗਾ ਵਾ ਕਿ ਸਾਡੀ ਇਨਕਮ ਉਸ ਤਰੀਕੇ ਨਾਲ ਘਟ ਗਈ ਔਰ ਅਸੀਂ ਖਰਚੇ ਸਾਡੇ ਵੱਧ ਗਏ ਕਿਉਂਕਿ ਰੇਟ ਲਾਗੂ ਹੋ ਗਏ ਜਾਂ ਹੋਰ ਵੱਧ ਗਏ। ਉਹਦੇ ਨਾਲ ਵੀ ਜਿਹੜੀ ਜਿਸ ਮਕਸਦ ਲਈ ਯੂਨੀਵਰਸਿਟੀ ਸੀ, ਪੇਂਡੂ ਲੋਕਾਂ ਵਾਸਤੇ ਸੀ, ਬਾਰਡਰ ਏਰੀਆ ਵਾਸਤੇ ਸੀਗੇ, ਉਹ ਹੌਲੀ ਆਪਣੇ ਆਪ ਢਾਂਚਾਗਤ ਤਰੀਕੇ ਦੇ ਨਾਲ ਹੀ ਬਾਹਰਲੇ ਪਾਸੇ ਸ਼ੁਰੂ ਹੋ ਗਿਆ ਜੀ। ਦੂਸਰਾ ਇਹ ਸੀਗਾ ਕਿ ਯੂਨੀਵਰਸਿਟੀ ਦਾ ਕਲਾਈਮੈਕਸ ਆਇਆ ਜਦੋਂ ਸਾਡੇ ਇੱਥੇ ਪਿਛਲੀ ਵਾਰੀ ਨੈਕ ਦੀ ਜਿਹੜੀ ਆਈ ਆ ਟੀਮ ਆਈ, ਉਦੋਂ ਡਾਟ ਸਾਹਿਬ ਵਾਈਸ ਚਾਂਸਲਰ ਹੁੰਦੇ ਸੀਗੇ। ਅੱਛਾ ਜੀ। ਉਦੋਂ ਇਹਦੀ ਵੈਲੂਏਸ਼ਨ ਹੋਈ 13-14 ਤੇ 15 ਦੇ ਵਿੱਚ ਹੋਈ ਆ। ਉਸ ਸਮੇਂ ਦੇ ਵਿੱਚ ਇਹ ਯੂਨੀਵਰਸਿਟੀ ਨੂੰ ਹਾਈਐਸਟ ਜਿਹੜਾ ਹੁੰਦਾ ਸੀਗਾ ਨਾ ਅਕੈਡੈਮਿਕਸ ਦੇ, ਕਿਉਂਕਿ ਉਹ ਸਾਰਾ ਪਾਸਾ ਦੇਖਦੇ ਆ, ਅਕੈਡੈਮਿਕਸ ਦੇ ਵਿੱਚ ਜਿਹੜਾ ਸੀਗਾ ਉਹ ਹਾਈਐਸਟ ਜਿਹੜੇ ਪੁਆਇੰਟ ਮਿਲ ਕੇ ਤੇ ਯੂਨੀਵਰਸਿਟੀ ਵਨ ਆਫ ਦਾ ਜਿਹੜੀਆਂ ਟਾਪ ਯੂਨੀਵਰਸਿਟੀ ਸੀ ਪਬਲਿਕ ਇੰਸਟੀਟਿਊਸ਼ਨ ਦੇ ਵਿੱਚ ਆ ਗਏ ਜੀ। ਉਹਦੇ ਨਾਲ ਸਾਨੂੰ ਐਡਵਾਂਟੇਜ ਇਹ ਹੋ ਗਿਆ ਕਿ ਉਹਦੇ ਨਾਲ ਸਾਡੀ ਕੋਈ ਗ੍ਰਾਂਟ ਜਿਹੜੀ ਸੀ ਸੈਂਟਰਲ ਯੂਨੀਵਰਸਿਟੀਆਂ ਦੇ ਐਡ ਪਾਰ ਮਿਲਣੀ ਸ਼ੁਰੂ ਹੋ ਗਈ। ਜਿਹੜਾ ਬੱਚਾ ਇੱਥੇ ਰਿਸਰਚ ਕਰਨਾ ਚਾਹੁੰਦਾ ਵਾ, PhD ਕਰਨਾ ਚਾਹੁੰਦਾ ਵਾ, ਭਾਵੇਂ ਉਹਨੇ ਨੈਟ ਕੀਤਾ ਕਿ ਨਹੀਂ ਕੀਤਾ, ਉਹਨੂੰ ਸੈਂਟਰਲ ਯੂਨੀਵਰਸਿਟੀ ਦੇ ਪੈਟਰਨ ਦੇ ਉੱਤੇ ਫੈਲੋਸ਼ਿਪ ਮਿਲਣੀ ਸ਼ੁਰੂ ਹੋ ਗਈ। ਉਹਦੇ ਨਾਲ ਸਾਡੀ ਖਾਸ ਕਰਕੇ ਰਿਸਰਚ ਦੀ ਜਿਹੜੀ ਇੰਟਰਸਟ ਸੀ ਨਾ ਉਹ ਕਾਫੀ ਜ਼ਿਆਦਾ ਵੱਧ ਗਈ, ਜਿਹਨੇ ਉਹਨੂੰ ਹੋਰ ਪੁਸ਼ ਕੀਤਾ। ਉਹ ਬਾਅਦ ਦੇ ਵਿੱਚ ਸ਼ਾਇਦ ਕਿਉਂਕਿ ਨਵੀਂ ਸਰਕਾਰ ਆ ਗਈ ਦਿੱਲੀ ਦੇ ਵਿੱਚ, ਉਹਨਾਂ ਨੇ ਉਹਨੂੰ ਉਹ ਬੈਕ ਟਰੈਕ ਕਰ ਲਿਆ। ਔਰ ਇਹਦੇ ਨਾਲ ਹੀ ਜਿਹੜਾ ਇਹ ਆਪਣਾ ਸੀਗਾ ਕਿ ਪਿਛਲੇ ਸਮੇਂ ਕਿਉਂਕਿ ਜਿਹੜੀ ਫੈਕਲਟੀ ਆਉਂਦੀ ਰਹੀ ਆ ਉਹ ਫੈਕਲਟੀ ਨੂੰ ਰਿਪਲੇਸਮੈਂਟ ਨਹੀਂ ਉਹਦੀ ਹੋਈ ਜੀ। ਰੀਜ਼ਨ ਬੀਇੰਗ ਉਹੀ ਸੀਗਾ ਇਕਨੋਮਿਕ ਤੇ ਫਾਈਨੈਂਸ਼ੀਅਲ ਕ੍ਰਾਈਸਿਸ ਹੋ ਸਕਦਾ, ਜਿਸ ਤਰੀਕੇ ਦੇ ਨਾਲ ਖਾਸ ਕਰਕੇ ਇਸ ਮਾਮਲੇ ਦੇ ਵਿੱਚ ਜਿਹੜੀ ਸੋਸ਼ਲ ਸਾਇੰਸਸ ਸੀਗੀਆਂ, ਚਾਹੇ ਹਿਸਟਰੀ ਸੀ, ਚਾਹੇ ਇਕਨੋਮਿਕਸ ਸੀ, ਚਾਹੇ ਪੋਲੀਟੀਕਲ ਸਾਇੰਸ ਸੀ, ਜਾਂ ਜਿਹੜੇ ਹੋਰ ਸਾਈਕੋਲੋਜੀ ਸੀ, ਉਹ ਸਭ ਤੋਂ ਵੱਧ ਸਫਰ ਜਾਂ ਲੈਂਗੁਏਜ ਜਿਹੜੀ ਸੀ ਇਸ ਜ਼ਮਾਨੇ ਦੇ ਵਿੱਚ ਪੰਜਾਬੀ ਦੇ ਵਿੱਚ 29-30 ਪ੍ਰੋਫੈਸਰ ਹੁੰਦੇ ਸੀ, ਡਾਕਟਰ ਦੀਵਾਨ ਸਿੰਘ ਵਰਗੇ ਹੁੰਦੇ ਸੀ, ਡਾਕਟਰ ਰਾਹੀ ਹੁੰਦੇ ਸੀ, ਪ੍ਰੋਫੈਸਰ ਸਿੰਧ ਵਰਗੇ ਹੁੰਦੇ ਸੀ। ਮੇਰੇ ਖਿਆਲ ਇਸ ਵੇਲੇ ਉੱਥੇ 3-4-5 ਟੀਚਰ ਵੱਧ ਤੋਂ ਵੱਧ ਹੋਣਗੇ ਉਹਦੇ ਵਿੱਚ। ਇਹੀ ਹਾਲ ਜਿਹੜਾ ਉਹ ਹੋਰ ਜਿਹੜੀਆਂ ਫੈਕਲਟੀਜ਼ ਹੋਈਆਂ ਵਾ ਉਹਨਾਂ ਦੇ ਵਿੱਚ ਹੋਇਆ, ਹਿਸਟਰੀ ਦੇ ਵਿੱਚ ਵੀ, ਸਾਰਿਆਂ ਦੇ ਵਿੱਚ ਇਸ ਤਰੀਕੇ ਨਾਲ। ਉਹਦੇ ਨਾਲ ਇਹ ਹੈਗਾ ਕਿ ਸਾਡਾ ਅਕੈਡੈਮਿਕਸ ਜਿਹੜੀ ਹੈਗੀ ਆ ਜਾਂ ਜਿਹੜਾ ਸਾਡੀ ਕੁਆਲਿਟੀ ਆਫ ਟੀਚਿੰਗ ਤੇ ਜ਼ਰੂਰ ਅਸਰ ਪਿਆ ਜੀ, ਕਿਉਂਕਿ ਇਹਦੇ ਵਿੱਚ ਟੀਚਰ ਜਿਹੜੇ ਉਸ ਸਮੇਂ 'ਚ ਪਹਿਲੇ ਸਮੇਂ ਸੀ ਸਾਡੇ ਵੇਲੇ ਤੱਕ ਵੀ ਟੀਚਰ ਦੀ ਅਪੁਆਇੰਟਮੈਂਟ ਉਹਦੀ ਜਿਹੜੀ ਸਬਜੈਕਟ ਹੁੰਦਾ ਸੀ, ਜਿਹੜੇ ਪੜ੍ਹਾਏ ਜਾਂਦੇ ਸੀ, ਉਹਦੀ ਜਿਹੜੀ ਹੁੰਦੀ ਸੀ ਆਪਣੀ ਸਪੈਸ਼ਲਾਈਜੇਸ਼ਨ ਦੇ ਬੇਸਿਸ ਤੇ ਹੁੰਦੀ ਸੀ। ਹਾਂਜੀ। ਤੇ ਉਹ ਆਪਣਾ ਟੀਚਰ ਉਹ ਸਪੈਸ਼ਲਾਈਜੇਸ਼ਨ ਦੇ ਵਿੱਚ ਜਿਹੜਾ ਉਹਨਾਂ ਨੂੰ ਟੀਚ ਕਰਦਾ ਸੀਗਾ। ਤੇ ਹੁਣ ਪਿਛਲੇ ਸਮੇਂ ਦੇ ਵਿੱਚ ਜਿਹੜਾ ਅਸੀਂ ਦੇਖ ਰਹੇ ਹਾਂ ਪਿਛਲੇ 15-20 ਸਾਲ ਤੋਂ ਬਹੁਤ ਜ਼ਿਆਦਾ ਰਿਕਰੂਟਮੈਂਟ ਨਹੀਂ ਹੋਈ। ਰਿਕਰੂਟਮੈਂਟ ਇਸ ਕਰਕੇ ਨਹੀਂ ਹੁੰਦੀ ਕਿਉਂਕਿ ਸੋਰਸਿਸ ਦੀ ਫਿਰ ਸਮੱਸਿਆ ਸਾਹਮਣੇ ਆ ਜਾਂਦੀ, ਜਿੱਦਾਂ ਪੰਜਾਬੀ ਯੂਨੀਵਰਸਿਟੀ ਦਾ ਆਪਾਂ ਐਗਜ਼ਾਮਪਲ ਸਾਰਿਆਂ ਦੇ ਸਾਹਮਣੇ ਆ। ਬਿਲਕੁਲ ਉਹਦੇ ਉੱਤੇ ਮੈਂ ਸਵਾਲ ਕਰੂੰਗਾ ਤੁਹਾਨੂੰ, ਥੋੜਾ ਸਮਾਂ ਹੋਇਆ ਤਾਂ ਜੀ। तो पर यह हैगा भी साडे ਜਿਹੜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈਗੀ ਆ, ਇਹਨੇ ਸਾਰੇ ਇਹ ਚੈਲੰਜਸ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਚੱਲਿਆ।
ਇੱਕ ਇਸ ਤੋਂ ਪਹਿਲਾਂ ਮੈਂ ਇੱਕ ਸਪੈਸ਼ਲ ਮੈਂਸ਼ਨ ਕਰਨਾ ਚਾਹੁੰਦਾ ਕਿ ਇੱਥੇ ਪੈਸੇ ਜੈਰੂਪ ਸਿੰਘ ਹੁਣੀ ਆਏ ਸੀ 2006 ਦੇ ਵਿੱਚ, ਜਿਹੜੇ ਬਾਅਦ ਚ ਸੈਂਟਰਲ ਯੂਨੀਵਰਸਿਟੀ ਬਠਿੰਡਾ ਦੇ ਸੈਂਟਰਲ ਯੂਨੀਵਰਸਿਟੀ ਦੇ ਬਣੇ ਸੀਗੇ। ਉਹਨਾਂ ਨੇ ਆਣ ਕੇ ਇਹਨੂੰ ਜਿਹੜਾ ਸਿਸਟਮ ਸੀ, ਖਾਸ ਕਰਕੇ ਜਿਹੜੇ ਮੈਂ ਕੋਈ ਸਮੇਂ ਅਸੀਂ ਵਾਰਡਨ ਵੀ ਰਿਹਾ ਸੀਗਾ ਜੀ, ਉਹਨਾਂ ਨੇ ਜਿਹੜਾ ਫਾਈਨੈਂਸ਼ੀਅਲ ਜਿਹੜੀ ਮੈਨੇਜਮੈਂਟ ਸੀਗੀ ਉਹਨੂੰ ਜ਼ਿਆਦਾ ਜਿਹੜਾ ਸੀ ਹੋਰ ਜ਼ਿਆਦਾ ਕੰਸੋਲੀਡੇਟ ਕੀਤਾ ਕਿ ਜਿੰਨੇ ਪੈਸੇ ਪੂਸੇ ਹੁੰਦੇ ਸੀਗੇ ਉਹ ਫਿਕਸ ਡਿਪੋਜ਼ਿਟ ਹੋਇਆ, ਦੂਸਰਾ ਤੀਸਰਾ ਉਹ ਕਰਨਾ ਸ਼ੁਰੂ ਕਰਤਾ। ਉਸ ਸਮੇਂ ਜੇ ਉਹਨਾਂ ਨੇ ਕਾਰਪਸ ਵੀ ਬਣਾਇਆ ਸੀਗਾ ਕਿ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਰਿਸਰਚ ਜਿਹੜਾ ਹੈਗਾ ਵਾ ਉਹਦੇ ਉੱਤੇ ਫੋਕਸ ਕੀਤਾ ਜਾਵੇ। ਇਹ ਵੀ ਉਹਨਾਂ ਦਾ ਇੱਕ ਫੋਕਸ ਇਹ ਸੀਗਾ ਵੀ ਯੂਨੀਵਰਸਿਟੀ ਨੂੰ ਇੱਕ ਤਾਂ ਸੀਨੀਅਰ ਕਲਾਸਿਸ ਜਿਹੜੀਆਂ ਹੈਗੀਆਂ ਉਹ ਰਹਿਣ, ਇੱਕ ਰਿਸਰਚ ਤੇ ਫੋਕਸ ਕੀਤਾ ਜਾਵੇ, ਕਿਉਂਕਿ ਯੂਨੀਵਰਸਿਟੀ ਦਾ ਮਕਸਦ ਹੀ ਰਿਸਰਚ ਹੁੰਦਾ ਅਸਲ ਦੇ ਵਿੱਚ। ਤਾਂ ਮੈਂ ਹੁੰਦਾ ਸੀ ਜੀ ਉਹਨਾਂ ਨੇ ਸ਼ੁਰੂ ਕੀਤਾ, ਪਰ ਕਿਉਂਕਿ ਸਰਕਾਰ ਬਦਲ ਗਈ। ਸਾਡੀ ਹੁਣ ਸਮੱਸਿਆ ਸਭ ਤੋਂ ਵੱਡੀ ਇਹ ਹੈਗੀ ਆ ਕਿ ਜਿਹੜੀਆਂ ਯੂਨੀਵਰਸਿਟੀਆਂ ਆਟੋਨਮਸ ਹੋਣੀਆਂ ਚਾਹੀਦੀਆਂ ਵਾ, ਉਹ ਜਿਹੜੇ ਸਰਕਾਰ ਹੈ ਜਿਹੜੀ ਆ ਉਹ ਬਹੁਤ ਜ਼ਿਆਦਾ ਇੰਟਰਫੀਰੈਂਸ ਆ। ਅੱਛਾ ਜੀ। ਔਰ ਇਹ ਗੱਲ ਪਾਸੇ ਜੈਰੂਪ ਸਿੰਘ ਉਹਨਾਂ ਨੇ ਕਿਹਾ ਸੀਗਾ ਕਿ 15% ਦੇ ਪੈਸੇ ਦਿੰਦੀ ਆ ਤੇ 99% ਇਹਨਾਂ ਦੀ ਇੰਟਰਵੈਂਸ਼ਨ ਹੈਗੀ ਆ ਡੇ ਟੂ ਡੇ ਜਿਹੜੀ ਫੰਕਸ਼ਨਿੰਗ ਹੈ। ਤੋ ਇਸ ਕਰਕੇ ਵਾਈਸ ਚਾਂਸਲਰ, ਕਿਉਂਕਿ ਸਮੱਸਿਆ ਇਹਨਾਂ ਦੀ ਵੀ ਹੈਗੀਆਂ, ਗ੍ਰਾਂਟ ਵੀ ਲੈਣੀ ਹੁੰਦੀ ਆ ਜਾਂ ਉਸ ਕਿਸਮ ਦਾ ਜਿਹੜਾ ਸਮੇਂ ਚ ਪਹਿਲਾਂ ਅਪਾਇੰਟਮੈਂਟ ਵੀ ਸਰਕਾਰ ਦੇ ਹੱਥ ਚ ਹੈ, ਗਵਰਨਰ ਦੇ ਹੱਥ ਚ ਹੈ, ਬਹੁਤ ਕੁਛ ਹੈ, ਉਹ ਵੀ ਹੁੰਦਾ ਸੀ। ਜਾਂ ਜਿਸ ਕਿਸਮ ਦਾ ਆਪਣੇ ਉਸ ਸਮੇਂ ਦੇ ਰੂਲਰ ਹੁੰਦੇ ਸੀ ਪ੍ਰਤਾਪ ਸਿੰਘ ਕੈਰੋਂ, ਤੁਹਾਨੂੰ ਸ਼ਾਇਦ ਪਤਾ ਹੋਵੇ ਕਿ ਇੱਕ ਵਾਰੀ ਜਿਹੜੇ ਵਾਈਸ ਚਾਂਸਲਰ ਸੀਗੇ ਜੀ, ਇਹਨਾਂ ਨੇ ਟਾਈਮ ਮੰਗਿਆ ਮਿਲਣ ਵਾਸਤੇ, ਤੇ ਜਦੋਂ ਉਹ ਗਏ ਤੇ ਵਾਈਸ ਚਾਂਸਲਰ ਸਾਹਿਬ ਨੇ ਆਪਣੇ ਦਰਵਾਜ਼ੇ ਤੇ ਰਿਸੀਵ ਕਰਨ ਆਏ ਤੇ ਉਹਨਾਂ ਨੇ ਮਨਾ ਕਰਤਾ, ਯੂ ਆਰ ਏ ਵਾਈਸ ਚਾਂਸਲਰ, ਮੈਂ ਕਹਿੰਦਾ ਤੁਸੀਂ ਆਪਣੀ ਕੁਰਸੀ ਤੋਂ ਨਹੀਂ ਉੱਠਣਾ, ਮੈਂ ਤੁਹਾਨੂੰ ਇੱਥੇ ਜਦੋਂ ਮਿਲਣ ਆਇਆ ਕਰੂੰਗਾ। ਪਰ ਹੁਣ ਤੁਸੀਂ ਦੇਖੋ, ਅਗਲਾ ਕਹਿੰਦਾ ਵੀ ਸਾਨੂੰ ਕਾਫੀ ਦਾ ਕੱਪ ਚੱਕ ਕੇ ਪਿਆ। ਤੋ ਮੇਰਾ ਪੁਆਇੰਟ ਇਹ ਹੈਗਾ ਕਿ ਜਿਹੜੀ ਯੂਨੀਵਰਸਿਟੀ ਇੰਸਟੀਟਿਊਸ਼ਨ ਹੈਗੀਆਂ, ਸਾਡਾ ਜਿਹੜਾ ਸਮਾਜਿਕ ਤਾਣਾ ਬਾਣਾ ਹੈਗਾ, ਜਿਹੜੀ ਰਾਜਨੀਤਿਕ ਵਿਵਸਥਾ ਹੈਗੀ ਆ ਜਾਂ ਸਾਡੀ ਆਰਥਿਕ ਵਿਵਸਥਾ ਹੈਗੀ, ਉਹਦਾ ਹੀ ਇੱਕ ਕਿਸਮ ਦਾ ਜਿਹੜਾ ਅੰਗ ਬਣਿਆ ਹੋਇਆ ਹੈ। ਤੋ ਕਈ ਵਾਰੀ ਫਿਰ ਜਿਹੜੀਆਂ ਕੋਈ ਚੈਲੰਜਿਸ ਏਦਾਂ ਦੇ ਹੁੰਦੇ ਆ ਕਿਉਂਕਿ ਪੋਲੀਟਿਕਸ ਦੀ ਜਿਹੜੀ ਇੰਟਰਵੈਂਸ਼ਨ, ਮੈਂ ਨਹੀਂ ਕਹਿੰਦਾ ਵੀ ਪੋਲੀਟਿਕਸ ਨਹੀਂ ਹੋਣੀ ਚਾਹੀਦੀ, ਪਰ ਜਿਹੜੀ ਡੇ ਟੂ ਡੇ ਦੇ ਹਰ ਕਿਸਮ ਦੀ ਜਿਹੜੀ ਇੰਟਰਵੈਂਸ਼ਨ ਹੈਗੀ ਆ, ਜਾਂ ਉਹ ਯੂਨੀਵਰਸਿਟੀ ਮੈਨੂੰ ਲੱਗਦਾ ਕਿ ਕਿਉਂਕਿ ਅਸੀਂ ਵੀ ਥੋੜਾ ਬਹੁਤਾ ਇਹ ਵਿਵਸਥਾ ਦਾ ਹਿੱਸਾ ਰਹੇ ਆ ਜੀ ਕਿ ਸਾਨੂੰ ਹਾਦਸਾ ਹੁੰਦਾ ਸੀ ਯਾਰ ਵੀ ਕਿੱਦਾਂ ਦੇ ਕੰਮ ਜਿਹੜੇ ਬੰਦੇ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਆ ਇਹ ਮਤਲਬ ਜਿਹੜੇ ਕਰਦੇ ਆ, ਜਿਹੜੇ ਅਦਰਵਾਈਜ਼ ਆਪਾਂ ਨੂੰ ਲੱਗਦਾ ਵੀ ਯੂਨੀਵਰਸਿਟੀ ਦੇ ਨਾਰਮਲ ਪ੍ਰੋਸੈਸ ਦੇ ਵਿੱਚ ਕੋਈ ਬਹੁਤ ਚੰਗੀ ਚੀਜ਼ ਨਹੀਂ ਹੈ। ਅੱਛਾ ਪ੍ਰੋਫੈਸਰ ਸਾਹਿਬ, ਜਾਂਦੇ ਜਾਂਦੇ ਇੱਕ ਚੀਜ਼ ਕਹਿ ਦਿਓ ਕਿ ਪੰਜਾਬੀ ਯੂਨੀਵਰਸਿਟੀ ਦਾ ਐਡਾ ਬੇੜਾ ਗਰਕ ਕਿਉਂ ਹੋ ਗਿਆ ਫਾਈਨੈਂਸ਼ੀਅਲ ਪੱਖੋਂ? ਉਹਦੇ ਲਈ ਸਾਰੀ ਜ਼ਿੰਮੇਵਾਰ ਆ ਜੀ। ਉਹਦੇ ਲਈ ਜਿਹੜੇ ਉਸ ਸਮੇਂ ਦੇ ਵਾਈਸ ਚਾਂਸਲਰ ਸੀ ਉੱਥੇ ਅਸਲ 'ਚ ਸਾਡਾ ਗੁਰੂ ਨਾਨਕ ਦਾ ਤੇ ਪੰਜਾਬੀ ਦਾ ਬਹੁਤ ਫਰਕ ਆ ਸਰ ਜੀ। ਇੱਥੇ ਰਾਜਨੀਤੀ ਉਨੀ ਜ਼ਿਆਦੀ ਨਹੀਂ ਆ ਜਿੰਨੀ ਪੰਜਾਬੀ ਯੂਨੀਵਰਸਿਟੀ ਵਿੱਚ ਆ। ਅੱਛਾ ਜੀ। ਪੰਜਾਬੀ ਯੂਨੀਵਰਸਿਟੀ ਧੜਿਆਂ ਦੀ ਰਾਜਨੀਤੀ ਆ, ਟੀਚਰਾਂ ਦੇ ਬਹੁਤ ਜ਼ਿਆਦਾ ਧੜੇ ਹੈਗੇ ਆ, ਪੰਜਾਬ ਸਟੂਡੈਂਟ ਦੇ ਬਹੁਤ ਜ਼ਿਆਦਾ ਧੜੇ ਹੈਗੇ ਆ, ਪੋਲੀਟੀਕਲ ਇੰਟਰਵੈਂਸ਼ਨ ਵੀ ਹੈਗੀ ਆ, ਔਰ ਖਾਸ ਕਰਕੇ ਜਿਹੜੀ ਹੋ ਸਕਦਾ ਚੰਡੀਗੜ੍ਹ ਦੇ ਨੇੜੇ ਪੈਂਦਾ ਵਾ ਜਾਂ ਜਿਹੜੇ ਮਾਲਵੇ ਦੇ ਵਿੱਚ ਜਿਹੜੇ ਪਾਵਰਫੁਲ ਲੋਕ ਆ ਉਹਨਾਂ ਦੇ ਰਾਹ 'ਚ ਪੈਂਦੀ ਆ, ਇਹ ਗੱਲ ਹੈਗੀ ਆ ਜੀ। ਉੱਥੇ ਮਤਲਬ ਜਿਹੜੇ ਖਾਸ ਕਰਕੇ ਮੈਂ ਕਹੂੰਗਾ ਵੀ ਵਾਈਸ ਚਾਂਸਲਰ ਵੀ ਜ਼ਿੰਮੇਵਾਰ ਹੈਗੇ ਆ ਜੇ, ਕਿਉਂਕਿ ਵਾਈਸ ਚਾਂਸਲਰ ਇਸ ਕਰਕੇ ਜ਼ਿੰਮੇਵਾਰ ਹੈਗੇ, ਵਾਈਸ ਚਾਂਸਲਰ ਇੱਕ ਵਾਰੀ ਲੱਗ ਜਾਂਦਾ ਜੇ ਉਹ ਡਟ ਜਾਵੇ ਤੇ ਉਹ ਡਟਿਆ ਰਹਿ ਸਕਦਾ। ਸਾਡੇ ਕੋਲ ਐਗਜ਼ਾਮਪਲ ਹੈਗੀਆਂ, ਸਾਡੀ ਯੂਨੀਵਰਸਿਟੀ ਦੇ ਵਿੱਚ ਕੁਝ ਵਾਈਸ ਚਾਂਸਲਰ ਹੈਗੇ ਸੀ ਕਿ ਉਹਨਾਂ ਦੇ ਸਮਿਆਂ ਦੇ ਵਿੱਚ ਪੋਲੀਟੀਕਲ ਲੀਡਰ ਬਹੁਤ ਘੱਟ ਆਏ ਇੱਥੇ। ਅੱਛਾ ਜੀ। ਤੇ ਪਰ ਏਦਾਂ ਦੇ ਵੀ ਹੈਗੇ ਆ ਵੀ ਜਿਹੜੇ ਕੋਈ ਬੰਦੇ ਜਿਹੜੇ ਆ ਪੋਲੀਟੀਕਲ ਲੀਡਰ ਤੋਂ ਬਿਨਾਂ 4 ਕਦਮ ਵੀ ਨਹੀਂ ਚੱਲ ਸਕਦੇ। ਮਤਲਬ ਇਹ ਇੱਕ ਹੈਗਾ, ਇੱਕ ਜਿਹੜੀ ਸਮੱਸਿਆ ਹੈਗੀ ਆ ਜਿਹਨਾਂ ਦਾ ਆਪਣਾ ਕੌਨਫੀਡੈਂਸ ਨਹੀਂ ਹੈਗਾ ਉਹਦੇ ਵਿੱਚੋਂ। ਉੱਥੇ ਹਰ ਇੱਕ ਨੇ ਉਹਨੂੰ ਕਿਲ ਕਰਨ ਦੇ ਵਿੱਚ, ਮਾਰਨ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਖਾਸ ਕਰਕੇ ਜਿੰਨੀ ਨੌਨ ਟੀਚਿੰਗ ਉੱਥੇ ਭਰਤੀ ਕੀਤੀ ਆ, ਜਾਂ ਉੱਥੇ ਜੇ 4 ਬੰਦਿਆਂ ਦੀ ਲੋੜ ਸੀ 8 ਬੰਦੇ ਭਰਤੀ ਕੀਤੇ ਗਏ ਆ। ਕਾਲਜ ਅਜੇ ਚੱਲੇ ਨਹੀਂ ਸੀਗੇ, ਉਹਨਾਂ ਦੇ ਵਿੱਚ ਬਹੁਤ ਭਰਤੀ ਗਿਣਤੀ ਜ਼ਿਆਦਾ ਹੋ ਗਈ ਆ। ਪੰਜਾਬੀ ਯੂਨੀਵਰਸਿਟੀ 'ਚ ਅਨਈਵਨ ਜਿਹੜੀ ਖਾਸ ਕਰਕੇ ਫਿਰ ਉੱਥੇ ਐਕਸਟੈਂਸ਼ਨ 5-5 ਸਾਲ ਤੱਕ ਬਿਨਾਂ ਕੋਈ ਉਹਨਾਂ ਦੀ ਜਿਹੜੀ ਰਿਵਿਊ ਕੀਤਿਆਂ, ਬਿਨਾਂ ਉਹਨਾਂ ਦਾ ਕੰਮ ਕੀਤੇ ਤੋਂ ਬਾਅਦ ਦਿੰਦੇ ਰਹੇ ਆ। ਤੇ ਉਹਦੇ ਲਈ ਟੀਚਰ ਵੀ ਜ਼ਿੰਮੇਵਾਰ, ਉੱਥੋਂ ਦੇ ਅਧਿਕਾਰੀ ਵੀ ਜ਼ਿੰਮੇਵਾਰ ਹੈਗੇ ਆ, ਵਾਈਸ ਚਾਂਸਲਰ ਵੀ ਜ਼ਿੰਮੇਵਾਰ ਹੈਗੀ, ਤੇ ਸਰਕਾਰਾਂ ਜਿਹੜੀਆਂ ਹੈਗੀਆਂ ਸੀਗੀਆਂ ਉਹਨਾਂ ਦੀ ਇੰਟਰਫੀਰੈਂਸ ਵੀ ਜ਼ਿੰਮੇਵਾਰ ਹੈਗੀ ਜੀ। ਤੇ ਉਹਦਾ ਭੱਠਾ ਬਿਠਾਉਣ ਦੇ ਵਿੱਚ ਸਾਰਿਆਂ ਦਾ ਹੀ ਜਿਹੜਾ ਵਾ ਉਹ ਹਿੱਸਾ ਬਰਾਬਰ ਦਾ ਹੈ। ਉਸ ਥੋੜਾ ਕਿਸੇ ਦਾ ਘੱਟ ਹੋਵੇ, ਕੋਈ ਵੱਧ ਹੋਵੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਲੱਗਦਾ ਵੀ ਅੱਜ ਤੱਕ ਉਹੋ ਜਿਹੇ ਹਾਲਾਤਾਂ ਤੋਂ, ਜਿਹੜੇ ਹਾਲਾਤ ਉੱਥੇ ਹੈਗੇ ਆ ਉਹਨਾਂ ਤੋਂ ਬਚੀ ਹੋਈ ਆ, ਤੇ ਸ਼ਾਇਦ ਇਸੇ ਕਰਕੇ ਹੀ ਇਹ ਥੋੜਾ ਬਹੁਤਾ ਜਿਹੜਾ ਹੈਗਾ ਇਕਨੋਮਿਕਲੀ ਵੀ ਠੀਕ ਠਾਕ ਹੈਗੀ ਆ, ਤੇ ਜਿਹੜਾ ਇੱਥੋਂ ਦਾ ਐਕੈਡੈਮਿਕ ਐਟਮੋਸਫੀਅਰ ਹੈ, ਐਕੈਡੈਮਿਕ ਕੈਲੰਡਰ ਵੀ ਹੈਗਾ ਵਾ, ਜਾਂ ਜਿਹੜੀ ਇੱਥੋਂ ਦਾ ਹੋਰ ਜੋ ਵੀ ਸਿਸਟਮ ਹੈਗਾ ਉਹਦੇ ਵਿੱਚ ਠੀਕ ਠਾਕ ਚੱਲੀ ਜਾਂਦੀ ਹੈ ਜੀ।
ਸੋ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਫੈਸਰ ਜਗਰੂਪ ਸਿੰਘ ਜੀ, ਤੁਹਾਡਾ ਬਹੁਤ ਬਹੁਤ ਮਿਹਰਬਾਨੀ ਸਮਾਂ ਦੇਣ ਦੇ ਲਈ। ਸੋ ਇਹ ਸਨ ਪ੍ਰੋਫੈਸਰ ਜਗਰੂਪ ਸਿੰਘ ਜੀ ਹੋਰੀ। ਸੋ ਰੇਡੀਓ ਪੰਜਾਬ ਟੂਡੇ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਜੀ ਕਿ ਹਰੇਕ ਮਸਲੇ ਦੇ ਉੱਤੇ ਜਿਹੜੀ ਗੱਲਬਾਤ ਹੈ ਉਹ ਤੁਹਾਡੇ ਤੱਕ ਪਹੁੰਚਾਈ ਜਾਵੇ। ਸੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਆਪਣਾ ਇੱਕ ਇਤਿਹਾਸ ਹੈ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਪਣੇ ਇੱਕ ਅਚੀਵਮੈਂਟਸ ਨੇ, ਉਹਦੇ ਬਾਰੇ ਪ੍ਰੋਫੈਸਰ ਸਾਹਿਬ ਨੇ ਬਾਖੂਬੀ ਦੱਸਿਆ। ਸੋ ਫਿਲਹਾਲ ਇੱਕ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ। ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ, ਅਤੇ ਫਿਰ ਬਖਤੌਰ ਸਿੰਘ ਢਿੱਲੋਂ ਹੋਰਾਂ ਨਾਲ ਤੁਹਾਡੇ ਨਾਲ ਗੱਲਬਾਤ ਕਰਾਂਗੇ।